ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਹੁਣ ਗੁਰਪ੍ਰੀਤ ਸਿੰਘ ਜੀ ਨੂੰ ਇਨਵਾਈਟ ਕਰਾਂਗਾ ਕਿ ਉਹ ਪਲੀਜ਼ ਜਾਪ ਦੀ ਸੇਵਾ ਕਰਨ ਜੀ। ਹਾਂਜੀ ਆਵਾਜ਼ ਆ ਰਹੀ ਹੈ ਜੀ। ਹਾਂਜੀ ਜੀ, ਆ ਰਹੀ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਗੁਰਮੰਤਰ ਦਾ ਜਾਪ ਕਰਾਂਗੇ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਅੱਜ ਦੀ ਜਿਹੜੀ ਸਾਡੀ ਕਲਾਸ ਹੈ ਜੀ, ਬਹੁਤ ਹੀ ਇੰਪੋਰਟੈਂਟ ਕਲਾਸ ਹੈ। ਕਲਾਸ GRE ਦੇ ਉੱਤੇ ਹੈ ਅਤੇ ਇਸ ਦਾ ਸੈਸ਼ਨ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਲਾਂਗੇ ਜੀ, ਜਿਨ੍ਹਾਂ ਨੇ ਹੁਣ ਸਾਨੂੰ ਜਾਪ ਨਾਲ ਵੀ ਜੋੜਿਆ ਸੀ। ਬਹੁਤ ਹੀ ਰਸਪਰਾ ਜਾਪ ਕਰਾਇਆ ਜੀ ਇਹਨਾਂ ਨੇ। ਅਤੇ ਗੁਰਪ੍ਰੀਤ ਸਿੰਘ ਜੀ ਨੇ BTech ਕੀਤੀ ਹੈ ਜੀ PAU ਲੁਧਿਆਣੇ ਤੋਂ, ਅਤੇ ਰਾਈਟ ਨਾਓ ਉਹ ਮਾਸਟਰਸ ਕਰ ਰਹੇ ਨੇ ਲੈਂਡ ਐਂਡ ਐਗਰੀਕਲਚਰਲ ਸਾਇੰਸ ਵਿੱਚ ਯੂਨੀਵਰਸਿਟੀ ਆਫ ਮਿਨੇਸੋਟਾ ਤੋਂ USA ਵਿੱਚ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਬਾਹਰ ਜਾਣਾ ਬਹੁਤ ਪੈਸਾ ਲੱਗਦਾ, ਬਹੁਤ ਹੁੰਦਾ ਹੈ, ਬਟ ਉਹ ਸਕੋਲਰਸ਼ਿਪ ਉੱਤੇ ਗਏ ਨੇ ਜੀ। ਅਤੇ ਮੈਂ ਉਹਨਾਂ ਨੂੰ ਇਨਵਾਈਟ ਕਰਾਂਗਾ ਜੀ ਕਿ ਪਲੀਜ਼ ਉਹ ਆਪਣੇ ਟੌਪਿਕ ਨਾਲ ਆ ਜੀ। ਹਾਂਜੀ, ਧੰਨਵਾਦ ਜੀ ਜਸਜੋਤ ਸਿੰਘ ਜੀ। ਮੈਂ ਆਪਣਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ PPT ਸ਼ੇਅਰ ਕਰਨਾ ਚਾਹੂੰਗਾ। ਸੋ ਤੁਸੀਂ ਸ਼ੇਅਰ ਕਰ ਰਹੇ ਹੋ ਸਕਰੀਨ ਜਾਂ ਮੈਂ ਕਰਾਂ? ਕਾਰਤੀ ਜੀ। ਅੱਛਾ, ਠੀਕ ਹੈ ਜੀ, ਧੰਨਵਾਦ ਜੀ। ਹਾਂਜੀ ਹਾਂਜੀ, ਸੋ ਅੱਜ ਅਸੀਂ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ, ਜਿਹੜਾ ਕਿ GRE ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਸੋ ਆਪਾਂ ਸਾਰੇ ਬਾਹਰ ਜਾਣ ਬਾਰੇ ਸੋਚਦੇ ਹਾਂ ਤੇ ਸਾਰਿਆਂ ਨੂੰ ਵਿਜ਼ੂਅਲ ਕਲੀਅਰ ਹੈ ਜੀ? ਹਾਂਜੀ ਜੀ। ਠੀਕ ਹੈ ਜੀ। ਸੋ ਆਪਾਂ ਸਾਰੇ ਬਾਹਰ ਜਾਣ ਬਾਰੇ ਸੋਚਦੇ ਹਾਂ ਤੇ ਇੰਟਰਨੈਸ਼ਨਲ ਐਜੂਕੇਸ਼ਨ ਲੈਣ ਬਾਰੇ ਸੋਚਦੇ ਹਾਂ। ਆਇਲਟਸ ਵਾਲਾ ਰਸਤਾ ਜਾਂ
ਤੁਸੀਂ ਕਹਿ ਲਓ ਕਿ +2 ਤੋਂ ਬਾਅਦ ਕੈਨੇਡਾ ਜਾਣ ਵਾਲਾ ਰਸਤਾ ਉਹ ਕਾਫੀ ਪੰਜਾਬ ਦੇ ਵਿੱਚ ਫੇਮਸ ਹੈ, ਕਾਫੀ ਬੱਚੇ ਉਹ ਚੀਜ਼ ਕਰ ਰਹੇ ਨੇ। ਬਟ GRE ਐਗਜ਼ਾਮ ਇੱਕ ਇਹੋ ਜਿਹੀ ਚੀਜ਼ ਹੈ ਜੋ ਹਜੇ ਘੱਟ ਲੋਕਾਂ ਨੂੰ ਪਤਾ ਹੈ, ਜਾਂ ਇਹਦੇ ਥਰੂ ਹਜੇ ਬਹੁਤੇ ਬੱਚੇ ਪੰਜਾਬ ਦੇ ਵਿੱਚ ਬਾਹਰ ਨਹੀਂ ਜਾ ਰਹੇ। ਸੋ ਅੱਜ ਦਾ ਜੋ ਅਸੀਂ ਟੌਪਿਕ ਚੁਣਿਆ ਉਹ ਤੁਹਾਨੂੰ ਇੱਕ ਟੈਸਟ ਦੀ ਇੰਟਰੋਡਕਸ਼ਨ ਦੇਣ ਲਈ, ਇੱਕ ਤੁਹਾਨੂੰ ਪਰਸਪੈਕਟਿਵ ਦੇਣ ਲਈ ਇਹ ਚੁਣਿਆ ਗਿਆ। ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ GRE ਬਾਰੇ ਜਾਣਨਾ। ਤੇ ਸਭ ਤੋਂ ਪਹਿਲਾਂ ਜੀ ਤੁਸੀਂ ਜਸਜੋਤ ਸਿੰਘ ਜੀ ਅੱਗੇ ਕਰ ਦਿਓ ਸਕਰੀਨ। ਹਾਂਜੀ, ਸੋ ਸਭ ਤੋਂ ਪਹਿਲਾਂ ਜੀ ਵਾਟ ਇਜ਼ GRE? GRE ਐਗਜ਼ਾਮ ਹੈ ਕੀ ਹੈ? So graduate record examination is a standardized test by Educational Testing Service ETS. तो ETS ਇੱਕ US ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ, ਇੱਕ ਸੰਸਥਾ ਹੈ ਜਿਹੜੀ ਕਿ ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ ਕੰਡਕਟ ਕਰਦੀ ਹੈ। ਤੇ ਸਟੈਂਡਰਡਾਈਜ਼ਡ ਟੈਸਟ ਤੋਂ ਮੇਰਾ ਮਤਲਬ ਹੈ ਕਿ ਹੁਣ ਜਿਵੇਂ ਅਲੱਗ-ਅਲੱਗ, ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਆ ਜਾਂਦੇ ਹਾਂ ਕਿ GRE ਦੇ ਕੌਣ ਸਕਦਾ ਹੈ। GRE ਹਰ ਉਹ ਬੱਚਾ ਦੇ ਸਕਦਾ ਹੈ ਜਿਹੜਾ ਕਿ ਇੱਕ ਬੈਚਲਰ ਐਜੂਕੇਸ਼ਨ ਜਿਹਨੇ ਕੀਤੀ ਹੈ ਜਾਂ ਜਿਹੜਾ ਇੱਕ ਬੈਚਲਰ ਐਜੂਕੇਸ਼ਨ ਕਰ ਰਿਹਾ ਹੈ। ਤੇ ਉਸ ਇੱਕ ਮਿੰਟ ਬੈਕ ਸਲਾਈਡ ਜੀ। ਤੇ ਜਿਹੜਾ ਬੱਚਾ ਐਜੂਕੇਸ਼ਨ ਉਹ ਕਰ ਰਿਹਾ ਤੇ ਉਹਦੇ ਵਿੱਚ ਹੁਣ ਕੀ ਹੈ ਕਿ ਜਦੋਂ ਆਪਾਂ ਇੱਕ ਬੈਚਲਰਸ ਡਿਗਰੀ ਕਰਦੇ ਹਾਂ ਤੇ ਉਹਦੇ ਵਿੱਚ ਤੁਸੀਂ ਇੱਕ ਅਲੱਗ, ਜਿਵੇਂ ਹੁਣ ਇੱਕ ਯੂਨੀਵਰਸਿਟੀ ਹੈ, ਇੰਟਰਨੈਸ਼ਨਲ ਯੂਨੀਵਰਸਿਟੀ ਹੈ, ਉਹਨੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਬੱਚਿਆਂ ਨੂੰ ਐਡਮਿਸ਼ਨ ਦੇਣੀ ਹੈ। ਤੇ ਉਹ ਯੂਨੀਵਰਸਿਟੀ ਕਿਸ ਤਰ੍ਹਾਂ ਡਿਸਾਈਡ ਕਰੇ ਕਿ ਮੈਂ ਕਿਹੜੇ ਸਟੂਡੈਂਟਸ ਲਵਾਂ। ਸੋ ਸਾਰੇ ਸਟੂਡੈਂਟਸ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਲਈ ਇਹ ਐਗਜ਼ਾਮ ਬਣਾਇਆ, ਕਿਉਂਕਿ ਹਰੇਕ ਯੂਨੀਵਰਸਿਟੀ ਦਾ ਆਪਣਾ ਆਪਣਾ ਪੇਪਰ ਲੈਣ ਦਾ ਤਰੀਕਾ ਹੁੰਦਾ, ਆਪਣਾ ਆਪਣਾ ਸਭ ਕੁਝ ਹੁੰਦਾ। ਤੇ ਇਸ ਕਰਕੇ ਉਹ ਕਈ ਵਾਰੀ ਸਾਨੂੰ ਯੂਨੀਵਰਸਿਟੀ ਨੂੰ ਡਿਸੀਜਨ ਮੇਕ ਕਰਨਾ ਔਖਾ ਹੋ ਜਾਂਦਾ ਹੈ ਕਿ ਅਸੀਂ ਕਿਸ ਬੇਸਿਸ ਤੇ ਡਿਸਾਈਡ ਕਰੀਏ। ਸੋ ETS ਨੇ ਇੱਕ ਟੈਸਟ ਬਣਾਇਆ, ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ, ਜਿਹੜਾ ਕਿ ਇੱਕ ਸਟੈਂਡਰਡਾਈਜ਼ਡ ਟੈਸਟ ਹੈ, ਜਿਹੜਾ ਇੱਕ ਪਲੇਟਫਾਰਮ ਤੇ ਇੱਕੋ ਜਿਹੇ ਪੇਪਰ ਲੈ ਕੇ ਇੱਕੋ ਜਿਹੇ ਸਕੋਰ ਦੇ ਕੇ ਸਾਰੇ ਬੱਚਿਆਂ ਨੂੰ ਕੰਪੇਅਰ ਕਰਨ ਦਾ ਯੂਨੀਵਰਸਿਟੀਜ਼ ਨੂੰ ਇੱਕ ਜ਼ਰੀਆ ਮਿਲਦਾ। ਸੋ ਇਹ ਤੁਹਾਡੀ ਇੱਕ ਜਦੋਂ ਤੁਸੀਂ ਇੱਕ ਗ੍ਰੈਜੂਏਟ ਪ੍ਰੋਗਰਾਮ ਤੋਂ ਮੇਰਾ ਮਤਲਬ ਹੈ ਮਾਸਟਰਸ ਜਾਂ PhD ਪ੍ਰੋਗਰਾਮ, ਜਦੋਂ ਤੁਸੀਂ ਇੰਟਰਨੈਸ਼ਨਲੀ ਅਪਲਾਈ ਕਰਨਾ ਤਾਂ ਉਦੋਂ ਇਹ ਟੈਸਟ ਤੁਹਾਡੀ ਰਿਕੁਆਇਰਮੈਂਟ ਹੈ। ਨੈਕਸਟ ਸਲਾਈਡ ਜੀ। Who should take the test? Any student who aspires to go for graduate education, masters or PhD abroad. ये already cover हो गया जी। Next slide. ਹੁਣ ਆਪਾਂ ਸਭ ਤੋਂ ਪਹਿਲਾਂ GRE ਟੈਸਟ ਦੇ ਸਟਰਕਚਰ ਦੀ ਗੱਲ ਕਰਦੇ ਹਾਂ। ਤੇ ਜਦੋਂ ਆਪਾਂ ਸਟਰਕਚਰ ਦੀ ਗੱਲ ਕਰਾਂਗੇ ਤੇ ਇਹਦੇ ਵਿੱਚ 3 ਸੈਕਸ਼ਨਸ ਹੁੰਦੇ ਨੇ ਬ੍ਰੌਡਲੀ। ਤੇ ਸਭ ਤੋਂ ਫਰਸਟ ਸੈਕਸ਼ਨ ਇਹਦਾ ਹੁੰਦਾ ਐਨਾਲਿਟੀਕਲ ਰਾਈਟਿੰਗ ਸੈਕਸ਼ਨ। ਇਹਦੇ ਵਿੱਚ 2 ਤੁਹਾਨੂੰ ਐਸੇ ਲਿਖਣ ਲਈ ਕਿਹਾ ਜਾਏਗਾ, 2 ਟਾਸਕ ਦਿੱਤੇ ਜਾਣਗੇ। ਇੱਕ ਹੋਏਗਾ ਐਨਾਲਾਈਜ਼ ਐਂਡ ਇਸ਼ੂ ਟਾਸਕ ਤੇ ਦੂਜਾ ਹੋਏਗਾ ਐਨਾਲਾਈਜ਼ ਐਂਡ ਆਰਗੂਮੈਂਟ ਟਾਸਕ। ਇਹ 30 ਮਿੰਟਸ ਇੱਕ ਟਾਸਕ ਦੇ ਹੋਣਗੇ, ਟੋਟਲ 1 ਘੰਟੇ ਦਾ ਸੈਸ਼ਨ ਹੋਏਗਾ ਜੀ। ਉਸ ਤੋਂ ਬਾਅਦ ਅਗਲਾ ਸੈਸ਼ਨ ਹੈ ਜੀ ਵਰਬਲ ਰੀਜ਼ਨਿੰਗ ਸੈਸ਼ਨ। ਇਹਦੇ ਵਿੱਚ ਅਪਰੋਕਸੀਮੇਟਲੀ ਤੁਹਾਡੇ ਕੋਲ 20 ਕੁਐਸਚਨਸ ਹੋਣਗੇ ਤੇ 30 ਮਿੰਟਸ ਤੁਹਾਨੂੰ ਇਸ ਸੈਕਸ਼ਨ ਦੇ ਵੀ ਮਿਲਣਗੇ ਜੀ। ਤੇ ਇੱਕ GRE ਐਗਜ਼ਾਮ ਦੇ ਵਿੱਚ 2 ਵਰਬਲ ਰੀਜ਼ਨਿੰਗ ਸੈਕਸ਼ਨਸ ਹੋਣਗੇ। ਆਪਾਂ ਇਹਨਾਂ ਸੈਕਸ਼ਨਸ ਦੀ ਡਿਟੇਲ ਆਉਣ ਵਾਲੀਆਂ ਸਲਾਈਡਸ 'ਚ ਕਵਰ ਕਰਾਂਗੇ। ਥਰਡ ਸੈਕਸ਼ਨ ਜਿਹੜਾ ਉਹ ਕੁਆਂਟੀਟੇਟਿਵ ਰੀਜ਼ਨਿੰਗ ਦਾ ਹੋਏਗਾ ਜੀ। ਤੇ ਇਹਦੇ ਵਿੱਚ ਤੁਹਾਡੇ ਕੋਲ ਆਪਾਂ ਜੇ ਸਿੰਪਲ ਲੈਂਗੁਏਜ ਦੇ ਵਿੱਚ ਕਹੀਏ ਤਾਂ ਮੈਥਸ ਦੇ ਕੁਐਸਚਨ ਹੋਣਗੇ, ਵਰਬਲ ਰੀਜ਼ਨਿੰਗ ਸਿੰਪਲ ਇੰਗਲਿਸ਼ ਤੇ ਕੁਆਂਟੀਟੇਟਿਵ ਰੀਜ਼ਨਿੰਗ ਮੈਥਮੈਟਿਕਸ। ਇਹਦੇ ਵਿੱਚ ਵੀ ਅਪਰੋਕਸੀਮੇਟਲੀ 20 ਕੁਐਸਚਨਸ ਹੋਣਗੇ ਤੇ 35 ਮਿੰਟਸ ਤੁਹਾਨੂੰ ਇੱਕ ਸੈਕਸ਼ਨ ਦਾ ਮਿਲੇਗਾ ਇਹ ਸੈਕਸ਼ਨ ਕੰਪਲੀਟ ਕਰਨ ਲਈ। ਸਾਰੇ MCQ ਕੁਐਸਚਨ ਹੁੰਦੇ ਨੇ, ਮਲਟੀਪਲ ਚੋਇਸ ਕੁਐਸਚਨ ਹੁੰਦੇ ਨੇ, ਬਹੁਤ ਰੇਅਰ ਵਿੱਚ ਥੋੜੇ ਬਹੁਤ ਵੈਲਿਊ ਐਂਟਰੀ ਕੁਐਸਚਨਸ ਹੁੰਦੇ ਨੇ ਕੁਆਂਟੀਟੇਟਿਵ ਦੇ ਵਿੱਚ। ਉਹਦੇ 'ਚ ਤੁਸੀਂ ਜੋ ਆਨਸਰ ਆਇਆ ਉਹ ਵੈਲਿਊ ਤੁਸੀਂ ਇਨਪੁਟ ਕਰ ਦੇਣੀ ਹੈ। ਇੱਕ ਹੋਰ ਸੈਸ਼ਨ ਹੁੰਦਾ ਜੀ ਉਹ ਅਨਸਕੋਰਡ ਤੇ ਐਕਸਪੈਰੀਮੈਂਟਲ ਸੈਸ਼ਨ ਹੁੰਦਾ। ਉਹ ਵਰਬਲ ਜਾਂ ਕੁਆਂਟੀਟੇਟਿਵ ਕੋਈ ਵੀ ਸੈਸ਼ਨ ਹੋ ਸਕਦਾ ਤੇ ਉਹਦੇ ਜਿਹੜੇ ਮਾਰਕਸ ਨੇ ਉਹ ਤੁਹਾਡੇ ਸਕੋਰ ਦੇ ਵਿੱਚ ਨਹੀਂ ਜੁੜਦੇ। ਸੋ ਉਹ ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿ ਵਿੱਚੋਂ ਕਿਹੜਾ ਸੈਕਸ਼ਨ
ਤੁਹਾਡੇ ਐਕਸਪੈਰੀਮੈਂਟਲ ਜਾਂ ਰਿਸਰਚ ਸੈਕਸ਼ਨ ਹੈ ਤੇ ਬਟ ਉਹ ਜਸਟ ਤੁਹਾਡੇ ਪੇਪਰ ਦੇ ਵਿੱਚ ਹੁੰਦਾ ਹੈ ਤੇ ਤੁਹਾਨੂੰ ਐਟ ਦੀ ਐਂਡ ਪਤਾ ਲੱਗਦਾ ਹੈ ਕਿ ਕਿਹੜਾ ਸੈਸ਼ਨ ਜਿਹੜਾ ਸੀ ਉਹ ਐਕਸਪੈਰੀਮੈਂਟਲ ਸੀ ਤੇ ਉਹ ਤੁਹਾਡੇ ਸਕੋਰ ਦੇ ਵਿੱਚ ਨਹੀਂ ਜੁੜੇਗਾ। ਨੈਕਸਟ ਸਲਾਈਡ ਜੀ। ਸੋ ਹੁਣ ਆਪਾਂ ਥੋੜਾ ਜਿਹਾ ਹੋਰ ਪੇਪਰ ਦੇ ਸਟਰਕਚਰ ਬਾਰੇ ਜਾਣੀਏ। 4 ਆਵਰਸ ਦਾ ਇਹ ਪੇਪਰ ਹੁੰਦਾ ਹੈ ਟੋਟਲ ਤੇ ਇਹਦਾ ਜਿਹੜਾ ਸਕੋਰ ਹੈ ਉਹ 130 to 170 ਪੁਆਇੰਟਸ ਦਾ ਹੁੰਦਾ ਹੈ। ਸੋ ਇਹਦੇ ਚ 1 ਪੁਆਇੰਟ ਇਨਕਰੀਮੈਂਟ ਹੁੰਦੀ ਹੈ ਕਿ ਕੋਈ ਵੀ ਤੁਸੀਂ ਜਦੋਂ ਸਕੋਰ ਆਏਗਾ ਤੁਹਾਡਾ 150 151 ਇਦਾਂ ਆਏਗਾ, 150.5 ਨਹੀਂ ਆ ਸਕਦਾ, 11 ਪੁਆਇੰਟਸ ਦੀ ਇਨਕਰੀਮੈਂਟ ਹੁੰਦੀ ਹੈ ਵਰਬਲ ਤੇ ਕੁਆਂਟੀਟੇਟਿਵ ਦੇ ਵਿੱਚ। ਤੇ ਐਨਾਲਿਟੀਕਲ ਰਾਈਟਿੰਗ ਜਿਹੜੀ ਹੈ ਉਹ 0 to 6 ਦੇ ਸਕੇਲ ਤੇ ਹੁੰਦਾ। ਇਹਦੇ ਵਿੱਚ ਤੁਹਾਡੇ 3 ਮਾਰਕਸ ਆ ਸਕਦੇ ਨੇ, 3.5 ਆ ਸਕਦੇ ਨੇ, ਤੁਹਾਡਾ ਸਕੋਰ 4 ਆ ਸਕਦਾ ਹੈ, ਐਦਾਂ ਸਕੋਰਸ ਆਉਂਦੇ ਨੇ। ਤੇ ਕਮਾਲ ਦੀ ਗੱਲ ਤੁਸੀਂ ਇਹ ਦੇਖੋ ਕਿ ਜੀਆਰਈ ਦੇ ਵਿੱਚ ਤੁਸੀਂ ਕਦੇ ਵੀ 0 ਨਹੀਂ ਸਕੋਰ ਕਰ ਸਕਦੇ ਜਿਹੜਾ ਮੇਨ ਪੇਪਰ ਹੈ। ਐਨਾਲਿਟੀਕਲ ਰਾਈਟਿੰਗ ਦੇ ਵਿੱਚ ਇੱਕ ਅਲੱਗ ਤੋਂ ਸਕੋਰ ਆਉਂਦਾ ਹੈ, ਬਟ ਜਿਹੜਾ ਮੇਨ ਪੇਪਰ ਹੈ ਉਹ 340 ਮਾਰਕਸ ਦਾ ਹੁੰਦਾ ਹੈ। 170 ਫॉर ਵਰਬਲ ਤੇ 170 ਫॉर ਕੁਆਂਟੀਟੇਟਿਵ। 170 ਤੇ 170 340 ਹੋ ਗਏ ਜੀ। ਤੇ ਉਹਦੇ ਚ ਤੁਹਾਡੇ 130 ਤੇ 130 ਤੁਹਾਡੇ ਆਣੇ ਹੀ ਆਣੇ ਨੇ। ਜਿਸ ਕਿਸੇ ਦਾ 0 ਅਟੈਂਪਟ ਹੈ ਉਹਦੇ 130 ਤੇ 130 ਦੋਨਾਂ ਚੋਂ ਆਣਗੇ, ਵਰਬਲ ਤੇ ਕੁਆਂਟੀਟੇਟਿਵ। ਤੇ ਜੋ ਤੁਹਾਡਾ ਸਕੋਰ ਆਏਗਾ ਸੋ ਉਹ 260 ਤੋਂ ਲੈ ਕੇ ਤੇ 340 ਤੱਕ ਹੋਏਗਾ। ਅਪ ਟੂ ਡੇਟ ਮਤਲਬ ਜੋ ਇਨਫੋਰਮੇਸ਼ਨ ਹੈ ਇਹ ਚੇਂਜ ਹੁੰਦਾ ਰਹਿੰਦਾ ਹੈ। ਪਹਿਲਾਂ 1600 ਮਾਰਕਸ ਦਾ ਵੀ ਜੀਆਰਈ ਹੋਇਆ ਕਰਦਾ ਸੀ। ਸੋ ਇਹ ਜਿਹੜਾ ਟੈਸਟ ਹੈ ਇਹ ਮਲਟੀ ਸਟੇਜ ਟੈਸਟ ਹੈ, a computer based format that allows students to navigate forward and backward within each section of the test। ਤੇ ਇਹਦੇ ਚ 6 ਸੈਕਸ਼ਨਸ ਨੇ, ਉਹ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਇੱਕ ਐਨਾਲਿਟੀਕਲ ਰਾਈਟਿੰਗ ਸੈਕਸ਼ਨ ਆਏਗਾ, ਫਿਰ ਉਸ ਤੋਂ ਬਾਅਦ 2 ਵਰਬਲ 2 ਕੁਆਂਟੀਟੇਟਿਵ, ਲਾਸਟ ਦੇ ਵਿੱਚ ਇੱਕ ਐਕਸਪੈਰੀਮੈਂਟਲ ਔਰ ਰਿਸਰਚ ਸੈਕਸ਼ਨ। ਫਿਰ ਇੱਕ ਬ੍ਰੇਕ ਵੀ ਹੁੰਦੀ ਹੈ ਥਰੂ ਆਊਟ ਦਾ ਪੇਪਰ, ਉਹ ਤੁਹਾਡਾ 3rd ਸੈਕਸ਼ਨ ਤੋਂ ਬਾਅਦ ਹੁੰਦੀ ਹੈ, ਇਨ ਬਿਟਵੀਨ ਹੁੰਦੀ ਹੈ, ਤੇ 1 ਮਿੰਟ ਬ੍ਰੇਕ ਹਰ ਸੈਕਸ਼ਨ ਦੇ ਬਾਅਦ ਹੁੰਦੀ ਹੈ। ਤੁਸੀਂ ਜੇ ਤੁਹਾਡੇ ਕੋਲ ਕੋਈ ਕੁਐਸਚਨਸ ਹੋਣ ਤੁਸੀਂ ਪਲੀਜ਼ ਨਾਲ ਦੀ ਨਾਲ ਨੋਟ ਕਰੀ ਜਾਓ, ਐਂਡ ਤੇ ਆਪਾਂ ਕੁਐਸਚਨ ਆਨਸਰ ਸੈਸ਼ਨ ਰੱਖਾਂਗੇ ਤੇ ਕੁਐਸਚਨਸ ਪੁੱਛਣੇ ਬਹੁਤ ਇੰਪੋਰਟੈਂਟ ਨੇ ਤਾਂ ਹੀ ਤੁਹਾਨੂੰ ਕਲੈਰਿਟੀ ਹੋਏਗੀ ਜੀ। ਉਸ ਤੋਂ ਬਾਅਦ ਜੀ ਐਨਾਲਿਟੀਕਲ ਸੈਕਸ਼ਨ 1 ਸੈਕਸ਼ਨ 230 ਮਿੰਟ ਟਾਸਕਸ, ਵਰਬਲ ਰੀਜ਼ਨਿੰਗ 230 ਮਿੰਟ ਸੈਕਸ਼ਨਸ ਵਿਦ ਅਪਰੋਕਸੀਮੇਟਲੀ 20 ਕੁਐਸਚਨਸ, quantitative reasoning 235 sections with approximately 20 questions। ਸੋ ਇਹ ਆਪਾਂ ਸਾਰੀ ਗੱਲ ਕਰ ਚੁੱਕੇ ਹਾਂ। ਨੈਕਸਟ ਸਲਾਈਡ ਜੀ। ਵਰਬਲ ਰੀਜ਼ਨਿੰਗ ਸੈਕਸ਼ਨ। ਸੋ ਜਿਹੜਾ ਪਹਿਲਾ ਸੈਕਸ਼ਨ ਹੈ ਉਹ ਵਰਬਲ ਰੀਜ਼ਨਿੰਗ ਸੈਕਸ਼ਨ ਤੇ ਆਪਾਂ ਆ ਜਾਂਦੇ ਹਾਂ। ਉਹਦਾ ਕੀ ਫੰਕਸ਼ਨ ਹੈ? ਇਟ ਅਸੈਸਿਸ ਯੋਰ ਐਬਿਲਿਟੀ ਟੂ ਐਨਾਲਾਈਜ਼ ਐਂਡ ਇਵੈਲੂਏਟ written material and synthesize information obtained from it। ਸੋ ਜਿਹੜਾ ਵੀ ਤੁਹਾਡੇ ਕੋਲ ਉੱਥੇ ਰਿਟਨ ਮਟੀਰੀਅਲ, ਕੋਈ ਐਸੇ, ਕੋਈ ਪੈਰਾਗ੍ਰਾਫ ਪਿਆ ਜਾਂ ਕੋਈ ਸੈਂਟੈਂਸ ਹੈ ਜੋ ਪੇਪਰ ਦੇ ਵਿੱਚ ਆਇਆ, ਉਹਨੂੰ ਤੁਸੀਂ ਐਨਾਲਾਈਜ਼ ਕਰ ਸਕਦੇ ਹੋ, ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਮੀਨਿੰਗ ਕੀ ਹੈ, ਉਹਦੇ ਚੋਂ ਕੁਝ ਇਨਫਰੈਂਸ ਕ੍ਰੀਏਟ ਕਰ ਸਕਦੇ ਹੋ ਕਿ ਹਾਂਜੀ ਇਹਦਾ ਮਤਲਬ ਇਹ ਹੈ, ਉਸ ਚੀਜ਼ ਲਈ ਹੈ। ਤੇ ਐਨਾਲਾਈਜ਼ ਰਿਲੇਸ਼ਨਸ਼ਿਪਸ ਅਮੰਗ ਕੰਪੋਨੈਂਟ ਪਾਰਟਸ ਆਫ ਸੈਂਟੈਂਸਸ, ਕਿ ਜਿਵੇਂ ਇੱਕ ਸੈਂਟੈਂਸ ਦੇ ਵਿੱਚ ਕੁਝ ਪਾਰਟਸ ਹੁੰਦੇ ਨੇ, ਛੋਟੇ ਛੋਟੇ ਪਾਰਟਸ ਹੁੰਦੇ ਨੇ ਜਿਨ੍ਹਾਂ ਨੂੰ ਮਿਲਾ ਕੇ ਇੱਕ ਪੂਰਾ ਸੈਂਟੈਂਸ ਬਣਦਾ, ਉਹਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ। ਤੇ ਰੈਕਗਨਾਈਜ਼ ਰਿਲੇਸ਼ਨਸ਼ਿਪਸ ਅਮੰਗ ਵਰਡਸ ਐਂਡ ਕਨਸੈਪਟਸ, ਜਦੋਂ ਤੁਸੀਂ ਵਰਡਸ ਇੱਕ ਸੈਂਟੈਂਸ ਦੇ ਵਿੱਚ ਯੂਜ਼ ਕਰਦੇ ਹੋ ਤੇ ਉਹਨਾਂ ਦਾ ਆਪਸ ਦੇ ਵਿੱਚ ਕਿਵੇਂ ਰਿਲੇਸ਼ਨ ਹੁੰਦਾ ਹੈ, ਉਸ ਚੀਜ਼ਾਂ ਨੂੰ ਆਪਾਂ ਇੱਕ ਐਗਜ਼ਾਮਪਲ ਕਰਾਂਗੇ ਵਰਬਲ ਰੀਜ਼ਨਿੰਗ ਸੈਕਸ਼ਨ ਦੀ, ਉਹਦੇ ਨਾਲ ਹੋਰ ਕਲੀਅਰ ਹੋਏਗਾ। ਨੈਕਸਟ ਸਲਾਈਡ ਜੀ। ਸੋ ਇਹ ਵਰਬਲ ਰੀਜ਼ਨਿੰਗ ਦੇ ਵਿੱਚ ਤੁਹਾਡੇ ਕੋਲ 3 ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ। ਰੀਡਿੰਗ ਕੰਪਰੀਹੈਂਸ਼ਨ ਇੰਡੀਆ ਦੇ ਵਿੱਚ ਕਾਫੀ ਫੇਮਸ ਹੈ, ਕਾਫੀ ਯੂਜ਼ ਹੁੰਦਾ ਹੈ ਐਗਜ਼ਾਮਸ ਦੇ ਵਿੱਚ, ਤੇ ਆਪਾਂ ਰੀਡਿੰਗ ਕੰਪਰੀਹੈਂਸ਼ਨ ਤੇ ਜ਼ਿਆਦਾ ਗੱਲ ਨਹੀਂ ਕਰਾਂਗੇ। ਤੁਹਾਨੂੰ ਇੱਕ ਪੈਸੇਜ ਦਿੱਤਾ ਹੋਏਗਾ, ਨੀਚੇ ਕੁਐਸਚਨਸ ਹੋਣਗੇ, ਤੁਸੀਂ ਪੈਸੇਜ ਨੂੰ ਧਿਆਨ ਨਾਲ ਪੜ੍ਹੋ, ਉਹ ਕੁਐਸਚਨਸ ਮਲਟੀਪਲ ਚੋਇਸ ਕੁਐਸਚਨਸ ਹੋਣਗੇ ਤੇ ਤੁਸੀਂ ਉਹ ਆਨਸਰ ਕਰ ਪਾਓਗੇ। ਨੈਕਸਟ ਟਾਈਪ ਆਫ ਕੁਐਸਚਨ ਆ ਜਾਂਦੇ ਜੀ ਟੈਕਸਟ ਕੰਪਲੀਸ਼ਨ ਕੁਐਸਚਨ। ਇਹ ਸਿੰਪਲ ਆਪਾਂ ਜੇ ਕਹੀਏ ਤਾਂ ਇਹ ਬਲੈਂਕਸ ਹੁੰਦੀਆਂ ਨੇ, ਤੁਹਾਡੇ ਕੋਲ ਇੱਕ ਸੈਂਟੈਂਸ ਹੈ ਵਿੱਚ ਬਲੈਂਕਸ ਨੇ ਜਾਂ ਡੈਸ਼ ਕਹਿ ਲਓ, ਉਹ ਬਲੈਂਕਸ ਹੁੰਦੀਆਂ ਨੇ, ਤੇ ਤੁਸੀਂ ਉਹਦੇ ਵਿੱਚ ਥੱਲੇ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ, ਉਹ ਤੁਸੀਂ ਫਿਲ ਕਰੋਗੇ ਤੇ ਤੁਹਾਡਾ ਟੈਕਸਟ ਕੰਪਲੀਸ਼ਨ ਕੁਐਸਚਨ ਇਦਾਂ ਪੂਰਾ ਹੋ ਜਾਏਗਾ ਜੀ। ਉਸ ਤੋਂ ਬਾਅਦ ਆਉਂਦਾ ਜੀ ਸੈਂਟੈਂਸ ਇਕੁਇਲੈਂਸ।
ਇਹ ਵੀ ਸਿਮਿਲਰ ਟੂ ਟੈਕਸਟ ਕੰਪਲੀਸ਼ਨ ਹੁੰਦਾ ਬਟ ਥੋੜਾ ਜਿਹਾ ਡਿਫਰੈਂਟ ਹੁੰਦਾ। ਆਪਾਂ ਐਗਜ਼ਾਮਪਲ ਕਰਾਂਗੇ ਦੋਨਾਂ ਦੀ, ਟੈਕਸਟ ਕੰਪਲੀਸ਼ਨ ਦੀ ਤੇ ਸੈਂਟੈਂਸ ਸੀਕੁਐਂਸ ਦੀ, ਉਹਦੇ ਨਾਲ ਕਲੀਅਰ ਹੋ ਜਾਏਗਾ ਜੀ। ਨੈਕਸਟ ਸਲਾਈਡ ਜੀ। ਸੋ ਸਭ ਤੋਂ ਪਹਿਲਾਂ ਆਪਾਂ ਇਹ ਕੁਐਸਚਨ ਦੇਖਦੇ ਹਾਂ। vain and prone to violence, Caravaggio could not handle success. The more his dash as an artist increased, the more blank his life became. ਠੀਕ ਹੈ ਜੀ, ਇਦਾਂ ਦਾ ਇੱਕ ਕੁਐਸਚਨ ਤੁਹਾਨੂੰ ਦਿਖੇਗਾ ਜਦੋਂ ਤੁਸੀਂ GRE ਦਾ ਪੇਪਰ ਦੇ ਰਹੇ ਹੋ ਤੇ ਤੁਹਾਡਾ ਵਰਬਲ ਸੈਕਸ਼ਨ ਚੱਲ ਰਿਹਾ, ਇਦਾਂ ਦਾ ਰੈਂਡਮਲੀ ਤੁਹਾਨੂੰ ਕੁਐਸਚਨ ਤੁਹਾਡੀ ਸਕਰੀਨ ਤੇ ਦਿਖੇਗਾ। ਥੱਲੇ ਆਪਸ਼ਨਸ ਦਿੱਤੀਆਂ ਹੋਣਗੀਆਂ ਤੇ ਬਲੈਂਕ 1 ਲਈ 3 ਆਪਸ਼ਨਸ ਅਲੱਗ ਦਿੱਤੀਆਂ ਹੋਣਗੀਆਂ, ਬਲੈਂਕ 2 ਲਈ 3 ਆਪਸ਼ਨਸ ਤੁਹਾਨੂੰ ਅਲੱਗ ਦਿੱਤੀਆਂ ਹੋਣਗੀਆਂ ਜੀ। ਤੇ ਇਹਦੇ ਵਿੱਚ ਤੁਸੀਂ ਜਿਹੜੀਆਂ ਪਹਿਲੀਆਂ 3 ਆਪਸ਼ਨਸ ਨੇ A B C, ਉਹਦੇ ਚੋਂ ਇੱਕ ਨਾਲ ਫਰਸਟ ਬਲੈਂਕ ਫਿਲ ਕਰਨੀ ਹੋਏਗੀ ਤੇ ਜਿਹੜੀਆਂ ਦੂਜੀਆਂ 3 ਆਪਸ਼ਨਸ ਨੇ D E F, ਉਹਨਾਂ ਨਾਲ ਦੂਜੀ ਬਲੈਂਕ ਫਿਲ ਕਰਨੀ ਹੋਏਗੀ। ਸੋ ਇਸ ਕੁਐਸਚਨਸ ਨੂੰ ਹੁਣ ਜਿਹੜੇ ਆਪਣੇ ਇੰਡੀਅਨ ਸਟੂਡੈਂਟਸ ਨੇ ਇਨਕਲੂਡਿੰਗ ਮੀ, ਸਾਰਿਆਂ ਨੂੰ ਮੋਸਟਲੀ ਜਿਹੜਾ ਵਰਬਲ ਸੈਕਸ਼ਨ ਹੁੰਦਾ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਸਾਡੀ ਇੰਨੀ ਸੋਫਿਸਟੀਕੇਟਿਡ ਇੰਗਲਿਸ਼ ਨਹੀਂ ਹੁੰਦੀ ਜਿਹੜੀ ਸਾਡੀ ਸਟੱਡੀ ਰੈਗੂਲਰ ਚੱਲਦੀ ਹੈ, ਸਕੂਲਿੰਗ ਚੱਲਦੀ ਹੈ, ਤੇ ਥੋੜਾ ਜਿਹਾ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਇੱਕ ਵਾਰੀ। ਬਟ ਆਪਾਂ ਜਦੋਂ ਸਲੋ ਇਸ ਸੈਂਟੈਂਸ ਨੂੰ ਤੋੜ ਕੇ ਪੜਾਂਗੇ, ਸਮਝਾਂਗੇ ਤੇ ਆਪਾਂ ਨੂੰ ਸਮਝ ਆਏਗੀ ਜੀ। vain and prone to violence, ਸੋ ਕਿਸੇ ਬੰਦੇ ਦੀ ਗੱਲ ਹੋ ਰਹੀ ਹੈ ਜਿਹੜਾ ਕਿ vain and prone to violence ਹੈ, ਮਤਲਬ ਥੋੜਾ ਲੜਾਕਾ ਹੈ। ਤੇ Caravaggio ਉਸ ਬੰਦੇ ਦਾ ਨਾਮ ਹੈ। could not handle success, ਸੋ could not handle success ਤੋਂ ਬਾਅਦ ਇੱਕ ਕੋਲਨ ਆ ਰਿਹਾ, ਕੋਲਨ ਦਾ ਸਿੰਬਲ ਜਿਹੜੇ ਤੁਹਾਨੂੰ 2 ਡਾਟਸ ਦਿਖ ਰਹੇ ਨੇ। ਕੋਲਨ ਤੋਂ ਪਿੱਛੇ ਜਿਹੜਾ ਸੈਂਟੈਂਸ ਹੁੰਦਾ ਨਾ, Caravaggio could not handle success, ਉਹਨੂੰ ਕੋਲਨ ਤੋਂ ਬਾਅਦ ਵਾਲਾ ਸੈਂਟੈਂਸ ਐਕਸਪਲੇਨ ਕਰਦਾ ਹੈ। ਸੋ ਇਤੋਂ ਆਪਾਂ ਨੂੰ ਕੀ ਆਈਡੀਆ ਲੱਗ ਸਕਦਾ ਹੈ ਕਿ Caravaggio could not handle success, ਇਹੀ ਚੀਜ਼ ਕੋਲਨ ਦੇ ਅਗਲੇ ਪਾਰਟ ਦੇ ਵਿੱਚ ਸਾਨੂੰ ਸਮਝਾਈ ਜਾ ਰਹੀ ਹੈ। So the more his dash as an artist increased, the more his life, the more blank his life became. So ਇੱਥੇ ਆਪਣੇ ਕੋਲ 3 ਆਪਸ਼ਨਸ ਨੇ। ਹੁਣ ਫਿਲਹਾਲ ਕਿਉਂਕਿ ਆਪਾਂ ਨੂੰ ਇਹ ਸਾਰੇ ਵਰਡਸ ਦੇ ਮੀਨਿੰਗ ਨਹੀਂ ਪਤਾ ਤੇ ਆਪਾਂ ਨੂੰ ਬੜਾ ਡਿਫਿਕਲਟ ਲੱਗੇਗਾ ਇਸ ਕੁਐਸਚਨ ਨੂੰ ਸੋਲਵ ਕਰਨਾ। ਬਟ ਜਸਜੋਤ ਸਿੰਘ ਜੀ, ਤੁਸੀਂ ਇੱਕ ਵਾਰੀ ਕਲਿੱਕ ਕਰ ਸਕਦੇ ਹੋ ਨੈਕਸਟ ਸਲਾਈਡ ਵਾਲੇ ਬਟਨ ਤੇ। ਦੇਖੋ ਜਿੱਦਾਂ ਹੀ ਸਾਨੂੰ ਇਹ ਮੀਨਿੰਗਸ ਪਤਾ ਹੋਣਗੇ, ਆਪਾਂ ਅੱਗੇ ਗੱਲ ਕਰਾਂਗੇ ਕਿ ਆਪਾਂ ਕਿੱਦਾਂ ਵੋਕੈਬਲਰੀ ਆਪਣੀ ਇੰਪਰੂਵ ਕਰਨੀ ਹੈ। ਸੋ ਜਿਹੜੇ ਸਾਨੂੰ ਟੈਂਪਰੈਂਸ, ਨੋਟੋਰਿਟੀ, ਐਮੀਨੈਂਸ, ਟਮੁਲਟੂਅਸ, ਪ੍ਰੋਵੀਡੈਂਸ਼ੀਅਲ, ਡਿਸਪੈਸ਼ਨੇਟ, ਇਹ ਮੀਨਿੰਗਸ ਜਦੋਂ ਆਪਾਂ ਨੂੰ ਪਤਾ ਹੋਣਗੇ ਤੇ ਆਪਣਾ ਕੁਐਸਚਨ ਇਹ ਸੋਲਵ ਕਰਨਾ ਬੜਾ ਈਜ਼ੀ ਹੋ ਜਾਏਗਾ। ਤੇ ਆਪਾਂ ਵੋਕੈਬਲਰੀ ਬਿਲਡਿੰਗ ਤਾਂ ਕਰਕੇ ਬੜਾ ਇੰਟੈਗਰਲ ਪਾਰਟ ਹੈ, ਬੜਾ ਜ਼ਰੂਰੀ ਪਾਰਟ ਹੈ GRE ਕਲੀਅਰ ਕਰਨ ਵਾਸਤੇ। ਸੋ ਫਰਸਟ ਵਰਡ ਹੈ ਜੀ ਟੈਂਪਰੈਂਸ, ਤੇ ਟੈਂਪਰੈਂਸ ਦਾ ਮਤਲਬ ਹੁੰਦਾ ਹੈ ਰਿਫਰੇਨਿੰਗ ਵਨਸੈਲਫ ਫਰੋਮ ਇੰਡਲਜਿੰਗ ਇਨ ਸਮਥਿੰਗ। ਸੋ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਇੰਡਲਜ ਨਹੀਂ ਹੁੰਦੇ, ਤੁਸੀਂ ਇੱਕ ਸੈਟਿਸਫਾਈਡ ਜਾਂ ਕਹਿ ਲਓ ਵੀ ਤੁਸੀਂ ਕੋਈ ਪੰਗੇ 'ਚ ਨਹੀਂ ਪੈਣਾ ਚਾਹੁੰਦੇ, ਉਹ ਚੀਜ਼ ਹੁੰਦੀ ਹੈ ਟੈਂਪਰੈਂਸ। ਸੋ ਜਿਵੇਂ ਇੱਕ ਹੁੰਦਾ ਨਾ ਟੈਂਪਰਡ ਗਲਾਸ ਪ੍ਰੋਟੈਕਟਰ, ਸਾਰਿਆਂ ਨੇ ਸੁਣਿਆ ਹੋਣਾ ਜੀ। ਤੇ ਟੈਂਪਰਡ ਗਲਾਸ ਪ੍ਰੋਟੈਕਟਰ ਦਾ ਕੀ ਫੰਕਸ਼ਨ ਹੁੰਦਾ ਹੈ ਕਿ ਉਹ ਛੇਤੀ ਕਿਤੇ ਬ੍ਰੇਕਡਾਊਨ ਨਹੀਂ ਹੁੰਦਾ, ਉਹ ਛੇਤੀ ਕਿਤੇ ਟੁੱਟਦਾ ਨਹੀਂ ਹੈ। ਤੇ ਉਦਾਂ ਹੀ ਇੱਕ ਟੈਂਪਰਡ ਪਰਸਨ ਹੁੰਦਾ, ਉਹਦਾ ਵੀ ਉਹਨੂੰ ਛੇਤੀ ਗੁੱਸਾ ਨਹੀਂ ਆਉਂਦਾ ਜਾਂ ਉਹ ਛੇਤੀ ਟੁੱਟਦਾ ਨਹੀਂ ਹੈ। ਸੋ ਟੈਂਪਰੈਂਸ ਦਾ ਉਹ ਮੀਨਿੰਗ ਹੈ। ਨੋਟੋਰਿਟੀ, ਦ ਸਟੇਟ ਆਫ ਬੀਇੰਗ ਫੇਮਸ ਫॉर ਸਮ ਬੈਡ ਕੁਆਲਿਟੀ ਔਰ ਡੀਡ, ਕਿ ਨੋਟੋਰਿਟੀ ਤੁਸੀਂ ਨੋਟੀ ਤੋਂ ਯਾਦ ਰੱਖ ਸਕਦੇ ਹੋ ਕਿ ਫਲਾਣਾ ਬੰਦਾ ਜੀ ਉਹਦੇ ਇਹ ਮਾੜੇ ਕੰਮ ਕਰਕੇ ਮਸ਼ਹੂਰ ਹੈ, ਤੇ ਉਸ ਤਰ੍ਹਾਂ ਦੀ ਚੀਜ਼ ਹੈ ਜੀ ਨੋਟੋਰਿਟੀ। ਤੇ ਜਦੋਂ ਵੀ ਆਪਾਂ ਵੋਕੈਬਲਰੀ ਬਿਲਡਿੰਗ ਕਰਨੀ ਹੈ, ਜਦੋਂ ਵੀ ਆਪਾਂ ਵੋਕੈਬਲਰੀ ਸਿੱਖਣੀ ਹੈ, ਆਪਾਂ ਇੱਕ ਵਰਡ ਦੇ ਮੀਨਿੰਗਸ ਗੂਗਲ ਤੇ ਸਰਚ ਕਰਕੇ ਮਲਟੀਪਲ ਜਗ੍ਹਾ ਤੋਂ ਪੜ੍ਹਨੇ ਨੇ, ਉਹਦੇ ਸਿਨੋਨਿਮਸ ਪੜ੍ਹਨੇ ਨੇ, ਉਹਦੇ ਐਂਟੋਨਿਮਸ ਪੜ੍ਹਨੇ ਨੇ, ਤਾਂ ਕਿ ਸਾਨੂੰ ਉਸ ਮੀਨਿੰਗ ਦਾ ਕੰਪਲੀਟ ਐਸੈਂਸ ਸਮਝ ਆ ਸਕੇ ਜੀ। ਕਿਉਂਕਿ ਕੋਈ ਵੀ ਤੁਸੀਂ ਵਰਡ ਪੜ੍ਹੋਗੇ ਉਹ ਇੱਕ ਡਿਫਰੈਂਟ ਮੀਨਿੰਗ ਲੈ ਕੇ ਆਏਗਾ, ਤੇ ਉਹਨੂੰ ਸਮਝਣ ਲਈ ਆਪਾਂ ਉਹਦੇ ਮਲਟੀਪਲ ਮੀਨਿੰਗਸ ਪੜ੍ਹਨੇ ਨੇ।
ਤੇ ਉਹਦੇ ਸਿਨੋਨਿਮਸ ਤੇ ਐਂਟੋਨਿਮਸ ਵੀ ਪੜ੍ਹਨੇ ਨੇ, ਉਹਦੇ ਨਾਲ ਬੜੀ ਹੈਲਪ ਹੁੰਦੀ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਐਮੀਨੈਂਸ, ਰੈਕਗਨਾਈਜ਼ਡ ਸੁਪੀਰੀਓਰਿਟੀ। ਸੁਪੀਰੀਓਰਿਟੀ ਯਾਨੀ ਕਿ ਕੁਝ ਖਾਸ, ਕੁਝ ਵੱਡਾ, ਕੁਝ ਬਾਕੀਆਂ ਨਾਲੋਂ ਵਧੀਆ, ਤੇ ਰੈਕਗਨਾਈਜ਼ਡ ਕਿ ਉਹ ਚੀਜ਼ ਮੰਨੀ ਜਾਂਦੀ ਹੈ ਵੀ ਉਸ ਜਗ੍ਹਾ ਦੀ ਫਲਾਣੀ ਚੀਜ਼ ਬਹੁਤ ਵਧੀਆ ਹੈ, ਇਹ ਮੰਨਿਆ ਜਾਂਦਾ, ਦੈਟ ਇਜ਼ ਐਮੀਨੈਂਸ। ਜਾਂ ਉਸ ਬੰਦੇ ਦੀ ਇਹ ਕੁਆਲਿਟੀ ਬਹੁਤ ਵਧੀਆ ਹੈ, ਇਹ ਮੰਨਿਆ ਜਾਂਦਾ ਸਮਾਜ ਦੇ ਵਿੱਚ, ਦੈਟ ਇਜ਼ ਐਮੀਨੈਂਸ। ਉਸ ਤੋਂ ਬਾਅਦ ਆਉਂਦਾ ਜੀ ਟਮਲਟੂਅਸ, ਜਿਵੇਂ ਕਿ ਆਊਟ ਆਫ ਕੰਟਰੋਲ, ਜਿਵੇਂ ਸਮੁੰਦਰ ਦੇ ਵਿੱਚ ਬਹੁਤ ਲਹਿਰਾਂ ਚੱਲ ਰਹੀਆਂ, ਟਮਲਟੂਅਸ ਹੈ, ਕਿਓਸ ਹੈ, ਉਹ ਚੀਜ਼ ਹੁੰਦੀ ਹੈ। ਪ੍ਰੋਵੀਡੈਂਸ਼ੀਅਲ ਇਜ਼ ਫੇਵਰੇਬਲ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਕਿਸੇ ਦਾ ਮੈਨੂੰ ਮਿਲ ਜਾਣਾ ਸੰਜੋਗ ਸੀਗਾ, ਜਾਂ ਫੇਵਰੇਬਲ ਸੀਗਾ, ਮੇਰੇ ਹੱਕ ਦੇ ਵਿੱਚ ਸੀਗਾ, ਜਾਂ ਇੱਕ ਮਤਲਬ ਡਿਵਾਈਨ ਚੀਜ਼ ਨਾਲ ਵੀ ਇਹਨੂੰ ਜੋੜਿਆ ਜਾਂਦਾ। ਸੋ ਉਸ ਤੋਂ ਬਾਅਦ ਆ ਗਿਆ ਜੀ ਡਿਸਪੈਸ਼ਨੇਟ, ਤੇ ਡਿਸਪੈਸ਼ਨੇਟ ਹੁੰਦਾ ਜੀ ਨਾਟ ਇਨਫਲੂਐਂਸਡ ਬਾਈ ਇਮੋਸ਼ਨ, ਕਿ ਜਿਹੜਾ ਬੰਦਾ ਡਿਸਪੈਸ਼ਨੇਟ ਹੁੰਦਾ ਨਾ, ਉਹ ਵਧੀਆ ਰੈਸ਼ਨਲ ਲੌਜੀਕਲ ਡਿਸੀਜਨ ਲੈ ਸਕਦਾ। ਜਿਵੇਂ ਇੱਕ ਜੱਜ ਹੈ, ਉਹ ਇੱਕ ਵਧੀਆ ਤਰ੍ਹਾਂ ਨਾਲ ਡਿਸੀਜਨ ਤਾਂ ਹੀ ਲੈ ਸਕਦਾ ਜੇ ਉਹ ਕੈਰਿਡ ਅਵੇ ਨਾ ਹੋਵੇ ਇਮੋਸ਼ਨਲੀ, ਜਾਂ ਉਹ ਕ੍ਰਿਮੀਨਲ ਦੇ ਜਾਂ ਕਨਵਿਕਟ ਦੇ ਕਿਸੇ ਦੇ ਇਮੋਸ਼ਨਸ ਨਾਲ ਕੈਰਿਡ ਅਵੇ ਨਾ ਹੋਵੇ। ਸੋ ਹੁਣ ਸਾਰਿਆਂ ਨੂੰ ਰਿਕੁਐਸਟ ਹੈ ਜੀ, ਤੁਹਾਡੇ ਕੋਲ ਮੀਨਿੰਗਸ ਹੈਗੇ ਨੇ, ਤੁਹਾਡੇ ਕੋਲ ਸੈਂਟੈਂਸ ਹੈਗਾ, ਤੁਸੀਂ ਚੈਟ ਬਾਕਸ ਦੇ ਵਿੱਚ ਆਨਸਰਸ ਲਿਖ ਸਕਦੇ ਹੋ। 1 ਪਾ ਕੇ ABC ਪਾ ਸਕਦੇ ਹੋ, ਤੇ 2 ਪਾ ਕੇ DEF ਚੋਂ ਇੱਕ ਪਾ ਸਕਦੇ ਹੋ, ਤੇ ਆਪਾਂ ਦੇਖਦੇ ਹਾਂ ਕਿ ਤੁਸੀਂ ਕਿੰਨਾ ਇਸ ਕੁਐਸਚਨ ਨੂੰ ਸਮਝਿਓ ਤੇ ਕਿੰਨਾ ਤੁਸੀਂ ਆਨਸਰ ਕਰ ਸਕਦੇ ਹੋ। ਠੀਕ ਹੈ ਜੀ, ਹੁਣ ਮੈਂ ਹੈਂਡ ਓਵਰ ਕਰਦਾ ਜਸਜੋਤ ਸਿੰਘ ਜੀ ਨੂੰ ਕਿ ਉਹ ਇੱਕ ਵਾਰੀ ਮੋਨੀਟਰ ਕਰਨ ਕਿ ਕੀ ਆਨਸਰਸ ਆ ਰਹੇ ਨੇ, ਕਿਉਂਕਿ ਚੈਟ ਦੇ ਵਿੱਚ ਮੈਂ ਪਹਿਲਾਂ ਵੀ ਦੇਖ ਰਿਹਾ ਕਿ ਕਾਫੀ ਕੁਐਸਚਨਸ ਆ ਰਹੇ ਨੇ ਜੋ ਮੈਂ ਪੜ੍ਹ ਨਹੀਂ ਪਾਇਆ। ਮੇਰੀ ਸਕਰੀਨ ਤੇ ਐਕਚੁਅਲੀ ਸ਼ਾਇਦ ਚੈਟ ਨਹੀਂ ਆ ਰਹੀ ਠੀਕ ਤਰ੍ਹਾਂ। ਹਾਂਜੀ, ਤੇ ਤੁਸੀਂ ਇੱਕ ਵਾਰੀ ਜਸਜੋਤ ਸਿੰਘ ਜੀ ਦੇਖੋ ਕੀ ਆਨਸਰਸ ਆ ਰਹੇ ਨੇ, ਤੇ ਸਾਰਿਆਂ ਲਈ ਇੱਕ ਵਾਰੀ ਬੋਲ ਦਿਓ। ਹਾਂਜੀ, ਆਨਸਰ ਆ ਰਹੇ ਹਨ ਜੀ। BD ਸਹਿਜਵੀਰ ਸਿੰਘ ਜੀ ਲਿਖਦੇ ਨੇ, CE ਹਰਪ੍ਰੀਤ ਕੌਰ ਲਿਖਦੇ ਨੇ, B ਤੇ D ਲਿਖ ਰਹੇ ਨੇ, BD ਆ ਰਹੇ ਨੇ ਵੀਰੇ ਸਭ ਤੋਂ ਜ਼ਿਆਦਾ ਆਨਸਰ। ਮੋਸਟਲੀ B C, ਤੇ D ਆ ਰਹੇ ਨੇ। ਠੀਕ ਹਾਂਜੀ, ਹੈ ਜੀ, ਜਾਂ ਫਿਰ C ਆ ਤੇ ਰਿਹਾ ਫਸਟ ਦਾ ਬਸ। ਓਕੇ ਜੀ। ਹਾਂਜੀ, ਤੇ ਕੋਈ ਐਕਸਪਲੇਨ ਕਰਨਾ ਚਾਹੇਗਾ ਆਪਣਾ ਆਨਸਰ, ਕੋਈ ਵੀ ਆਡੀਅੰਸ ਮੈਂਬਰ? एक हैंड रेस है जी, ओप्पो A5, प्लीज़ अपनी वीडियो ऑन कर लो जी। ਹਾਂਜੀ, एक नरगिस जरीना कर रहे ने हैंड रेस, प्लीज़ अपनी वीडियो ऑन कर लो जी। हाँ जी, ओप्पो A5s। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਨਜੋਤ ਸਿੰਘ ਜੀ। ਹਾਂਜੀ, ਅਸੀਂ ਇਹਦੇ ਚ ਆ ਦੇਖ ਸਕਦੇ ਹਾਂ ਕਿ ਜਿਹੜਾ ਫਰਸਟ ਸੈਂਟੈਂਸ ਹੈ ਉਹ ਦੂਜੇ ਨਾਲ ਰਿਲੇਟਡ ਹੀ, ਉਹਦੇ ਮਤਲਬ ਉਹ ਐਕਸ਼ਨ ਰਿਪਰੈਜ਼ੈਂਟ ਕਰ ਰਿਹਾ ਦੂਜਾ ਜਿਹੜਾ, ਤੇ ਆਪਾਂ ਉਹਦੇ ਚ ਤਾਂ B ਤੇ D ਹੈ ਕਿਉਂਕਿ ਉਹ ਬੈਡ ਕੁਆਲਿਟੀ ਔਰ ਡੀਡ ਨੂੰ ਪਹਿਲਾਂ ਮਤਲਬ ਉਹਦੇ ਚ ਦ ਮੋਰ ਹਿਸ ਦ ਸਟੇਟ ਆਫ ਬੀਇੰਗ ਫੇਮਸ, ਮਤਲਬ ਆਪਣੇ ਆਪ ਨੂੰ ਫੇਮਸ ਤੇ ਬੈਡ ਕੁਆਲਿਟੀ ਡੀਡ ਜੋ ਦੇਖਣਾ ਚਾਹੁੰਦਾ ਸੀਗਾ, ਤੇ ਹੋਰ ਆਊਟ ਆਫ ਕੰਟਰੋਲ ਹੋ ਗਿਆ ਉਹਦੇ ਕਰਕੇ, ਦ ਮੋਰ ਆਊਟ ਆਫ ਕੰਟਰੋਲ ਹਿਸ ਲਾਈਫ ਬਿਕੇਮ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਤੇ ਤੁਸੀਂ ਕੀ ਆਨਸਰ ਦੇ ਰਹੇ ਹੋ? B and D? B and D। ਓਕੇ, ਤੁਹਾਡਾ D ਆਨਸਰ ਜਿਹੜਾ ਸੈਕਿੰਡ ਬਲੈਕ ਦਾ ਆਨਸਰ ਹੈ ਉਹ ਬਿਲਕੁਲ ਠੀਕ ਹੈ। ਇੱਕ ਥੋੜੀ ਜੀ ਆਪਾਂ ਇਹਦੇ 'ਚ ਚੀਜ਼ ਮਤਲਬ ਬਿਲਕੁਲ ਮਾੜੀ ਜੀ ਚੀਜ਼ ਹੈ, ਉਹਨੂੰ ਜੇ ਆਪਾਂ ਨੋਟਿਸ ਕਰਾਂਗੇ ਤੇ ਆਪਾਂ ਨੂੰ ਪਹਿਲੇ ਦਾ ਆਨਸਰ ਥੋੜਾ ਜਿਹਾ ਕਲੀਅਰ ਦਿਖਣਾ ਸ਼ੁਰੂ ਹੋ ਜਾਏਗਾ ਜੀ।
ਜਿਵੇਂ ਹੁਣ ਉਹਨਾਂ ਨੇ ਕਿਹਾ ਕੈਰਾਵੈਜੀਓ ਕੁਡ ਨਾਟ ਹੈਂਡਲ ਸਕਸੈਸ। ਸੋ ਆਪਾਂ ਕੁਡ ਨਾਟ ਹੈਂਡਲ ਨੂੰ ਆਪਾਂ ਸਮਝ ਲਿਆ, ਬਟ ਉਹਨਾਂ ਨੇ ਸਕਸੈਸ ਵੀ ਯੂਜ਼ ਕੀਤਾ। ਸੋ ਇਹਦਾ ਮਤਲਬ ਕੀ ਹੈ ਕਿ ਉਹ ਸਕਸੈਸ ਵੱਲ ਵੱਧ ਰਿਹਾ ਸੀਗਾ। ਸੋ ਜੋ ਵੀ ਆਪਣੇ ਕੋਲ ਇਨਫੋਰਮੇਸ਼ਨ ਹੈਗੀ ਆ ਉਹਨੂੰ ਆਪਾਂ ਪੂਰੀ ਤਰ੍ਹਾਂ ਯੂਟਿਲਾਈਜ਼ ਕਰਨਾ ਹੈ। ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸੀ ਐਮੀਨੈਂਸ ਤੇ ਡੀ ਟਮਲਟੂਅਸ ਹੈ। ਉਹ ਇਸ ਕਰਕੇ ਕਿਉਂਕਿ ਉਹ ਆਪਣੀ ਸਕਸੈਸ ਨੂੰ ਹੈਂਡਲ ਨਹੀਂ ਕਰ ਸਕਿਆ। ਇਸੇ ਚੀਜ਼ ਨੂੰ ਹੀ ਆਪਾਂ ਅਗਲੇ ਸੈਂਟੈਂਸ ਦੇ ਵਿੱਚ ਡਿਸਕ੍ਰਾਈਬ ਕਰਨਾ ਸੀਗਾ, ਕਿਉਂਕਿ ਕੋਲਨ ਦਾ ਇਹ ਫੰਕਸ਼ਨ ਹੁੰਦਾ ਹੈ ਕਿ ਜੋ ਕੋਲਨ ਤੋਂ ਪਿਛਲਾ ਸੈਂਟੈਂਸ ਹੁੰਦਾ ਹੈ ਉਹੀ ਕੋਲਨ ਤੋਂ ਅਗਲਾ ਸੈਂਟੈਂਸ ਡਿਸਕ੍ਰਾਈਬ ਕਰਦਾ ਹੈ, ਥੋੜਾ ਖੋਲ ਕੇ ਉਹਨੂੰ, ਥੋੜਾ ਐਕਸਪਲੇਨੇਟਰੀ ਫਾਰਮ ਦੇ ਵਿੱਚ। ਸੋ ਆਪਾਂ ਇੱਥੇ ਲਿਖਾਂਗੇ ਦ ਮੋਰ ਹਿਜ਼ ਐਮੀਨੈਂਸ ਯਾਨੀ ਜਿੱਦਾਂ ਜਿੱਦਾਂ ਉਹਦੀ ਕਰੀਅਰ ਵੱਧ ਰਿਹਾ ਸੀਗਾ, ਜਿੱਦਾਂ ਜਿੱਦਾਂ ਉਹ ਸਕਸੈਸ ਹੋ ਰਿਹਾ ਸੀਗਾ, the more his eminence as an artist increased, the more tumultuous his life became। ਠੀਕ ਹੈ ਜੀ, ਸਾਰਿਆਂ ਨੂੰ ਕਲੀਅਰ ਹੈ ਜੀ? ਚਲੋ ਜੀ, ਜਸਜੋਤ ਸਿੰਘ ਜੀ ਨੈਕਸਟ ਸਲਾਈਡ ਤੇ ਕਰ ਦਿਓ ਜੀ। ਹਾਂਜੀ, ਹੁਣ ਇਹ ਸੈਂਟੈਂਸ ਇਕੁਇਵਲੈਂਸ ਦਾ ਕੁਐਸਚਨ ਹੈ ਜੀ। ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਫਿਲ ਇਨ ਦਾ ਬਲੈਂਕ ਹੀ ਹੈ, ਬਟ ਇਹਦੇ 'ਚ ਥੋੜਾ ਜਿਹਾ ਇੱਕ ਡਿਫਰੈਂਸ ਆਉਂਦਾ ਹੈ ਕਿ ਤੁਸੀਂ ਇਹ 6 ਆਪਸ਼ਨਾਂ ਚੋਂ ਕੋਈ 2 ਵਰਡ ਐਸੇ ਚੁਣਨੇ ਨੇ ਜਿਹੜੇ ਕਿ ਇਸ ਬਲੈਂਕ ਨੂੰ ਸੈਟੀਸਫਾਈ ਕਰ ਸਕਣ, ਜਿਹੜੇ ਕਿ ਬਾਕੀ ਦੇ ਸੈਂਟੈਂਸ ਨਾਲ ਮਿਲ ਸਕਣ। Although it does contain some pioneering ideas, one would hardly characterize the work as dash। So ਇਹਦੇ 'ਚ ਫਸਟ ਆਪਸ਼ਨ ਹੈਗੀ ਹੈ ਜੀ orthodox, ਸੈਕੰਡ ਆਪਸ਼ਨ ਹੈਗੀ ਹੈ ਜੀ eccentric, ਥਰਡ ਆਪਸ਼ਨ ਹੈਗੀ ਹੈ ਜੀ original, D trifling, E conventional, F innovative। ਸੋ ਕੋਈ ਜਣਾ ਟਰਾਈ ਕਰਨਾ ਚਾਹੇਗਾ ਕਿ ਇਹ ਵਰਡਸ ਦਾ ਮੀਨਿੰਗ ਕੀ ਹੈ? ਹਾਂਜੀ, ਪਾਇਓਨੀਅਰਿੰਗ ਦਾ ਮੀਨਿੰਗ ਪੁੱਛਿਆ ਜਾ ਰਿਹਾ ਹੈ। ਪਾਇਓਨੀਅਰਿੰਗ ਦਾ ਮੀਨਿੰਗ ਹੁੰਦਾ, ਪਾਇਓਨੀਅਰਿੰਗ ਇੱਥੇ ਬੜਾ ਇੰਪੋਰਟੈਂਟ ਵਰਡ ਹੈ। ਜਿਨ੍ਹਾਂ ਨੇ ਵੀ ਪਾਇਓਨੀਅਰਿੰਗ ਦਾ ਮੀਨਿੰਗ ਪੁੱਛਿਆ, ਬੜਾ ਇੰਪੋਰਟੈਂਟ ਕੁਐਸਚਨ ਹੈ। although it does contain some pioneering ideas, pioneering ਮਤਲਬ ਨਿਊ ਆਈਡੀਆਜ਼, ਜਿਹਨੂੰ ਆਪਾਂ ਵੀ ਇੱਕ ਜਿਵੇਂ ਛੋਟਾ ਪੌਦਾ ਹੁੰਦਾ ਨਾ, ਜਦੋਂ ਆਪਾਂ ਉਹ ਲਗਾਉਂਦੇ ਹਾਂ ਤੇ ਉਹ ਵੱਡਾ ਹੋ ਜਾਂਦਾ, ਇੱਦਾਂ ਨਵੀਂ ਚੀਜ਼। although it does contain some pioneering ideas, one would hardly characterize the work as, ਅੱਗੋਂ ਆਪਸ਼ਨਸ ਨੇ ਜੀ। ਕੋਈ ਜਣਾ ਹੈਂਡ ਰੇਜ਼ ਕਰ ਸਕਦਾ ਹੈ ਜੀ ਜਿਹੜਾ ਟਰਾਈ ਕਰਨਾ ਚਾਹੇ ਇਸ ਕੁਐਸਚਨ ਨੂੰ ਲਾਈਵ ਹੋ ਕੇ? ਹਾਂਜੀ, ਹੈਂਡ ਰੇਜ਼ ਹੈ ਜੀ ਜਸਜੋਤ ਸਿੰਘ ਜੀ। ਹਾਂਜੀ, ਮਨਮੀਤ ਕੌਰ ਜੀ ਦਾ ਹੈਂਡ ਰੇਜ਼ ਹੈ ਜੀ। ਬੋਲੋ ਜੀ ਮਨਮੀਤ ਕੌਰ ਜੀ। ਹਾਂਜੀ ਮਨਮੀਤ ਕੌਰ ਜੀ। ਵੀਰੇ ਚੈਟ ਵਿੱਚ ਵੀ ਆਨਸਰਸ ਆ ਰਹੇ ਨੇ, ਸੀ ਤੇ ਐਫ ਕਰਕੇ ਆਨਸਰਸ ਆ ਰਹੇ ਨੇ ਚੈਟ ਵਿੱਚ। ਅੱਛਾ ਜੀ। ਜਗਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇਸ ਦਾ ਜੋ ਜੇ ਆਪਾਂ ਸੋਚੀਏ ਕਿ ਆਪਾਂ ਉਸ ਏਰੀਏ ਦਾ ਆਪਾਂ ਮਤਲਬ ਹੈ तो ना इनकॉज हार्डली ਆਪਾਂ ਇਹਨੂੰ ਪ੍ਰੈਕਟਿਸ ਕਰ ਸਕਦੇ ਹਾਂ। ਸੋ ਇਹਦੇ ਲਈ ਮਨਮੀਤ ਕੌਰ ਜੀ ਤੁਸੀਂ ਆਡੀਬਲ ਨਹੀਂ ਹੋ। ਹਾਂਜੀ, ਦੁਬਾਰਾ ਅਨਮਿਊਟ ਕਰਕੇ ਦੇਖੋ ਜੀ। ਹਾਂਜੀ, ਵੀਰ ਜੀ ਜਪਨਜੋਤ ਸਿੰਘ ਜੀ ਦਾ ਹੈਂਡ ਰੇਸ ਹੈ ਜੀ। ਹਾਂਜੀ ਜਪਨ ਜੀ। ਵੀਰ ਜੀ ਅਸੀਂ ਇਹਦੇ ਅੰਦਰ ਆਪੋਜ਼ਿਟ ਥੋੜਾ ਜਿਹਾ ਪਾਇਨੀਅਰਿੰਗ ਦਾ ਆਪੋਜ਼ਿਟ ਲੈਣਾ ਕਿ ਜਿਹੜਾ ਨਿਊ ਥਿੰਗ ਹੈ ਉਹਦੇ ਆਪੋਜ਼ਿਟ।
ਤੇ ਹਮ। ਆਈ ਫੀਲ ਕਿ ਇਹਦਾ ਆਨਸਰ ਹੋਏਗਾ ਆਰਥੋਡਾਕਸ ਤੇ ਕਨਵੈਨਸ਼ਨਲ, ਏ ਤੇ ਈ। Orthodox is which is not very innovative, and conventional is also normal, ਕਿ ordinary, ਕਿ ਹਾਂਜੀ ਆਪਾਂ ਉਹਨੂੰ characterize conventional ਕੀਤਾ ਬਿਲਕੁਲ ਕਿ ਜੀ, ਭਾਵੇਂ ਉਹਦੇ ਆਈਡੀਆਜ਼ ਬਿਲਕੁਲ ਨਵੇਂ ਜੀ, ਸੀਗੇ ਤਾਂ ਵੀ ਉਹਨੂੰ ਬਿਲਕੁਲ ਅਸੀਂ ਬਿਲਕੁਲ। ਆਪਾਂ ਨਾਰਮਲੀ ਉਹਨੂੰ characterize ਕੀਤਾ। ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਇਹਦੇ 'ਚ ਸੋ ਤੁਸੀਂ ਦੇਖੋ GRE ਦੇ ਕੁਐਸਚਨਸ ਜਿਹੜੇ ਨੇ ਨਾ, ਉਹਨਾਂ 'ਚ ਇੱਕ ਟਵਿਸਟ ਹੁੰਦਾ ਹੈ ਜਾਂ ਇੱਕ ਟ੍ਰਿਕ ਹੁੰਦੀ ਹੈ। ਸੋ ਦੋਨੋਂ ਕੁਐਸਚਨਸ ਹੀ ਆਪਾਂ ਨੂੰ ਬੜੇ ਸਿੰਪਲ ਲੱਗ ਰਹੇ ਸੀ, ਭਾਵੇਂ ਪਿਛਲਾ ਕੁਐਸਚਨ ਵੀ ਸੀਗਾ, ਭਾਵੇਂ ਇਹ ਵੀ ਕੁਐਸਚਨ ਸੀਗਾ। ਤੁਹਾਨੂੰ ਵਨਸ ਯੂ ਨੋ ਦਾ ਮੀਨਿੰਗਸ, ਤੁਹਾਨੂੰ ਜੇ ਮੀਨਿੰਗਸ ਪਤਾ ਨਹੀਂ ਤਾਂ ਕੁਐਸਚਨਸ ਦੇਖਣ ਨੂੰ ਬੜੇ ਸਿੰਪਲ ਲੱਗਦੇ ਨੇ, ਬਟ ਉਹਨਾਂ ਦੇ ਵਿੱਚ ਇੱਕ ਟ੍ਰਿਕ ਹੁੰਦੀ ਹੈ। ਹੁਣ ਜਿਵੇਂ ਪਹਿਲਾ ਜਿਹੜਾ ਆਲਦੋ ਵਰਡ ਯੂਜ਼ ਹੋ ਰਿਹਾ, ਉਹ ਸਾਨੂੰ ਦੱਸਦਾ ਹੈ ਕਿ ਅਸੀਂ ਪਾਇਓਨੀਅਰਿੰਗ ਦਾ ਆਪੋਜ਼ਿਟ ਵਰਡ ਲੈਣਾ। ਸੋ ਪਾਇਓਨੀਅਰਿੰਗ ਇਜ਼ ਨਵਾਂ, ਕੁਛ ਨਵਾਂ ਬੰਦਾ ਰਿਸਰਚ ਕਰ ਰਿਹਾ, ਕੁਝ ਨਵੇਂ ਆਈਡੀਆਜ਼ ਲੈ ਕੇ ਆਇਆ। ਸੋ ਆਲਦੋ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਇਹਦੇ ਆਪੋਜ਼ਿਟ ਜਾਣਾ। ਬਟ ਅਗਲੇ ਪਾਰਟ ਦੇ ਵਿੱਚ ਸੈਂਟੈਂਸ ਦੇ ਵਨ ਵੁੱਡ ਹਾਰਡਲੀ ਕਰੈਕਟਰਾਈਜ਼ ਦਾ ਵਰਕ ਐਜ਼ ਦਿਸ। ਵਨ ਵੁੱਡ ਹਾਰਡਲੀ ਦਾ ਮਤਲਬ ਹੈ ਕਿ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਜਿਵੇਂ ਆਪਾਂ ਕਹਿੰਦੇ ਹਾਂ ਹਾਰਡਲੀ ਵਰਕਿੰਗ, ਹਾਰਡਲੀ ਵਰਕਿੰਗ ਦਾ ਮਤਲਬ ਹੁੰਦਾ ਹੈ ਕਿ ਇਹ ਬੰਦਾ ਬਹੁਤ ਘੱਟ ਕੰਮ ਕਰ ਰਿਹਾ ਹੈ, ਕੰਮ ਹੀ ਨਹੀਂ ਕਰ ਰਿਹਾ। ਸੋ ਜਦੋਂ ਆਪਾਂ ਇਦਾਂ ਯੂਜ਼ ਕਰਦੇ ਹਾਂ ਨਾ ਕਿ ਵਨ ਵੁੱਡ ਹਾਰਡਲੀ ਕਰੈਕਟਰਾਈਜ਼ ਦਾ ਵਰਕ ਐਜ਼, ਤਾਂ ਹਾਰਡਲੀ ਆਪਾਂ ਨੂੰ ਦੱਸਦਾ ਕਿ ਆਪਾਂ ਦੁਬਾਰਾ ਆਪੋਜ਼ਿਟ ਕਰ ਦੇਣਾ। ਸੋ ਇੱਕ ਆਪਾਂ ਆਲਦੋ ਨਾਲ ਪਾਇਓਨੀਅਰਿੰਗ ਦਾ ਆਪੋਜ਼ਿਟ ਵਰਡ ਲੈਣਾ, ਉਸ ਤੋਂ ਬਾਅਦ ਜਦੋਂ ਹਾਰਡਲੀ ਆ ਗਿਆ ਤਾਂ ਆਪਾਂ ਫਿਰ ਉਸ ਆਪੋਜ਼ਿਟ ਦਾ ਆਪੋਜ਼ਿਟ ਲੈਣਾ। ਸੋ ਆਪਾਂ ਇੱਕ ਤਰ੍ਹਾਂ ਨਾਲ ਪਾਇਓਨੀਅਰਿੰਗ ਵਰਗਾ ਹੀ ਵਰਡ ਚੁਣਨਾ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ GRE ਦੇ ਕੁਐਸਚਨਸ ਦੇ ਵਿੱਚ, ਕਿ ਤੁਹਾਨੂੰ ਫੋਕਸ ਕਰਨਾ ਪਏਗਾ, ਥੋੜਾ ਧਿਆਨ ਕਰਨਾ ਪਏਗਾ ਕਿ ਕਿਹੜੇ ਕਿਹੜੇ ਇੰਪੋਰਟੈਂਟ ਵਰਡਸ ਨੇ। ਹੁਣ ਜਪਨਜੋਤ ਸਿੰਘ ਜੀ ਨੇ ਬੜੀ ਸਮਾਰਟਲੀ ਆਲਦੋ ਆਈਡੈਂਟੀਫਾਈ ਕਰ ਲਿਆ ਤੇ ਪਾਇਓਨੀਅਰਿੰਗ ਨਾਲ ਉਹਦਾ ਰਿਲੇਸ਼ਨ ਬਣਾਇਆ। ਸੋ ਇਹਦੇ 'ਚ ਉਹਨਾਂ ਨੇ ਦੋ ਵਰਡਸ ਬੜੇ ਇੰਪੋਰਟੈਂਟ ਲੱਭੇ ਇਸ ਪੂਰੇ ਸੈਂਟੈਂਸ 'ਚੋਂ। ਆਪਾਂ ਦੇਖਣਾ ਹੈ ਕਿ ਕੀ ਚੀਜ਼ ਇੰਪੋਰਟੈਂਟ ਹੈ ਜਿਹਦੇ ਬੇਸ ਤੇ ਆਪਾਂ ਡਿਸੀਜਨ ਮੇਕ ਕਰਨਾ ਹੈ। ਬਟ ਕਈ ਵਾਰੀ ਕੁਛ ਨਾ ਕੁਛ ਇਦਾਂ ਦਾ ਰਹਿ ਜਾਂਦਾ ਜਦੋਂ ਆਪਾਂ ਨਵਾਂ ਇਸ ਚੀਜ਼ ਨੂੰ ਦੇਖਦੇ ਹਾਂ, ਜਦੋਂ ਆਪਾਂ ਨਵੀਂ ਪ੍ਰੈਕਟਿਸ ਸ਼ੁਰੂ ਕਰਦੇ ਹਾਂ। ਇਸੇ ਲਈ ਆਪਾਂ ਰੈਗੂਲਰ ਪ੍ਰੈਕਟਿਸ ਕਰਨੀ ਹੈ ਇਹ ਚੀਜ਼ ਸਿੱਖਣ ਲਈ, ਕਿ ਆਪਾਂ ਕੋਈ ਵੀ ਇਦਾਂ ਦੀ ਇੰਪੋਰਟੈਂਟ ਇਨਫੋਰਮੇਸ਼ਨ ਮਿਸ ਨਾ ਕਰੀਏ। ਸੋ ਜਦੋਂ ਆਪਾਂ ਪਾਇਓਨੀਅਰਿੰਗ ਦੇ ਨਾਲ ਆਲਦੋ ਲਗਾਇਆ, ਇੱਕ ਵਾਰੀ ਆਪੋਜ਼ਿਟ ਹੋ ਗਿਆ। ਜਦੋਂ ਹਾਰਡਲੀ ਆ ਗਿਆ ਤਾਂ ਦੋ ਵਾਰੀ ਆਪੋਜ਼ਿਟ ਹੋ ਗਿਆ, ਰਾਈਟ। ਸੋ ਆਪਾਂ ਪਾਇਓਨੀਅਰਿੰਗ ਦੇ ਸਿਮਿਲਰ ਮੀਨਿੰਗ ਯਾਨੀ ਕਿ ਸਿਨੋਨਿਮ ਲੱਭਣਾ। ਸੋ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਇਨੋਵੇਟਿਵ ਤੇ ਓਰੀਜਨਲ ਹੈ ਜੀ। ਇਸੈਂਟਰਿਕ ਹੁੰਦਾ ਡਿਫਰੈਂਟ, ਆਰਥੋਡਾਕਸ ਹੁੰਦਾ ਹੈ ਜੋ ਪੁਰਾਣੇ ਖਿਆਲਾਂ ਦੇ ਹਿਸਾਬ ਨਾਲ ਚੱਲ ਰਿਹਾ, ਕਨਵੈਨਸ਼ਨਲ ਜੋ ਪੁਰਾਣਾ ਚੱਲ ਰਿਹਾ, ਟ੍ਰਿਫਲਿੰਗ ਹੁੰਦਾ ਜੀ, ਟ੍ਰਿਫਲਿੰਗ ਹੁੰਦਾ ਬਹੁਤ ਮਾਮੂਲੀ ਜਿਹਾ ਜਿਹਦਾ ਕੋਈ ਇਫੈਕਟ ਨਾ ਹੋਵੇ। ਸੋ ਇਸ ਕੁਐਸਚਨ ਦੇ ਆਨਸਰ ਨੇ ਜੀ ਓਰੀਜਨਲ ਤੇ ਇਨੋਵੇਟਿਵ। ਨੈਕਸਟ ਸਲਾਈਡ ਜੀ। ਸੋ ਜਿਹੜਾ GRE ਦਾ ਵਰਬਲ ਕੁਐਸਚਨ ਹੈ, ਵਰਬਲ ਸੈਕਸ਼ਨ ਹੈ, ਉਹਦੇ ਤਿੰਨ ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ। ਆਪਾਂ ਰਿਵਾਈਜ਼ ਕਰ ਲਈਏ। ਰੀਡਿੰਗ ਸੈਕਸ਼ਨ ਹੁੰਦਾ, ਟੈਕਸਟ ਕੰਪਲੀਸ਼ਨ ਹੁੰਦੀ ਹੈ, ਤੇ ਤੀਸਰਾ ਕੀ ਸੀਗਾ, ਸੈਂਟੈਂਸ ਸੀਕੁਐਂਸ ਹੁੰਦੀ ਹੈ। ਤੇ ਉਸ ਤੋਂ ਬਾਅਦ ਜਿਹੜੇ ਚੈਟ ਦੇ ਵਿੱਚ ਕੁਐਸਚਨਸ ਆ ਰਹੇ ਨੇ ਜੀ, ਤੁਸੀਂ ਆਪਣੇ ਕੋਲ ਨੋਟ ਕਰ ਲਓ। ਇਸ ਟਾਈਮ ਤੇ ਮੈਂ ਨਾਲ ਚੈਟ ਨਹੀਂ ਰਿਸਪੌਂਡ ਕਰ ਪਾਵਾਂਗਾ, ਤੁਸੀਂ ਆਪਣੇ ਕੋਲ ਨੋਟ ਕਰ ਲਓ। ਆਪਾਂ ਥੋੜੀ ਦੇਰ ਦੇ ਵਿੱਚ ਕੁਐਸਚਨ ਆਨਸਰ ਸੈਸ਼ਨ ਸ਼ੁਰੂ ਕਰਦੇ ਹਾਂ ਜੀ, ਤੇ ਆਪਾਂ ਉਹਦੇ ਵਿੱਚ ਤੁਹਾਡੇ ਸਾਰੇ ਕੁਐਸਚਨਸ ਲਵਾਂਗੇ। ਹਾਊ ਕੁਇਕਲੀ ਕੈਨ ਯੂ ਐਬਜ਼ੌਰਬ ਇਨਫੋਰਮੇਸ਼ਨ। ਸੋ ਇਹਦੇ 'ਚ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੁੰਦਾ ਹੈ ਕਿ ਰੀਡਿੰਗ ਸਪੀਡ ਤੁਹਾਡੀ GRE 'ਚ ਕਾਫੀ ਅੱਛੀ ਹੋਣੀ ਚਾਹੀਦੀ ਹੈ, ਕਿ ਤੁਸੀਂ ਇੱਕ ਯੂਨਿਟ ਟਾਈਮ ਦੇ ਵਿੱਚ, ਇੱਕ ਮਿੰਟ ਦੇ ਵਿੱਚ ਕਿੰਨੇ ਪੇजेस ਪੜ੍ਹ ਸਕਦੇ ਹੋ, ਕਿੰਨੇ ਪੈਰਾਗ੍ਰਾਫ ਪੜ੍ਹ ਸਕਦੇ ਹੋ। ਤੇ ਜਸਜੋਤ ਸਿੰਘ ਜੀ ਤੁਸੀਂ ਇੱਕ ਕਲਿੱਕ ਕਰ ਸਕਦੇ ਹੋ ਨੈਕਸਟ ਵਾਲਾ। ਹਾਂਜੀ, ਤੇ ਕੁਇਕ ਦੇ ਨਾਲ ਕਰੈਕਟਲੀ ਵੀ ਬਹੁਤ ਇੰਪੋਰਟੈਂਟ ਹੈ। ਬੈਕ ਜੀ ਪਲੀਜ਼। ਹਾਊ ਕੁਇਕਲੀ ਕੈਨ ਯੂ ਐਬਜ਼ੌਰਬ ਇਨਫੋਰਮੇਸ਼ਨ ਕਰੈਕਟਲੀ। ਸੋ ਆਪਾਂ ਸਿਰਫ ਇਨਫੋਰਮੇਸ਼ਨ ਕੁਇਕ ਨਹੀਂ ਐਬਜ਼ੌਰਬ ਕਰਨੀ, ਆਪਾਂ ਕਰੈਕਟ ਵੀ ਐਬਜ਼ੌਰਬ ਕਰਨੀ ਹੈ। ਜਿਵੇਂ ਕਿ ਆਪਾਂ ਪਿਛਲੇ ਕੁਐਸਚਨਸ ਦੇਖਿਆ ਕਿ ਜੇ ਆਪਾਂ ਇੱਕ ਕੁਐਸਚਨ ਵੀ ਛੱਡਦੇ ਹਾਂ ਜੀ ਤੇ ਉਹਦੇ ਨਾਲ ਕਿੰਨਾ ਜ਼ਿਆਦਾ ਇੰਪੈਕਟ ਆਉਂਦਾ ਹੈ। ਬਿਲਕੁਲ ਆਪਾਂ ਆਪੋਜ਼ਿਟ ਵਰਡ ਤੇ ਚਲੇ ਜਾਂਦੇ ਹਾਂ। ਸੋ ਹਾਊ ਕੁਇਕਲੀ ਕੈਨ ਯੂ ਐਬਜ਼ੌਰਬ ਇਨਫੋਰਮੇਸ਼ਨ ਕਰੈਕਟਲੀ, that is what matters। ਹਾਂਜੀ, ਇਹ ਚੈਟ ਦੇ ਵਿੱਚ ਕੁਐਸਚਨ ਆ ਰਿਹਾ ਜੀ ਕਿ ਕਿਹੜੀ ਇੰਪੋਰਟੈਂਟ ਥਿੰਗ ਹੈ ਜਿੱਤੇ ਆਪਾਂ ਫੋਕਸ ਕਰਨਾ ਹੈ। ਰੀਡਿੰਗ ਸਪੀਡ ਤੇ ਫੋਕਸ ਕਰਨਾ ਜੀ, ਫॉर ਵਰਬਲ ਸੈਕਸ਼ਨ ਦੀ ਮੈਂ ਗੱਲ ਕਰ ਰਿਹਾ।
ਨੈਕਸਟ ਸਲਾਈਡ ਜਸਜੋਤ ਸਿੰਘ ਜੀ। ਤੇ ਵੋਕੈਬਲਰੀ ਬਿਲਡਿੰਗ ਤੇ ਫੋਕਸ ਕਰਨਾ ਜੀ। ਇਹਦੇ ਚ ਆ ਗਿਆ ਜੀ ਜਨਰਲ ਵੋਕੈਬਲਰੀ ਤੇ ਜੀਆਰਈ ਸਪੈਸੀਫਿਕ ਵੋਕੈਬਲਰੀ। ਹੁਣ ਜਿਹੜੇ ਛੋਟੇ ਬੱਚੇ ਨੇ ਉਹ ਹਜੇ ਜੀਆਰਈ ਦੀ ਸਪੈਸੀਫਿਕਲੀ ਤਿਆਰੀ ਨਾ ਸ਼ੁਰੂ ਕਰਨ, ਉਹ ਇੱਕ ਜਨਰਲ ਵੋਕੈਬਲਰੀ ਤੇ ਤਿਆਰੀ ਸ਼ੁਰੂ ਕਰ ਸਕਦੇ ਨੇ ਜੀ। ਰੀਡ ਬੁੱਕਸ, ਰੀਡ ਨਿਊਜ਼ਪੇਪਰ, ਤੇ ਵੱਧ ਤੋਂ ਵੱਧ ਤੁਹਾਨੂੰ ਕੋਈ ਨਵਾਂ ਵਰਡ ਲੱਭਦਾ ਉਹਦੇ ਡਿਫਰੈਂਟ ਮੀਨਿੰਗਸ ਪੜ੍ਹਨ ਦੀ ਟਰਾਈ ਕਰਿਆ ਕਰੋ ਜੀ। ਡਿਫਰੈਂਟ ਮੀਨਿੰਗਸ, ਉਹਦਾ ਤੁਸੀਂ ਸਿਨੋਨਿਮਸ ਪੜ੍ਹੋ, ਉਹਦੇ ਐਂਟੋਨਿਮਸ ਪੜ੍ਹੋ, ਉਹਨਾਂ ਦੇ ਅੱਗੋਂ ਮੀਨਿੰਗਸ ਪੜ੍ਹੋ। ਤੇ ਵੋਕੈਬਲਰੀ ਤੁਹਾਡੇ ਇੱਕ ਮਤਲਬ ਮਾਈਂਡ ਦੇ ਵਿੱਚ ਮੈਪ ਦੀ ਤਰ੍ਹਾਂ ਹੋਣੀ ਚਾਹੀਦੀ ਕਿ ਇਹ ਵਰਡ ਇਹਦੇ ਨਾਲ ਰਿਲੇਟਡ ਹੈ, ਇਹਦੇ ਨਾਲ ਰਿਲੇਟਡ ਹੈ। ਰੱਟੇ ਵਾਂਗ ਨਹੀਂ ਕਰਨਾ, ਸਮਝ ਕੇ ਕਿ ਅੱਛਾ ਇਹ ਵਰਡ ਇੱਥੇ ਯੂਜ਼ ਹੋ ਰਿਹਾ, ਇਹ ਵਰਡ ਇੱਥੇ ਯੂਜ਼ ਹੋ ਰਿਹਾ, ਤੇ ਇਹ ਕਿੱਦਾਂ ਆਪਾਂ ਵੀ ਆਪਣੀ ਲੈਂਗੁਏਜ ਦੇ ਵਿੱਚ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਤੇ ਦੂਜਾ ਹੁੰਦਾ ਜੀ ਜੀਆਰਈ ਸਪੈਸੀਫਿਕ ਵੋਕੈਬਲਰੀ। ਸੋ ਕੁਝ ਲਿਸਟ ਹੁੰਦੀਆਂ ਨੇ, ਕਈ ਬੁੱਕਸ ਆਪਣੀਆਂ ਲਿਸਟ ਕੱਢਦੀਆਂ ਨੇ, ਕੋਈ ਆਨਲਾਈਨ ਪੋਰਟਲ ਆਪਣੇ ਲਿਸਟ ਕੱਢਦੀਆਂ ਨੇ, ਜਿਨ੍ਹਾਂ 'ਚ ਤੁਸੀਂ ਆਪਣਾ ਉਸ ਸਪੈਸੀਫਿਕ ਵਰਡਸ ਨੂੰ ਯਾਦ ਕਰਕੇ ਉਹਨਾਂ ਨੂੰ ਸਮਝ ਕੇ ਤੇ ਜੀਆਰਈ ਦੀ ਸਪੈਸੀਫਿਕ ਤਿਆਰੀ ਕਰ ਸਕਦੇ ਹੋ ਜੀ। ਨੈਕਸਟ ਸਲਾਈਡ ਜੀ। ਹਾਂਜੀ, ਨੈਕਸਟ ਸਲਾਈਡ ਹੈ ਜੀ ਕੁਆਂਟੀਟੇਟਿਵ ਸੈਕਸ਼ਨ ਤੇ। ਵੋਕੈਬਲਰੀ ਬਿਲਡਿੰਗ ਜਾਂ ਵਰਬਲ ਸੈਕਸ਼ਨ ਇਹ ਇੰਡੀਅਨ ਸਟੂਡੈਂਟਸ ਲਈ ਕਾਫੀ ਇੰਪੋਰਟੈਂਟ ਹੈ। ਕੁਆਂਟੀਟੇਟਿਵ ਸੈਕਸ਼ਨ ਜਿਹੜਾ ਉਹ ਇੰਡੀਅਨ ਸਟੂਡੈਂਟਸ ਦਾ ਕਾਫੀ ਹੱਦ ਤੱਕ ਸਟਰੋਂਗ ਹੁੰਦਾ ਜੀ, ਕਿਉਂਕਿ ਆਪਣੇ ਇੱਥੇ ਮੈਥਮੈਟਿਕਸ ਜੋ ਸਕੂਲ ਦੇ ਵਿੱਚ ਆਪਾਂ ਨੂੰ ਪੜ੍ਹਾਇਆ ਜਾਂਦਾ ਉਹਦੇ ਵਿੱਚ ਆਲਰੇਡੀ ਇਹ ਸਾਰਾ ਕੁਝ ਕਵਰਡ ਹੁੰਦਾ ਜੀ। ਤੇ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੇਗੀ। ਆਪਾਂ ਥੋੜਾ ਜਿਹਾ ਹੁਣ ਤੇਜ਼ ਚੱਲਦੇ ਹਾਂ ਕਿਉਂਕਿ ਐਂਡ ਤੇ ਕੁਐਸਚਨਸ ਮੈਂ ਜ਼ਰੂਰ ਲੈਣਾ ਚਾਹੁੰਦਾ ਜੀ ਤੁਹਾਡੇ, ਤੇ ਸਮਾਂ ਥੋੜਾ ਰਹਿ ਗਿਆ। ਤੇ ਨੈਕਸਟ ਸਲਾਈਡ ਕਰ ਦਿਓ ਜੀ। ਕੁਆਂਟੀਟੇਟਿਵ ਕੁਐਸਚਨਸ ਦੇ ਵਿੱਚ ਤੁਹਾਡਾ ਬੇਸਿਕ ਅਰਿਥਮੈਟਿਕ, ਐਲਜੈਬਰਾ, ਜਿਓਮੈਟਰੀ, ਡਾਟਾ ਐਨਾਲਿਸਿਸ ਹੁੰਦਾ ਜੀ। ਨੈਕਸਟ ਸਲਾਈਡ ਜੀ ਪਲੀਜ਼। ਹੁਣ ਇੱਕ ਸੈਂਪਲ ਕੁਐਸਚਨ ਮੈਂ ਤੁਹਾਨੂੰ ਦਿਖਾਣਾ, ਬਿਲਕੁਲ ਬੇਸਿਕ ਕੁਐਸਚਨ ਹੈ। ਇਹ ਸਾਰਿਆਂ ਨੇ ਕੀਤਾ ਹੋਏਗਾ, 7th 8th ਸਟੈਂਡਰਡ ਦੇ ਬੱਚਿਆਂ ਨੇ, ਉਸ ਤੋਂ ਛੋਟੇ ਬੱਚਿਆਂ ਨੇ ਵੀ ਇਹ ਕੁਐਸਚਨ ਕੀਤਾ ਹੋਏਗਾ ਜੀ। A car got 33 miles per gallon using gasoline that cost $2.95 per gallon। ਜਿਵੇਂ ਇੰਡੀਆ ਦੇ ਵਿੱਚ ਲੀਟਰ ਹੁੰਦਾ ਜੀ, ਯੂਐਸ ਦੇ ਵਿੱਚ ਗੈਲਨ ਚੱਲਦੇ ਨੇ, ਤੇ ਤਾਂ ਕਰਕੇ ਇਹ ਯੂਨਿਟਸ ਯੂਜ਼ ਕੀਤਾ ਗਿਆ। ਤੇ approximately what was the cost in dollars of the gasoline used in driving the car 350 miles। ਸੋ ਇਹ ਬਿਲਕੁਲ ਸਿੰਪਲ ਕੁਐਸਚਨ ਹੈ ਜੀ। ਇਸ ਤੋਂ ਥੋੜਾ ਜਿਹਾ ਟਫ ਹੁੰਦਾ ਜੀਆਰਈ ਐਗਜ਼ਾਮ ਦਾ ਲੈਵਲ, ਤੇ ਬਟ ਮੈਂ ਤੁਹਾਨੂੰ ਇੱਕ ਟ੍ਰਿਕ ਸ਼ੋ ਕਰਨੀ ਸੀ ਤੇ ਤਾਂ ਮੈਂ ਤੁਹਾਨੂੰ ਇਹ ਸਿੰਪਲ ਕੁਐਸਚਨ ਦੇ ਰਿਹਾ ਜੀ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਉਹਨਾਂ ਨੇ ਦੱਸਿਆ ਆਫਟਰ 12th ਚੈਟ ਦੇ ਵਿੱਚ ਕੁਐਸਚਨ ਆ ਰਿਹਾ ਕਿ ਆਫਟਰ 12th ਜੀਆਰਈ ਦਾ ਐਗਜ਼ਾਮ ਦੇ ਸਕਦੇ ਹਾਂ ਕਿ ਨਹੀਂ। ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ। ਆਫਟਰ ਸਲਾਈਡਸ ਖਤਮ ਹੋ ਜਾਣ ਤੇ ਆਪਾਂ ਇਹਦੇ ਬਾਰੇ ਡਿਟੇਲ 'ਚ ਗੱਲ ਕਰਦੇ ਹਾਂ। A car got 33 miles per gallon। ਤੇ ਇਹਦੇ 'ਚ ਤੁਸੀਂ ਸਭ ਤੋਂ ਪਹਿਲੀ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਜਿਹੜੀ ਕਾਰ ਹੈ ਉਹ 33 ਮਾਈਲਸ ਚੱਲੀ 1 ਗੈਲਨ ਪੈਟਰੋਲ ਜਾਂ ਗੈਸੋਲੀਨ ਯੂਜ਼ ਕਰਕੇ, ਤੇ ਉਸ ਦੀ ਕਾਸਟ ਸੀਗੀ $2.95 ਉਹ 1 ਗੈਲਨ ਦੀ। ਤੇ ਤੁਸੀਂ ਇਹ ਦੱਸੋ ਕਿ ਕਿੰਨੀ ਕਾਸਟ ਆਏਗੀ ਪੈਟਰੋਲ ਦੀ ਜੇ ਆਪਾਂ 350 ਮਾਈਲਸ ਜਾਣਾ। ਸੋ ਬਿਲਕੁਲ ਬੇਸਿਕ ਯੂਨਿਟਰੀ ਮੈਥਡ ਆਪਾਂ ਯੂਜ਼ ਕਰਾਂਗੇ ਕਿ 33 ਮਾਈਲਸ ਜੇ ਆਪਾਂ ਚੱਲਣਾ ਸੀਗਾ ਤੇ ਆਪਾਂ ਨੂੰ $2.95 ਲੱਗੇ। ਜੇ ਆਪਾਂ 1 ਮਾਈਲ ਜਾਣਾ ਹੁੰਦਾ ਤਾਂ ਆਪਾਂ ਨੂੰ 2.95 ਡਿਵਾਈਡਡ ਬਾਈ 33 ਲੱਗਦੇ, ਤੇ ਜੇ ਆਪਾਂ 350 ਮਾਈਲਸ ਜਾਣਾ ਤਾਂ ਆਪਾਂ ਨੂੰ 2.95 ਡਿਵਾਈਡਡ ਬਾਈ 33 ਇਨਟੂ $350 ਲੱਗਣੇ ਸੀ। ਬਟ ਹੁਣ ਇਹਦੇ ਟ੍ਰਿਕ ਇਹ ਹੈ ਕਿ ਜੀਆਰਈ ਦੇ ਵਿੱਚ ਤੁਹਾਡਾ ਸਿਰਫ ਐਕੂਰੇਸੀ ਨਹੀਂ ਮੈਟਰ ਕਰਦੀ, ਤੁਹਾਡੀ ਸਪੀਡ ਬਹੁਤ ਮੈਟਰ ਕਰਦੀ ਹੈ। ਸੋ ਜੇ ਆਪਾਂ ਇਸ ਕੁਐਸਚਨ ਨੂੰ ਇੱਦਾਂ ਸੋਲਵ ਕਰਨ ਲੱਗ ਜਾਵਾਂਗੇ ਥਰੂ ਕੈਲਕੂਲੇਸ਼ਨਸ ਤਾਂ ਬਹੁਤ ਟਾਈਮ ਲੱਗੇਗਾ, ਮਤਲਬ ਥੋੜਾ ਜਿਹਾ ਟਾਈਮ ਲੱਗੇਗਾ, ਤੇ ਇੱਕ ਸੈਕਿੰਡ ਇਸ ਚੀਜ਼ ਦੇ ਵਿੱਚ ਮੈਟਰ ਕਰਦਾ ਹੈ। ਸੋ ਇਹਦੇ 'ਚ ਆਪਾਂ ਕੀ ਕਰਾਂਗੇ ਜੀ, 2.95 ਨੂੰ 3 ਮੰਨ ਲਾਂਗੇ ਕਿਉਂਕਿ 2.95 ਇਜ਼ ਵੈਰੀ ਕਲੋਜ਼ ਟੂ 3, ਤੇ ਜਿਹੜਾ 33 ਹੈ ਉਹਨੂੰ 35 ਮੰਨ ਲਾਂਗੇ ਜੀ। ਉਹਦੇ ਨਾਲ ਕੀ ਹੋਏਗਾ, ਥੋੜਾ ਵੈਲਿਊ ਇੰਕਰੀਜ਼ ਕਰਨ ਦੇ ਨਾਲ ਆਪਣੀ ਕੈਲਕੂਲੇਸ਼ਨ ਬਹੁਤ ਈਜ਼ੀ ਹੋ ਜਾਏਗੀ ਜੀ। ਉੱਤੇ ਆਪਾਂ 2.95 ਨੂੰ ਜਦੋਂ 3 ਲਿਖਾਂਗੇ ਤੇ ਥੱਲੇ 33 ਨੂੰ ਜਦੋਂ ਆਪਾਂ 35 ਲਿਖਾਂਗੇ ਤਾਂ ਜਿਹੜਾ 350 ਲਿਖਿਆ ਉਹ 35 into 10 ਵੀ ਆਪਾਂ ਉਹਨੂੰ ਲਿਖ ਸਕਦੇ ਹਾਂ, ਤੇ 35 ਤੇ 35 ਕੈਂਸਲ ਹੋ ਜਾਣਗੇ ਜੀ, ਤੇ ਫਿਰ ਉੱਤੇ ਸਿਰਫ 3 into 10 ਰਹਿ ਜਾਏਗਾ ਜੋ ਕਿ $30 ਹੈ। ਸੋ ਇਦਾਂ ਦੀ ਅਪਰੋਕਸੀਮੇਸ਼ਨ ਜਿਹੜੀ ਹੈ ਜਦੋਂ ਤੁਸੀਂ ਕਾਫੀ ਸਾਰੇ ਕੁਐਸਚਨਸ ਪ੍ਰੈਕਟਿਸ ਕਰੋਗੇ ਜੀ
ਤੇ ਉਹਦੇ 'ਚ ਤੁਸੀਂ ਸਿੱਖ ਜਾਓਗੇ ਕਿ ਕਿੱਦਾਂ ਕੋਈ ਵੀ ਜਿਹੜੀ ਕੈਲਕੂਲੇਸ਼ਨ ਹੈ ਉਹ ਜਲਦੀ ਹੋ ਸਕਦੀ ਹੈ। ਸੋ ਇਹ ਬੜਾ ਸਿੰਪਲ ਕੁਐਸਚਨ ਹੈ, GRE ਦੇ ਵਿੱਚ ਇਸ ਤੋਂ ਥੋੜਾ ਜਿਹਾ ਡਿਫਿਕਲਟ ਕੁਐਸਚਨ ਆਣਗੇ, ਬਟ ਜਿਹੜਾ ਮੇਨ ਗੱਲ ਸੀ ਕਿ ਤੁਹਾਨੂੰ ਇਹ ਟ੍ਰਿਕ ਦੱਸਣੀ ਸੀ ਕਿ ਥੋੜਾ ਜਿਹਾ ਆਪਾਂ ਆਪਣੀ ਕੈਲਕੂਲੇਸ਼ਨਸ ਨੂੰ ਈਜ਼ੀ ਕਿੱਦਾਂ ਕਰ ਸਕਦੇ ਹਾਂ। ਤੇ GRE ਦੇ ਵਿੱਚ ਹਮੇਸ਼ਾ ਇਦਾਂ ਹੁੰਦਾ ਹੈ ਕਿ ਥੋੜੀ ਜਿਹੀ ਮੋਡੀਫਿਕੇਸ਼ਨ ਕਰਨ ਤੇ ਕੈਲਕੂਲੇਸ਼ਨ ਸੁਪਰ ਈਜ਼ੀ ਹੋ ਜਾਂਦੀ ਹੈ। ਨੈਕਸਟ ਸਲਾਈਡ ਜੀ। ਹੁਣ ਆ ਗਿਆ ਜੀ ਐਨਾਲਿਟੀਕਲ ਰਾਈਟਿੰਗ ਸੈਕਸ਼ਨ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡਾ ਆਪਣੇ ਆਈਡੀਆਜ਼ ਨੂੰ ਆਰਟੀਕੂਲੇਟ ਕਰਨ ਦਾ, ਉਹਨਾਂ ਲਈ ਰੀਜ਼ਨ ਦੇਣ ਦਾ, ਤੇ ਤੁਸੀਂ ਕਿੱਦਾਂ ਕੋਈ ਕਲੇਮ ਕਰ ਰਿਹਾ, ਕੋਈ ਕਹਿ ਰਿਹਾ ਕਿ ਇਹ ਚੀਜ਼ ਇਸ ਜਗ੍ਹਾ ਤੇ ਇਦਾਂ ਟਰੂ ਹੈ, ਤੇ ਉਹਨੂੰ ਤੁਸੀਂ ਕਿੱਦਾਂ ਅਸੈਪਟ ਕਰਦੇ ਹੋ? ਇਦਾਂ ਹੀ ਮੰਨ ਲੈਂਦੇ ਹੋ ਕਿ ਤੁਸੀਂ ਉਹਦਾ ਐਵੀਡੈਂਸ ਵਾਸਤੇ ਸਰਚ ਕਰਦੇ ਹੋ? ਤੇ ਕਿੱਦਾਂ ਤੁਸੀਂ ਇੱਕ ਡਿਸਕਸ਼ਨ ਕੈਰੀ ਕਰ ਸਕਦੇ ਹੋ? ਇੱਕ ਰਿਟਨ ਡਿਸਕਸ਼ਨ ਤੁਸੀਂ ਲਿਖ ਸਕਦੇ ਹੋ ਜਾਂ ਨਹੀਂ ਲਿਖ ਸਕਦੇ, ਜਾਂ ਤੁਹਾਡਾ ਕਿੰਨਾ ਕੁ ਕੰਟਰੋਲ ਹੈ ਇੰਗਲਿਸ਼ ਲੈਂਗੁਏਜ ਦੇ ਉੱਤੇ? ਇਹ ਸਾਰਾ ਕੁਝ ਐਨਾਲਿਟੀਕਲ ਰਾਈਟਿੰਗ ਸੈਕਸ਼ਨ ਚੈੱਕ ਕਰਦਾ। ਹੁਣ ਤੱਕ ਜਿਹੜੇ ਸੈਕਸ਼ਨ ਸੀਗੇ ਉਹ ਮਲਟੀਪਲ ਚੋਇਸ ਜਾਂ ਸਿੰਗਲ ਐਂਟਰੀ ਸੀਗੇ, ਬਟ ਇਹਨਾਂ ਦੇ ਵਿੱਚ ਤੁਹਾਡਾ ਰਾਈਟਿੰਗ ਵਾਲੀ ਚੀਜ਼ ਡਿਵੈਲਪ ਹੋਏਗੀ ਜੀ। ਨੈਕਸਟ ਸਲਾਈਡ ਜੀ। ਹੁਣ ਆ ਗਿਆ ਜੀ ਇਸ਼ੂ ਐਸੇ। ਦੋ ਤਰ੍ਹਾਂ ਦੇ ਐਸੇ ਹੁੰਦੇ ਨੇ ਐਨਾਲਿਟੀਕਲ ਰਾਈਟਿੰਗ ਦੇ ਵਿੱਚ। ਤੁਹਾਨੂੰ ਦੋ ਟਾਸਕ ਦਿੱਤੇ ਜਾਣਗੇ, ਇੱਕ ਇਸ਼ੂ ਐਸੇ ਤੇ ਇੱਕ ਦਿੱਤਾ ਜਾਏਗਾ ਜੀ ਆਰਗੂਮੈਂਟ ਐਸੇ। ਸੋ ਇਸ਼ੂ ਐਸੇ ਕੀ ਹੁੰਦਾ ਜੀ? ਜਿਵੇਂ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, educational institutions have a responsibility to dissuade students from pursuing fields of study in which they are unlikely to succeed. ਸੋ ਇਹਦਾ ਮਤਲਬ ਹੈ ਜੀ ਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਜਿਵੇਂ ਕਿ ਸਕੂਲ ਕਾਲਜਸ, ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਟੂਡੈਂਟਸ ਨੂੰ ਉਸ ਫੀਲਡਸ, ਉਹਨਾਂ ਕਰੀਅਰਸ ਨੂੰ ਪਰਸਿਊ ਕਰਨ ਤੋਂ ਰੋਕਣ, ਉਹਨਾਂ ਕਰੀਅਰਸ 'ਚ ਜਾਣ ਤੋਂ ਰੋਕਣ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਕਸੈਸ ਹੋਣ ਦੇ, ਉਹਨਾਂ ਦੇ ਸਕਸੀਡ ਹੋਣ ਦੇ ਚਾਂਸਸ ਬਹੁਤ ਘੱਟ ਨੇ ਜੀ। ਸੋ ਇਹਦੇ 'ਚ ਤੁਸੀਂ ਆਪਣੇ ਵਿਚਾਰ ਦੇਣੇ ਨੇ ਕਿ ਤੁਸੀਂ ਇਸ ਸਟੇਟਮੈਂਟ ਦੇ ਹੱਕ ਦੇ ਵਿੱਚ ਹੋ ਕਿ ਇਹਦੇ ਖਿਲਾਫ ਹੋ, ਤੇ ਤੁਸੀਂ ਇੱਕ ਰੀਜ਼ਨ ਦੇਣੇ ਨੇ ਕਿ ਕਿਉਂ ਮੈਂ ਇਸ ਚੀਜ਼ ਨੂੰ ਸਪੋਰਟ ਕਰਦਾ ਜਾਂ ਕਿਉਂ ਮੈਂ ਇਸ ਚੀਜ਼ ਦੇ ਅਗੇਂਸਟ ਹਾਂ। ਤੇ ਉਹ ਤੁਹਾਡੇ ਰੀਜ਼ਨਸ ਕਿੰਨੇ ਕੁ ਸੋਲਿਡ ਹੋਣਗੇ, ਕਿੰਨਾ ਕੁ ਤੁਸੀਂ ਉਸ ਚੀਜ਼ ਤੇ ਸੋਚ ਸਕਦੇ ਹੋ, ਇਹ ਸਾਰਾ ਇਸ਼ੂ ਐਸੇ ਵਿੱਚ ਕਵਰ ਹੋਏਗਾ ਜੀ। ਇਸ ਸੈਸ਼ਨ ਦੇ ਵਿੱਚ ਆਪਾਂ ਤਿਆਰੀ ਨਹੀਂ ਕਰ ਸਕਦੇ GRE ਦੀ ਤਿਆਰੀ ਕਾਫੀ ਲੰਬਾ 2 to 3 months ਦਾ ਪ੍ਰੋਸੈਸ ਹੈ। ਇਹਦੇ 'ਚ ਤੁਹਾਨੂੰ ਮੈਂ ਸਿਰਫ ਇੱਕ ਇੰਟਰੋ ਦੇ ਰਿਹਾ, ਇੱਕ ਪਰਸਪੈਕਟਿਵ ਦੇ ਰਿਹਾ ਕਿ ਕਿੱਦਾਂ ਦਾ GRE ਦਾ ਐਗਜ਼ਾਮ ਹੁੰਦਾ ਤੇ ਕਿੱਦਾਂ ਆਪਾਂ ਉਸ ਚੀਜ਼ ਦੀ ਤਿਆਰੀ ਕਰ ਸਕਦੇ ਹਾਂ। ਨੈਕਸਟ ਸਲਾਈਡ ਜੀ। ਹੁਣ ਆ ਗਿਆ ਜੀ ਆਰਗੂਮੈਂਟ ਐਸੇ, ਤੇ ਇਹ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਸਮਰੀ 'ਚ ਦੱਸ ਦਿੰਦਾ ਕਿ ਇਹਦਾ ਕੀ ਮੀਨਿੰਗ ਹੈ ਜੀ। ਇਹਦੇ ਵਿੱਚ ਇੱਦਾਂ ਹੈ ਕਿ ਤੁਸੀਂ ਇਸ ਜੋ ਵੀ ਤੁਹਾਡੇ ਕੋਲ ਇੱਕ ਸਟੇਟਮੈਂਟ ਲਿਖੀ ਹੋਈ ਆਉਂਦੀ ਹੈ, ਹੁਣ ਇਹ ਸਟੇਟਮੈਂਟ ਦਾ ਮੀਨਿੰਗ ਹੈ ਕਿ ਬਕਿੰਗਮ ਕਾਲਜ ਹੈ ਕੋਈ, ਤੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਡੋਮਸ ਨੇ, ਜਿਹੜੇ ਹੋਸਟਲ ਨੇ, ਉਹ ਨਵੇਂ ਬਣਾਉਣੇ ਚਾਹੀਦੇ ਨੇ, ਕਿਉਂਕਿ ਉੱਥੇ ਸਟੂਡੈਂਟਸ ਵੱਧਦੇ ਜਾ ਰਹੇ ਨੇ, ਉਸ ਕਾਲਜ ਦੇ ਵਿੱਚ ਸਟੂਡੈਂਟਸ ਵੱਧਦੇ ਜਾ ਰਹੇ ਨੇ, ਤੇ ਉਹਨਾਂ ਨੂੰ ਅਗਲੇ 50 ਸਾਲਾਂ ਦੇ ਵਿੱਚ ਉਹ ਸਟੂਡੈਂਟਸ ਦਾ ਜਿਹੜਾ ਨੰਬਰ ਹੈ ਉਹ ਡਬਲ ਹੋ ਜਾਏਗਾ, ਤੇ ਉਹਨਾਂ ਨੂੰ ਹੋਸਟਲ ਹੋਰ ਚਾਹੀਦਾ ਹੋਏਗਾ। ਤੇ ਉਹ ਕਹਿੰਦੇ ਬਾਹਰ ਰਹਿਣਾ ਸਟੂਡੈਂਟਸ ਪ੍ਰੈਫਰ ਨਹੀਂ ਕਰਨਗੇ, ਕਿਉਂਕਿ ਬਾਹਰ ਉਹਨਾਂ ਨੂੰ ਰੈਂਟ ਜ਼ਿਆਦਾ ਦੇਣਾ ਪਏਗਾ, ਤੇ ਇਸ ਕਰਕੇ ਉਹ ਅੰਦਰ ਯੂਨੀਵਰਸਿਟੀ ਦੇ ਕਾਲਜ ਦੇ ਜੇ ਅਕੋਮੋਡੇਸ਼ਨ ਹੋਏਗੀ ਤੇ ਸਟੂਡੈਂਟਸ ਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲੇਗੀ, ਉਹ ਅਟਰੈਕਟ ਹੋਣਗੇ ਬਕਿੰਗਮ ਕਾਲਜ ਦੇ ਵਿੱਚ ਜਾਣ ਲਈ। ਸੋ ਇਹਦੇ ਵਿੱਚ ਤੁਸੀਂ ਦੇਖਣਾ ਹੁੰਦਾ ਹੈ ਕਿ ਜੋ ਇਹਨਾਂ ਨੇ ਕਲੇਮ ਕੀਤਾ ਹੈ ਉਹ ਲੌਜੀਕਲੀ ਸਹੀ ਹੈ। ਹੁਣ ਇਹਨਾਂ ਨੇ ਕਈ ਕੁਝ ਕਿਹਾ ਕਿ ਡੋਰਮੇਟਰੀਜ਼ ਬਣਾਉਣ ਨਾਲ ਇਹ ਫਾਇਦੇ ਹੋਣਗੇ ਤੇ ਡੋਰਮੇਟਰੀਜ਼ ਬਣਾਉਣ ਨਾਲ ਹੋਰ ਸਟੂਡੈਂਟਸ ਆਣਗੇ, ਬਟ ਤੁਸੀਂ ਉੱਥੇ ਇੱਕ ਕੁਐਸਚਨ ਮਾਰਕ ਕ੍ਰੀਏਟ ਕਰ ਦੇਣਾ ਜੀ ਕਿ ਹੋ ਸਕਦਾ ਹੈ ਕਿ ਸਟੂਡੈਂਟਸ ਹੋਰ ਚੀਜ਼ਾਂ ਵੱਲ ਦੇਖ ਕੇ ਅਟਰੈਕਟ ਹੁੰਦੇ ਹੋਣ, ਹੋ ਸਕਦਾ ਹੈ ਕਿ ਸਟੂਡੈਂਟਸ ਵਧੀਆ ਟੀਚਰਸ ਨਾਲ ਆਉਣ, ਹੋ ਸਕਦਾ ਹੈ ਕਿ ਸਟੂਡੈਂਟਸ ਵਧੀਆ ਕੋਰਸਿਸ ਨਾਲ ਆਉਣ, ਹੋ ਸਕਦਾ ਹੈ ਕਿ ਸਟੂਡੈਂਟਸ ਤਾਂ ਉੱਥੇ ਆਉਣ ਜੋ ਯੂਨੀਵਰਸਿਟੀ ਇੱਕ ਆਨਲਾਈਨ ਮੀਡੀਅਮ ਵੀ ਨਾਲ ਸ਼ੁਰੂ ਕਰ ਦੇਵੇ ਇਨ ਪਰਸਨ ਕਲਾਸਿਸ ਦੇ। ਸੋ ਕੁਝ ਵੀ ਰੀਜ਼ਨ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਉਹ ਉੱਥੇ ਹੀ ਅਪਾਰਟਮੈਂਟਸ ਰਹਿਣਾ ਚਾਹੁੰਦੇ ਨੇ, ਤੇ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਬਾਹਰ ਉਹਨਾਂ ਨੂੰ ਜ਼ਿਆਦਾ ਫੈਸਿਲਿਟੀਜ਼ ਮਿਲਦੀਆਂ ਹੋਣ ਤੇ ਉਹ ਬਾਹਰ ਰਹਿਣਾ ਪ੍ਰੈਫਰ ਕਰਨ, ਤੇ ਫਿਰ ਤਾਂ ਉਹ ਵੇਸਟ ਹੋ ਜਾਣਗੇ ਉਹਨਾਂ ਦੇ ਜਿਹੜੇ ਨਵੇਂ ਹੋਸਟਲ ਬਣਾਉਣੇ। ਸੋ ਇੱਦਾਂ ਦੇ ਕੁਐਸਚਨਸ ਤੁਸੀਂ ਰੇਜ਼ ਕਰਨੇ ਨੇ ਕਿ ਉਹ ਬੇਸਿਕਲੀ ਦੇਖਣਾ ਚਾਹੁੰਦੇ ਨੇ ਕਿ ਤੁਹਾਡੀ ਕ੍ਰਿਟੀਕਲ ਥਿੰਕਿੰਗ ਕਿੰਨੀ ਕੁ ਹੈ, ਕਿ ਤੁਹਾਨੂੰ ਕੋਈ ਸਟੇਟਮੈਂਟ ਕਹਿੰਦਾ ਤੇ ਤੁਸੀਂ ਐਜ਼ ਇਟ ਇਜ਼ ਮੰਨ ਲੈਂਦੇ ਹੋ ਕਿ ਤੁਸੀਂ ਉੱਤੇ ਕੁਐਸਚਨ ਅਰਾਈਜ਼ ਕਰਦੇ ਹੋ ਕਿ ਹਾਂਜੀ ਇਹਦੇ ਇਹ ਚਾਂਸਸ ਵੀ ਤਾਂ ਹੋ ਸਕਦੇ ਨੇ
ਇਹ ਜ਼ਰੂਰੀ ਤਾਂ ਨਹੀਂ ਕਿ ਇਦਾਂ ਹੀ ਹੋਵੇ। ਸੋ ਕੁਐਸਚਨ ਆ ਰਿਹਾ ਜੀ, ਫਰਮ ਵੇਅਰ ਵੀ ਪ੍ਰਿਪੇਅਰ ਫॉर GRE ਐਗਜ਼ਾਮ। ਇਹ ਸਾਰੀ ਅੱਗੇ ਗੱਲ ਹੋਏਗੀ ਜੀ। ਨੈਕਸਟ ਸਲਾਈਡ ਜੀ। ਨੈਕਸਟ ਸਲਾਈਡ ਜੀ। ਹਾਂਜੀ, ਪ੍ਰੈਪਰੇਸ਼ਨ ਐਂਡ ਟਿਪਸ ਦੀ ਗੱਲ ਹੋ ਰਹੀ ਹੈ ਜੀ। ਸੋ ਸਭ ਤੋਂ ਪਹਿਲਾਂ ਤੁਸੀਂ ਜੇ GRE ਦੀ ਪ੍ਰੈਪਰੇਸ਼ਨ ਸ਼ੁਰੂ ਕਰਨੀ ਹੈ ਜੀ, ਤੇ GRE ਉਹਨਾਂ ਬੱਚਿਆਂ ਲਈ ਹੈ ਜਿਹੜੇ ਕਿ ਇੰਡੀਆ ਦੇ ਵਿੱਚ ਉਹਨਾਂ ਨੇ ਬੈਚਲਰਸ ਕੀਤੀ ਹੈ ਜਾਂ ਕਰ ਰਹੇ ਨੇ, ਤੇ ਉਹ ਬਾਹਰ ਇੰਟਰਨੈਸ਼ਨਲੀ ਕਿਸੇ ਯੂਨੀਵਰਸਿਟੀ ਦੇ ਵਿੱਚ ਜਾਂ ਕਾਲਜ ਦੇ ਵਿੱਚ US UK ਕੈਨੇਡਾ ਕਿਤੇ ਵੀ ਆਪਣੀ ਮਾਸਟਰਸ ਡਿਗਰੀ ਕਰਨਾ ਚਾਹੁੰਦੇ ਜੀ। ਤੇ ਉਹਦੇ 'ਚ ਤੁਸੀਂ ਸਭ ਤੋਂ ਪਹਿਲਾਂ ਕੀ ਕਰੋ, ਇੱਕ ਮੌਕ ਟੈਸਟ ਲਓ। GRE ਦਾ ਆਨਲਾਈਨ ਮੌਕ ਟੈਸਟ ਸਰਚ ਕਰੋ ਗੂਗਲ ਤੇ ਤੁਹਾਨੂੰ ਮੌਕ ਟੈਸਟ ਮਿਲ ਜਾਣਗੇ ਫ੍ਰੀ ਆਫ ਕਾਸਟ। ਤੁਸੀਂ ਦੇਖੋ ਕਿ ਤੁਹਾਡੇ ਸਟਰੋਂਗ ਤੇ ਵੀਕ ਸੈਕਸ਼ਨਸ ਕਿਹੜੇ ਨੇ। ਤੁਹਾਡੇ ਵਰਬਲ ਦੇ ਵਿੱਚ ਘੱਟ ਆਨਸਰ ਸਹੀ ਹੋ ਰਹੇ ਨੇ ਕਿ ਤੁਹਾਡੇ ਮੈਥਮੈਟਿਕਸ ਦੇ ਵਿੱਚ ਆਨਸਰ ਘੱਟ ਸਹੀ ਹੋ ਰਹੇ ਨੇ। ਚੀਜ਼ ਦੀ ਫਿਰ ਜ਼ਿਆਦਾ ਪ੍ਰੈਕਟਿਸ ਕਰੋ, ਬਟ ਤੁਹਾਡੇ ਸਟਰੋਂਗ ਸੈਕਸ਼ਨਸ ਦੀ ਵੀ ਰੈਗੂਲਰ ਪ੍ਰੈਕਟਿਸ ਕਰਦੇ ਰਹੋ। ਤੇ ਕਦੇ ਵੀ ਰਾਈਟਿੰਗ ਸੈਕਸ਼ਨ ਨੂੰ ਇਗਨੋਰ ਨਹੀਂ ਕਰਨਾ। ਕਈ ਸਟੂਡੈਂਟਸ ਇਹ ਗਲਤੀ ਕਰਦੇ ਨੇ ਕਿ ਉਹ ਵਰਬਲ ਤੇ ਕੁਆਂਟ ਪ੍ਰੈਕਟਿਸ ਕਰਦੇ ਰਹਿੰਦੇ ਨੇ ਤੇ ਰਾਈਟਿੰਗ ਸੈਕਸ਼ਨ ਐਂਡ ਤੱਕ ਛੇੜਦੇ ਵੀ ਨਹੀਂ, ਤੇ ਉਹ ਫਿਰ ਉਹਨਾਂ ਦੇ ਰਾਈਟਿੰਗ ਸੈਕਸ਼ਨ ਚੋਂ ਜਿਹੜਾ 0 to 6 ਦਾ ਸਕੋਰ ਹੁੰਦਾ ਉਹ ਬਹੁਤ ਨੀਚੇ ਆਉਂਦਾ, ਤੇ ਉਹਦੀ ਵੀ ਰੈਗੂਲਰ ਪ੍ਰੈਕਟਿਸ ਕਰਨੀ ਹੈ ਜੀ। ਮੈਂ ਤੁਹਾਨੂੰ ਅੱਗੇ ਆਉਣ ਵਾਲੀ ਸਲਾਈਡਸ 'ਚ ਦੱਸਾਂਗਾ ਕਿ ਕਿਹੜੇ ਕਿਹੜੇ ਸੈਕਸ਼ਨ ਦੀ ਪ੍ਰੈਕਟਿਸ ਕਿਹੜੇ ਕਿਹੜੇ ਰਿਸੋਰਸ ਤੋਂ ਕਰਨੀ ਹੈ। ਉਸ ਤੋਂ ਬਾਅਦ ਜੀ ਟਾਈਮ ਮੈਨੇਜਮੈਂਟ। ਤੁਸੀਂ ਪਹਿਲਾਂ ਵੀ ਟਾਈਮ ਮੈਨੇਜਮੈਂਟ ਆਪਣੀ ਪੂਰੀ ਕਰਨੀ ਹੈ, ਆਪਣਾ ਇੱਕ ਸ਼ੈਡਿਊਲ ਬਣਾਉਣਾ ਹੈ ਕਿ ਇਸ ਦਿਨ ਮੈਂ ਇਹ ਵਾਲਾ ਸੈਕਸ਼ਨ ਕਰਾਂਗਾ, ਇਸ ਦਿਨ ਮੈਂ ਸੈਕਸ਼ਨ ਦਾ ਇਹ ਟੌਪਿਕ ਕਰਾਂਗਾ। ਪ੍ਰੋਪਰ ਆਪਣੀ ਟਾਈਮ ਮੈਨੇਜਮੈਂਟ ਬਿਫੋਰ ਦਾ ਟੈਸਟ ਤੇ ਡਿਊਰਿੰਗ ਦਾ ਟੈਸਟ ਵੀ ਕਰਨੀ ਹੈ। ਉੱਥੇ ਵੀ ਤੁਹਾਡੀ ਐਕੂਰੇਸੀ ਤਾਂ ਮੈਟਰ ਕਰਦੀ ਹੈ, ਬਟ ਤੁਹਾਡੀ ਕੁਇਕਨੈਸ, ਤੁਸੀਂ ਕਿੰਨੀ ਜਲਦੀ ਕਰਦੇ ਹੋ ਟੈਸਟ, ਉਹ ਵੀ ਮੈਟਰ ਕਰਦਾ। ਸੋ ਅੱਗੇ ਜੀ ਅਟੈਂਪਟ ਆਲ ਕੁਐਸਚਨਸ। ਸੋ ਇਹਦੇ 'ਚ ਕੀ ਹੈ ਜੀ ਕਿ ਤੁਸੀਂ ਫਿਲਹਾਲ ਅੱਜ ਦੀ ਡੇਟ ਤੱਕ GRE ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਤੁਸੀਂ ਜੇ ਸਾਰਾ ਪੇਪਰ ਨਹੀਂ ਵੀ ਕਰ ਪਾ ਰਹੇ, ਐਟਲੀਸਟ ਤੁਸੀਂ ਅਟੈਂਪਟ ਕਰ ਸਕਦੇ ਹੋ ਕੁਐਸਚਨਸ, ਤੇ ਹੋ ਸਕਦਾ ਤੁਹਾਡੇ ਉਹਨਾਂ 'ਚੋਂ ਕੋਈ ਕੁਐਸਚਨਸ ਠੀਕ ਹੋ ਜਾਣ ਤੇ ਉਹ ਵੀ ਤੁਹਾਡੇ ਮਾਰਕਸ ਲੱਗ ਜਾਣ। ਤੇ ਅਗਲੀ ਗੱਲ ਹੈ ਜੀ, ਡੋਂਟ ਪੈਨਿਕ। ਹਮੇਸ਼ਾ GRE ਦਾ ਐਗਜ਼ਾਮ ਤੁਸੀਂ ਦੁਬਾਰਾ ਲੈ ਸਕਦੇ ਹੋ ਤੇ ਤੁਸੀਂ ਉਹਨੂੰ ਰੀਸ਼ਡਿਊਲ ਵੀ ਕਰ ਸਕਦੇ ਹੋ। ਇੱਕ ਵਾਰੀ ਤੁਹਾਡਾ ਪੂਰਾ ਹੋ ਗਿਆ ਤਾਂ ਤੁਸੀਂ ਦੁਬਾਰਾ ਵੀ ਦੇ ਸਕਦੇ ਹੋ, ਤੇ ਜੇ ਤੁਹਾਨੂੰ ਲੱਗ ਰਿਹਾ ਹੈ ਪੇਪਰ ਤੋਂ ਥੋੜੇ ਦਿਨ ਪਹਿਲਾਂ, 3-4 ਦਿਨ ਪਹਿਲਾਂ ਦਾ ਉਹਨਾਂ ਕੋਲ ਟਾਈਮ ਹੁੰਦਾ, 4 ਡੇਜ਼ ਪਹਿਲਾਂ ਤੁਸੀਂ ਉਹਨੂੰ ਰੀਸ਼ਡਿਊਲ ਕਰ ਸਕਦੇ ਹੋ, ਅੱਗੇ ਕਰ ਸਕਦੇ ਹੋ। ਪਰ ਬਾਰ-ਬਾਰ ਪੇਪਰ ਦੇਣਾ ਤਾਂ ਨਹੀਂ ਐਡਵਾਈਜ਼ੇਬਲ, ਕਿਉਂਕਿ ਥੋੜਾ ਐਕਸਪੈਂਸਿਵ ਐਗਜ਼ਾਮ ਹੈ ਤੇ ਤੁਸੀਂ ਬਾਰ-ਬਾਰ ਉਹ ਖਰਚਾ ਨਹੀਂ ਕਰਨਾ। ਤੁਸੀਂ ਇੱਕ ਵਾਰੀ ਆਪਣਾ ਤਿਆਰੀ ਕਰਕੇ ਜਾਓ ਕਿ ਮੈਂ ਆਪਣਾ ਬੈਸਟ ਦੇਣਾ। ਅਗਰ ਬਾਈ ਚਾਂਸ ਉਹ ਨਹੀਂ ਅੱਛਾ ਹੁੰਦਾ ਤੇ ਤੁਸੀਂ ਅੱਗੋਂ ਕਰ ਸਕਦੇ ਹੋ ਜੀ। ਫਿਰ ਆਉਂਦੀ ਹੈ ਜੀ ਤੁਹਾਡੀ ਸਕੋਰ ਸਿਲੈਕਟ ਆਪਸ਼ਨ। GRE ਤੁਹਾਨੂੰ ਇੱਕ ਸਕੋਰ ਸਿਲੈਕਟ ਆਪਸ਼ਨ ਦਿੰਦਾ ਕਿ ਜਦੋਂ ਤੁਸੀਂ GRE ਦਾ ਐਗਜ਼ਾਮ ਦੇ ਕੇ ਆਪਣੇ ਕੁਐਸਚਨਸ ਅੱਗੋਂ ਭੇਜਣੇ ਨੇ ਤੇ ਆਪਣੇ ਜਿਹੜੇ ਸਕੋਰਸ ਨੇ ਉਹ ਅੱਗੇ ਭੇਜਣੇ ਨੇ, ਤੇ ਉਹਦੇ 'ਚ ਫਿਰ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਮੈਂ ਆਪਣੇ ਫਲਾਣੇ ਦਿਨ ਵਾਲੇ ਸਕੋਰਸ ਜਿਹੜੇ ਹੈ ਉਹ ਇਸ ਯੂਨੀਵਰਸਿਟੀ ਨੂੰ ਭੇਜਣੇ ਨੇ ਤੇ ਮੈਂ ਇਹ ਵਾਲੇ ਦਿਨ ਵਾਲੇ ਨਹੀਂ ਭੇਜਣੇ। ਸੋ ਜੇ ਤੁਹਾਡਾ ਕੋਈ ਪੇਪਰ ਮਾੜਾ ਵੀ ਹੋਇਆ GRE ਦਾ ਤੇ ਤੁਸੀਂ ਉਹਨੂੰ ਨਹੀਂ ਸੈਂਡ ਕਰ ਸਕਦੇ, ਮਤਲਬ ਤੁਸੀਂ ਆਪਣਾ ਬੈਟਰ ਵਾਲਾ ਸਕੋਰ ਸੈਂਡ ਕਰ ਸਕਦੇ ਹੋ। ਨੈਕਸਟ ਸਲਾਈਡ ਜੀ। ਹੁਣ ਆਇਲਸ ਦੇ ਬਾਰੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਜੀ, ਤੇ ਆਪਾਂ ਤਾਂ ਕਰਕੇ ਇਹਨੂੰ ਆਇਲਸ ਨਾਲ ਕੰਪੇਅਰ ਕਰ ਰਹੇ ਹਾਂ। GRE ਇੱਕ ਐਪਟੀਟਿਊਡ ਟੈਸਟ ਹੈ। ਆਇਲਸ ਜਾਂ ਟੋਇਫਲ ਵੀ ਇੱਕ ਟੈਸਟ ਹੁੰਦਾ, ਇਹ ਸਾਰੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨੇ। ਐਪਟੀਟਿਊਡ ਤੁਹਾਡਾ ਮੈਥਸ ਦੇ ਵਿੱਚ, ਇੰਗਲਿਸ਼ ਦੇ ਵਿੱਚ ਜਾਂ ਜਨਰਲ ਰੀਜ਼ਨਿੰਗ ਦੇ ਵਿੱਚ ਤੁਹਾਡੀ ਕਮਾਂਡ ਚੈੱਕ ਕਰਦਾ। ਆਇਲਸ ਜਸਟ ਚੈੱਕ ਕਰਦਾ ਕਿ ਤੁਸੀਂ ਇੰਗਲਿਸ਼ ਬੋਲ ਸਕਦੇ ਹੋ। GRE ਦੇ ਵਿੱਚ ਤੁਸੀਂ ਸਕੋਰ ਕਰਨਾ ਹੁੰਦਾ ਹੈ। ਜਿੰਨਾ ਅੱਛਾ ਤੁਹਾਡਾ ਸਕੋਰ ਹੈ ਉਨੇ ਅੱਛੇ ਤੁਹਾਡੇ ਚਾਂਸਸ ਨੇ ਕਿਤੇ ਵੀ ਐਡਮਿਟ ਹੋਣ ਦੇ, ਕਿਤੇ ਵੀ ਐਡਮਿਸ਼ਨ ਲੈਣ ਦੇ। ਆਇਲਸ ਤੁਸੀਂ ਕਲੀਅਰ ਕਰਨਾ ਹੁੰਦਾ ਹੈ। ਉਹਨਾਂ ਨੇ ਇੱਕ ਦਿੱਤਾ ਹੁੰਦਾ ਹੈ ਕਿ ਸਾਡੀ ਯੂਨੀਵਰਸਿਟੀ ਵਾਲੇ 6.5 ਬੈਂਡ ਤੋਂ ਉੱਤੇ ਦੇ ਸਟੂਡੈਂਟਸ ਲੈਣਗੇ, ਤੇ ਜਾਂ ਸਾਡੇ ਯੂਨੀਵਰਸਿਟੀ ਵਾਲੇ 7 ਤੋਂ ਉੱਤੇ ਦੇ ਸਟੂਡੈਂਟਸ ਲੈਣਗੇ, ਤੇ ਉਹ ਜੇ ਤੁਸੀਂ 7 ਬੈਂਡਸ ਤੋਂ ਉੱਤੇ ਹੋ ਤੇ ਤੁਸੀਂ ਅਸੈਪਟ ਹੋ ਜਾਓਗੇ। ਭਾਵੇਂ ਤੁਹਾਡੇ 7.5 ਨੇ, ਤੁਹਾਡੇ 8 ਹੈ, ਤੁਹਾਡਾ 8.5 ਹੈ, ਤੇ ਉਹ ਤੁਸੀਂ ਇੱਕ ਬਸ ਬੈਂਚਮਾਰਕ ਨੂੰ ਕਲੀਅਰ ਕਰ ਲਿਆ ਤਾਂ ਤੁਹਾਡਾ ਠੀਕ ਹੈ। ਬਟ GRE ਦੇ ਵਿੱਚ ਇਦਾਂ ਕਿ ਤੁਸੀਂ ਸਕੋਰ ਕਰਨਾ ਹੁੰਦਾ। ਜਿੰਨਾ ਅੱਛਾ ਤੁਹਾਡਾ ਸਕੋਰ, ਜਿਵੇਂ ਪਰਸੈਂਟੇਜ ਹੁੰਦੀ ਹੈ, ਉਨਾ ਜ਼ਿਆਦਾ ਤੁਹਾਡੇ ਐਡਮਿਸ਼ਨ ਦੇ ਚਾਂਸਸ। ਉਸ ਤੋਂ ਬਾਅਦ ਹੈ ਜੀ ਜਿਹੜਾ GRE ਹੈ ਉਹ ਹਰ ਕਿਸੇ ਲਈ ਹੈ। ਜਿਹੜੇ ਵੀ ਕਿਸੇ ਬੱਚੇ ਨੇ US ਦੇ ਵਿੱਚ, UK ਦੇ ਵਿੱਚ, ਕੈਨੇਡਾ ਦੇ ਵਿੱਚ ਆਪਣੀ ਬੈਚਲਰਸ ਤੋਂ ਬਾਅਦ ਮਾਸਟਰਸ ਡਿਗਰੀ ਕਰਨੀ ਹੈ ਤੇ ਉਹਨੂੰ GRE ਦਾ ਐਗਜ਼ਾਮ ਦੇਣਾ ਪਏਗਾ ਜੀ।
ਤੇ ਉਹ ਭਾਵੇਂ ਯੂਐਸ ਦਾ ਸਿਟੀਜ਼ਨ ਹੋਵੇ, ਉਹ ਭਾਵੇਂ ਕੈਨੇਡੀਅਨ ਸਿਟੀਜ਼ਨ ਹੋਵੇ, ਉਹ ਭਾਵੇਂ ਕਿਤੋਂ ਦਾ ਵੀ ਬੱਚਾ ਹੋਵੇ, ਉਹਨੂੰ ਜੀਆਰਈ ਦਾ ਐਗਜ਼ਾਮ ਦੇਣਾ ਹੀ ਪਏਗਾ। ਆਇਲਟਸ ਦਾ ਐਗਜ਼ਾਮ ਜਿਹੜਾ ਉਹ ਸਿਰਫ ਉਹਨਾਂ ਬੱਚਿਆਂ ਨੂੰ ਦੇਣਾ ਪੈਂਦਾ ਹੈ ਜਿਹੜੇ ਨੇਟਿਵ ਇੰਗਲਿਸ਼ ਸਪੀਕਰਸ ਨਹੀਂ ਹੈਗੇ। ਤੇ ਜੀਆਰਈ ਦਾ ਐਗਜ਼ਾਮ ਜਿਹੜਾ ਉਹ ਥੋੜਾ ਜਿਹਾ ਕੰਪੀਟੀਟਿਵ ਹੁੰਦਾ ਹੈ, ਥੋੜਾ ਜਿਹਾ ਔਖਾ ਹੁੰਦਾ ਹੈ ਰਿਲੇਟਿਵਲੀ ਆਇਲਟਸ ਨਾਲੋਂ। ਆਇਲਟਸ ਥੋੜਾ ਜਿਹਾ ਈਜ਼ੀ ਐਗਜ਼ਾਮ ਹੁੰਦਾ ਹੈ, ਇਹਦੇ 'ਚ ਤੁਹਾਨੂੰ ਘੱਟ ਪ੍ਰੈਪਰੇਸ਼ਨ ਕਰਨੀ ਪੈਂਦੀ ਹੈ। ਜੀਆਰਈ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਨੈਕਸਟ ਸਲਾਈਡ ਜੀ। ਹੁਣ ਦੇਖੋ ਤੁਸੀਂ ਇੰਟਰਸਟਿੰਗ ਫੈਕਟਸ ਕੀ ਨੇ ਕਿ ਯੂਨਾਈਟਿਡ ਸਟੇਟਸ ਦਾ ਐਗਜ਼ਾਮ ਹੈ ਤੇ 57% ਜਿਹੜੇ ਲੋਕ ਟੈਸਟ ਦਿੰਦੇ ਨੇ ਉਹ ਯੂਐਸ ਦੇ ਨੇ, ਤੇ ਸੈਕੰਡ ਨੰਬਰ ਤੇ ਇੰਡੀਆ। ਸੋ ਆਲਰੇਡੀ ਇੰਡੀਆ ਦੇ ਵਿੱਚ ਕਾਫੀ ਬੱਚੇ ਜਿਹੜਾ ਇਹ ਟੈਸਟ ਦੇ ਰਹੇ ਨੇ, ਤੇ ਬਟ ਪੰਜਾਬ ਦੇ ਵਿੱਚ ਹਜੇ ਥੋੜੀ ਅਵੇਅਰਨੈਸ ਘੱਟ ਹੈ। ਸੋ ਆਪਾਂ ਵੱਧ ਤੋਂ ਵੱਧ ਇਹ ਟੈਸਟ ਬਾਰੇ ਸੋਚੀਏ। ਜਿਹੜੇ ਬੱਚੇ ਬਾਹਰ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹ ਜ਼ਰੂਰ ਇੱਕ ਵਾਰੀ ਇਸ ਟੈਸਟ ਨੂੰ ਕੰਸੀਡਰ ਕਰਨ, ਗੂਗਲ ਤੇ ਸਰਚ ਕਰਨ। ਇਹਦੇ ਬਾਰੇ ਅਨਲਿਮਿਟਿਡ ਇਨਫੋਰਮੇਸ਼ਨ ਤੁਹਾਨੂੰ ਮਿਲ ਜੇਗੀ ਜੀਆਰਈ ਬਾਰੇ। ਤੇ ਇੱਕ ਕੁਐਸਚਨ ਆ ਰਿਹਾ ਜੀ, ਵਿਚ ਵਨ ਇਜ਼ ਬੈਟਰ, ਆਇਲਟਸ ਔਰ ਜੀਆਰਈ? ਤੁਹਾਡੇ ਲਈ ਰਿਕੁਆਇਰਮੈਂਟ ਦੇ ਬੇਸ ਤੇ ਇਹ ਹੈਗਾ ਜੀ। ਜੀਆਰਈ ਤੇ ਆਇਲਟਸ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਹਾਨੂੰ ਜੀਆਰਈ ਤੇ ਆਇਲਟਸ ਦੋਨੋਂ ਵੀ ਦੇਣੇ ਪੈ ਸਕਦੇ ਨੇ ਜੇ ਤੁਸੀਂ ਕਿਸੇ ਕੰਟਰੀ ਜਾ ਰਹੇ ਹੋ। ਨੈਕਸਟ ਸਲਾਈਡ ਜੀ। When to take the test? So you should plan to take the test at least 1 year before your expected graduation. So ਮੰਨ ਲਓ ਕਿ ਮੈਂ 4 year ਡਿਗਰੀ ਕਰ ਰਿਹਾ ਤੇ ਮੈਂ ਆਪਣੀ ਡਿਗਰੀ ਦੇ ਸੈਕੰਡ ਈਅਰ ਦੇ ਵਿੱਚ ਹਾਂ, ਤੇ ਮੈਂ ਇਹ ਚਾਹੂੰਗਾ ਕਿ ਮੈਂ ਥਰਡ ਈਅਰ ਦੇ ਵਿੱਚ ਇਹ ਟੈਸਟ ਦੇ ਦਾਂ ਤਾਂ ਕਿ ਮੇਰੇ ਕੋਲ ਅਗਲੇ ਐਪਲੀਕੇਸ਼ਨ ਪ੍ਰੋਸੈਸ ਲਈ ਖੁੱਲਾ ਟਾਈਮ ਹੋਵੇ, ਤਾਂ ਕਿ ਮੇਰੇ ਕੋਲ 1 ਸਾਲ ਜਾਂ 1 ਸਾਲ ਤੋਂ ਥੋੜਾ ਵੱਧ ਟਾਈਮ ਆਪਣੇ ਜੀਆਰਈ ਤੋਂ ਬਾਅਦ ਵਾਲੇ ਪ੍ਰੋਸੈਸ ਲਈ ਹੋਵੇ। ਸੋ ਮੈਂ ਸੈਕੰਡ ਈਅਰ ਜਾਂ ਥਰਡ ਈਅਰ ਦੇ ਵਿੱਚ ਤਿਆਰੀ ਕਰਕੇ ਟੈਸਟ ਦੇ ਦੇਵਾਂ ਤਾਂ ਕਿ ਮੇਰੇ ਕੋਲ 1 ਸਾਲ ਹੋਵੇ ਅੱਗੋਂ ਬਾਕੀ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਉਹਨਾਂ ਨੂੰ ਕਰਨ ਲਈ, ਤਾਂ ਕਿ ਮੈਨੂੰ ਆਪਣੀ ਡਿਗਰੀ ਤੋਂ ਬਾਅਦ ਗੈਪ ਈਅਰ ਨਾ ਲੈਣਾ ਪਵੇ ਜਸਟ ਫॉर ਪ੍ਰੈਪਰੇਸ਼ਨ। ਨੈਕਸਟ ਸਲਾਈਡ ਜੀ। ਗ੍ਰੈਜੂਏਟ ਸਕੂਲ ਐਪਲੀਕੇਸ਼ਨ। ਸੋ ਤੁਹਾਡਾ ਜਿਹੜਾ ਜੀਆਰਈ ਦਾ ਐਗਜ਼ਾਮ ਹੈ ਉਹ ਤੁਹਾਨੂੰ ਗ੍ਰੈਜੂਏਟ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਹੈ ਉਹ ਦਵਾ ਸਕਦਾ ਹੈ। ਉਹ ਇੱਕ ਸਿਗਨੀਫੀਕੈਂਟ ਪਾਰਟ ਹੈ, ਬਟ ਇਹਦੇ ਨਾਲ ਕਾਫੀ ਚੀਜ਼ਾਂ ਹੋਰ ਵੀ ਜੁੜਦੀਆਂ ਨੇ। ਇਹ ਚੀਜ਼ਾਂ ਦੇ ਬਾਰੇ ਤੁਸੀਂ ਇੱਕ ਵਾਰੀ ਨੋਟ ਕਰ ਸਕਦੇ ਹੋ ਇਹਨਾਂ ਨੂੰ, ਤੇ ਇਹਨਾਂ ਚੀਜ਼ਾਂ ਦੇ ਬਾਰੇ ਗੂਗਲ ਤੇ ਸਰਚ ਕਰੋ ਜੀ। ਅੱਜ ਆਪਣੇ ਕੋਲ ਸਮਾਂ ਘੱਟ ਹੈ, ਆਪਾਂ ਮੋਸਟਲੀ ਜੀਆਰਈ ਬਾਰੇ ਗੱਲ ਕਰ ਪਾਏ ਹਾਂ, ਬਟ ਇਹ ਵੀ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਬੈਚਲਰਸ ਡਿਗਰੀ ਹੁੰਦੀ ਹੈ ਤੁਹਾਡੀ +2 ਤੋਂ ਬਾਅਦ ਵਾਲੀ ਡਿਗਰੀ। ਕੁਐਸਚਨ ਆ ਰਿਹਾ ਸੀਗਾ ਮੀਨਿੰਗ ਆਫ ਬੈਚਲਰਸ। ਬੈਚਲਰਸ ਡਿਗਰੀ ਹੁੰਦੀ ਹੈ ਜਿਹੜੀ ਡਿਗਰੀ ਦੇ ਵਿੱਚ ਆਪਾਂ +2 ਤੋਂ ਬਾਅਦ ਐਡਮਿਸ਼ਨ ਲੈਂਦੇ ਆ। ਕਈ ਬੱਚੇ ਡਿਪਲੋਮਾ ਦੇ ਵਿੱਚ ਵੀ ਐਡਮਿਸ਼ਨ ਲੈਂਦੇ ਨੇ, ਬਟ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਨੇ ਉਹ ਬੈਚਲਰਸ ਡਿਗਰੀ ਦੇ ਵਿੱਚ ਐਡਮਿਸ਼ਨ ਲੈਂਦੇ ਨੇ। 3 ਈਅਰ ਜਾਂ 4 ਈਅਰ ਡਿਗਰੀ ਹੁੰਦੀ ਹੈ। BA, BSc, BTech, BCom ਇਹ ਸਾਰੀਆਂ ਬੈਚਲਰਸ ਡਿਗਰੀ ਨੇ। ਤੇ ਤੁਹਾਡੀ ਜਿਹੜੀ ਬਾਹਰ ਵਾਲੀ ਯੂਨੀਵਰਸਿਟੀ ਹੋਏਗੀ ਉਹਦੀ ਕੁਝ GPA ਦੀ ਰਿਕੁਆਇਰਮੈਂਟ ਹੋਏਗੀ ਕਿ ਜੀ ਤੁਹਾਡੇ ਬੈਚਲਰਸ ਡਿਗਰੀ ਦੇ ਵਿੱਚ ਤੁਹਾਡੇ ਇੰਨੇ ਮਾਰਕਸ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਤੇ ਮੋਸਟ ਆਫ ਦਾ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹ 4 ਈਅਰ ਬੈਚਲਰਸ ਡਿਗਰੀ ਪ੍ਰੈਫਰ ਕਰਦੀਆਂ ਨੇ। ਸੋ ਜਿਹੜੇ ਬੱਚੇ ਬਾਹਰ ਇੰਟਰਨੈਸ਼ਨਲ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹ ਪ੍ਰੈਫਰ ਕਰਨ ਕਿ ਉਹਨਾਂ ਦੀ 4 ਈਅਰ ਬੈਚਲਰਸ ਡਿਗਰੀ ਹੋਵੇ, ਕਿਉਂਕਿ ਕਾਫੀ ਯੂਨੀਵਰਸਿਟੀਜ਼ 3 ਈਅਰ ਬੈਚਲਰਸ ਡਿਗਰੀ ਨੂੰ ਰੈਕਗਨਾਈਜ਼ ਨਹੀਂ ਕਰਦੀਆਂ। ਉਸ ਤੋਂ ਬਾਅਦ ਦੂਜੀ ਚੀਜ਼ ਆ ਜਾਂਦੀ ਹੈ ਜੀ ਜੀਆਰਈ ਤੋਂ ਬਾਅਦ। ਜੀਆਰਈ ਹੋ ਗਿਆ, ਤੁਹਾਡੀ ਬੈਚਲਰਸ ਡਿਗਰੀ ਦੀ GPA ਰਿਕੁਆਇਰਮੈਂਟ ਹੋਗੀ। ਤੁਹਾਡੀ ਯੂਨੀਵਰਸਿਟੀ ਇੱਦਾਂ ਲਿਸਟ ਕਰੇਗੀ, ਜਿਹੜੀ ਵੀ ਯੂਨੀਵਰਸਿਟੀਜ਼ ਤੁਸੀਂ ਜਾਣਾ ਚਾਹੁੰਦੇ ਹੋ ਨਾ, ਉਹ ਯੂਨੀਵਰਸਿਟੀ ਇੱਕ ਲਿਸਟ ਬਣਾਏਗੀ ਕਿ ਸਾਨੂੰ ਇਹ ਚੀਜ਼ਾਂ ਪੂਰੀਆਂ ਕਰ ਦਿਓ ਤੇ ਤਾਂ ਤੁਸੀਂ ਸਾਡੀ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਸਕਦੇ ਹੋ। ਉਹਦੇ 'ਚ ਤੁਹਾਡਾ ਜੀਆਰਈ ਦਾ ਸਕੋਰ ਹੋਏਗਾ ਕਿ ਜੀ ਸਾਨੂੰ 310 ਤੋਂ ਜਾਂ 320 ਤੋਂ ਉੱਤੇ ਵਾਲੇ ਬੱਚੇ ਚਾਹੀਦੇ ਨੇ। ਫਿਰ ਤੁਹਾਡਾ GPA ਦੀ ਰਿਕੁਆਇਰਮੈਂਟ ਹੋਏਗੀ ਬੈਚਲਰਸ ਡਿਗਰੀ ਦੀ ਕਿ ਸਾਨੂੰ ਇੰਨੇ ਮਾਰਕਸ ਤੋਂ ਵੱਧ ਵਾਲੇ ਬੱਚੇ ਚਾਹੀਦੇ ਨੇ। ਫਿਰ ਤੁਹਾਡੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਰਿਕੁਆਇਰਮੈਂਟ ਹੋਏਗੀ ਕਿ ਸਾਡਾ ਆਇਲਟਸ ਜਾਂ ਟੋਇਫਲ ਕੋਈ ਵੀ ਟੈਸਟ ਇਹਨਾਂ 'ਚੋਂ ਤੁਸੀਂ ਦੇ ਸਕਦੇ ਹੋ, ਉਹਦੇ 'ਚੋਂ ਇੰਨੇ ਬੈਂਡਸ ਚਾਹੀਦੇ ਨੇ। ਉਸ ਤੋਂ ਬਾਅਦ ਤੁਹਾਡਾ ਰੈਜ਼ਿਊਮ, CV ਜਿਹੜਾ ਕਿ ਤੁਹਾਡਾ ਜਿਹਦੇ 'ਚ ਸਾਰਾ ਬਾਇਓਡਾਟਾ ਹੁੰਦਾ ਹੈ, ਤੁਸੀਂ ਕੀ ਕੀਤਾ ਉਹ ਸਾਰਾ ਕੁਝ ਹੁੰਦਾ ਹੈ, ਉਹ ਇੱਕ ਡਾਕੂਮੈਂਟ ਹੁੰਦਾ ਹੈ। ਫਿਰ ਉਸ ਤੋਂ ਬਾਅਦ ਤੁਹਾਡੇ ਐਸੇਜ਼ ਹੁੰਦੇ ਨੇ, ਉਹਦੇ 'ਚ ਤੁਹਾਡਾ SOP ਸਟੇਟਮੈਂਟ ਆਫ ਪਰਪਸ, ਪਰਸਨਲ ਸਟੇਟਮੈਂਟ, ਡਾਇਵਰਸਿਟੀ ਸਟੇਟਮੈਂਟ, ਇੱਦਾਂ ਦੇ ਕਈ ਤਰ੍ਹਾਂ ਦੇ ਐਸੇਜ਼ ਹੁੰਦੇ ਨੇ ਜੀ। ਤੇ ਉਸ ਤੋਂ ਬਾਅਦ ਤੁਹਾਡੀ ਲੈਟਰ ਆਫ ਰਿਕਮੈਂਡੇਸ਼ਨ ਤੁਹਾਡੇ ਪ੍ਰੋਫੈਸਰਸ ਵੱਲੋਂ,
ਤੇ ਐਟ ਦੀ ਐਂਡ ਜਦੋਂ ਤੁਸੀਂ ਸਾਰਾ ਅਪਲਾਈ ਕਰ ਦਿੰਦੇ ਹੋ ਤੇ ਤੁਹਾਡੀ ਮੋਸਟਲੀ ਯੂਨੀਵਰਸਿਟੀਜ਼ ਇੱਕ ਵੀਡੀਓ ਕਾਲ ਇੰਟਰਵਿਊ ਵੀ ਲੈਂਦੀਆਂ ਨੇ। ਸੋ ਇਹ ਸਾਰਾ ਪ੍ਰੋਸੈਸ ਹੁੰਦਾ ਜੀ ਜੀਆਰਈ ਤੋਂ ਬਾਅਦ ਦਾ। ਸੋ ਤੁਸੀਂ ਜੀਆਰਈ ਜਦੋਂ ਇੱਕ ਵਾਰੀ ਦੇ ਦੋਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਸਰਚ ਕਰ ਸਕਦੇ ਹੋ। ਇੱਕ ਵਾਰੀ ਤੁਸੀਂ ਇਹ ਨੋਟ ਕਰ ਲਓ ਜਾਂ ਇੱਕ ਪਿਕਚਰ ਕਲਿੱਕ ਕਰ ਲਓ ਇਹਨਾਂ ਦੀ, ਤੇ ਤੁਸੀਂ ਇਹਨਾਂ ਬਾਰੇ ਸਰਚ ਕਰ ਸਕਦੇ ਹੋ ਬਾਅਦ ਦੇ ਵਿੱਚ ਆਫਟਰ ਗਿਵਿੰਗ ਜੀਆਰਈ। ਨੈਕਸਟ ਸਲਾਈਡ ਜੀ। ਸਕਾਲਰਸ਼ਿਪ ਵਰਸਸ ਅਸਿਸਟੈਂਟਸ਼ਿਪ। ਸੋ ਸਕਾਲਰਸ਼ਿਪ ਦਾ ਸਾਰਿਆਂ ਨੂੰ ਪਤਾ ਹੈ ਜੀ, ਸਕਾਲਰਸ਼ਿਪ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇੱਕ ਸਟੱਡੀ ਕਰ ਰਹੇ ਹੋ, ਤੁਹਾਨੂੰ ਸਟੱਡੀ ਕਰਨ ਦੇ ਸਟਾਈਪੈਂਡ ਮਿਲ ਰਿਹਾ ਹੈ, ਤੁਹਾਨੂੰ ਇੱਕ ਰੈਗੂਲਰ ਪੇ ਮਿਲ ਰਹੀ ਹੈ ਸਟੱਡੀ ਕਰਨ ਦੀ, ਤੁਹਾਨੂੰ ਇੱਕ ਫੰਡਸ ਮਿਲ ਰਹੇ ਨੇ ਸਟੱਡੀ ਕਰਨ ਦੇ। ਸਕਾਲਰਸ਼ਿਪ ਬਹੁਤ ਘੱਟ ਅਵੇਲੇਬਲ ਹੁੰਦੀ ਹੈ ਤੇ ਮੋਸਟਲੀ ਮਤਲਬ ਉਹਨਾਂ ਬੱਚਿਆਂ ਨੂੰ ਮਿਲਦੀ ਹੈ ਜਿਹੜੇ ਕਾਫੀ ਐਕਸਲੈਂਟ ਹੁੰਦੇ ਨੇ ਆਪਣੇ ਸਟੱਡੀ ਦੇ ਵਿੱਚ ਜਾਂ ਆਪਣੇ ਕਰੀਅਰ ਦੇ ਵਿੱਚ, ਜਿਨ੍ਹਾਂ ਨੇ ਐਕਸਲੈਂਸ ਅਟੇਨ ਕੀਤੀ ਹੁੰਦੀ ਹੈ, ਸਕਾਲਰਸ਼ਿਪ ਉਹਨਾਂ ਨੂੰ ਮਿਲਦੀ ਹੈ। ਅਸਿਸਟੈਂਟਸ਼ਿਪ ਰਿਲੇਟਿਵਲੀ ਥੋੜੇ ਮੀਡੀਓਕਰ ਬੱਚਿਆਂ ਨੂੰ ਵੀ ਮਿਲ ਸਕਦੀ ਹੈ, ਆਮ ਸਟੂਡੈਂਟਸ ਨੂੰ ਵੀ ਮਿਲ ਸਕਦੀ ਹੈ। ਅਸਿਸਟੈਂਟਸ਼ਿਪ ਹੈ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਕੋਈ ਕੰਮ ਕਰ ਰਹੇ ਹੋ ਤੇ ਉਸ ਕੰਮ ਦੇ ਤੁਹਾਨੂੰ ਪੈਸੇ ਮਿਲ ਰਹੇ ਨੇ। ਸੋ ਉਹ ਵੀ ਇੱਕ ਕਾਫੀ ਅੱਛੀ ਆਪਸ਼ਨ ਹੈ, ਕਿਉਂਕਿ ਸਕਾਲਰਸ਼ਿਪ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਥੋੜੇ ਚਾਂਸਸ ਘੱਟ ਜਾਂਦੇ ਨੇ, ਅਸਿਸਟੈਂਟਸ਼ਿਪ ਦੇ ਵਿੱਚ ਥੋੜੇ ਚਾਂਸਸ ਜ਼ਿਆਦਾ ਹੁੰਦੇ ਨੇ, ਕਿਉਂਕਿ ਤੁਸੀਂ ਉਸ ਅਸਿਸਟੈਂਟਸ਼ਿਪ ਲਈ ਉਹਨਾਂ ਲਈ ਕੰਮ ਕਰ ਰਹੇ ਹੋ। ਉਸ ਤੋਂ ਬਾਅਦ ਆ ਗਿਆ ਜੀ ਅਸਿਸਟੈਂਟਸ਼ਿਪ ਦੋ ਤਰ੍ਹਾਂ ਦੀ ਹੁੰਦੀ ਹੈ, ਰਿਸਰਚ ਅਸਿਸਟੈਂਟਸ਼ਿਪ ਤੇ ਟੀਚਿੰਗ ਅਸਿਸਟੈਂਟਸ਼ਿਪ। ਤੁਸੀਂ ਜਿੱਥੇ ਜਿਹੜੀ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ ਉੱਥੇ ਹੀ ਕਿਸੇ ਪ੍ਰੋਫੈਸਰ ਦੇ ਨਾਲ ਤੁਸੀਂ ਰਿਸਰਚ ਕਰ ਰਹੇ ਹੋ ਤੇ ਉਹਦੇ ਨਾਲ ਤੁਹਾਡੀ ਡਿਗਰੀ ਫੰਡ ਹੋ ਰਹੀ ਹੈ, ਜਾਂ ਤੁਸੀਂ ਉਹਦੀ ਟੀਚਿੰਗ ਦੇ ਵਿੱਚ ਹੈਲਪ ਕਰ ਰਹੇ ਹੋ ਤਾਂ ਟੀਚਿੰਗ ਅਸਿਸਟੈਂਟਸ਼ਿਪ ਤੇ ਉਹ ਤੁਹਾਡੀ ਡਿਗਰੀ ਨੂੰ ਫੰਡ ਕਰ ਰਿਹਾ। ਇਹ ਦੋ ਤਰ੍ਹਾਂ ਦੀਆਂ ਆਪਸ਼ਨਸ ਹੁੰਦੀਆਂ ਨੇ। ਨੈਕਸਟ ਜੀ। ਹੁਣ ਆ ਰਿਸੋਰਸਿਸ ਆ ਗਏ ਜੀ। ਆ ਬੜੀ ਇੰਪੋਰਟੈਂਟ ਸਲਾਈਡ ਹੈ ਜੀ। ਤੁਸੀਂ ਥਰੂ ਆਊਟ ਦਾ ਪ੍ਰੈਜੈਂਟੇਸ਼ਨਸ ਮੈਂ ਚੈਟ ਦੇ ਵਿੱਚ ਦੇਖ ਰਿਹਾ ਸੀਗਾ, ਪੌਪ-ਅਪਸ ਕੁਐਸਚਨ ਆ ਰਹੇ ਸੀ ਕਿ ਤਿਆਰੀ ਕਿੱਥੋਂ ਕਰੀਏ, ਪ੍ਰਿਪੇਅਰ ਕਿੱਥੋਂ ਕਰੀਏ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਰਿਸੋਰਸ ਹੈ ਉਹ ਹੈਗਾ ETS GRE ਇਨਫੋਰਮੇਸ਼ਨ ਬੁਲੇਟਿਨ। ਤੁਸੀਂ ETS GRE ਸਰਚ ਕਰੋ ਗੂਗਲ ਤੇ। ETS ਜਿਨ੍ਹਾਂ ਦਾ ਟੈਸਟ ਹੈ ਉਹਨਾਂ ਨੇ ਆਪ ਹੀ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ GRE ਬਾਰੇ। ਇਨਫੈਕਟ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਸੀਗੀ ਇਹਦੇ ਵਿੱਚ ਵੀ ਮੈਂ ਮੋਸਟਲੀ ਉਸ ਸਾਈਟ ਤੋਂ ਚੀਜ਼ਾਂ ਪਿਕ ਕੀਤੀਆਂ ਜਿਹੜੀਆਂ ਕਿ ਤੁਹਾਨੂੰ ਦੱਸਣੀਆਂ ਜ਼ਰੂਰੀ ਸੀਗੀਆਂ ਇੰਟਰੋਡਿਊਸ ਕਰਨ ਲਈ। ਬਟ ਡਿਟੇਲਡ ਇਨਫੋਰਮੇਸ਼ਨ ਹਰ ਚੀਜ਼ ਦੀ ETS GRE ਦੇ ਇਨਫੋਰਮੇਸ਼ਨ ਬੁਲੇਟਿਨ ਤੇ ਮਿਲ ਜੇਗੀ ਜੀ। ਤੇ ਉੱਥੇ ਤੁਸੀਂ ਜਿੰਨਾ ਮਰਜ਼ੀ ਸਰਚ ਕਰੋ ਤੇ ਤੁਹਾਨੂੰ ਹਰ ਚੀਜ਼ ਉੱਥੇ ਅਵੇਲੇਬਲ ਹੋਏਗੀ। ਤੇ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਕਨਸੈਪਟ ਸਮਝਣੇ ਹੈ ਤੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੈ, ਟੈਸਟ ਦੀ ਪ੍ਰੈਪਰੇਸ਼ਨ ਕਰਨੀ ਹੈ, ਤੇ ਉਹਦੇ ਲਈ ਤੁਹਾਡੇ ਕੋਲ ਇੱਕ ਖਾਨ ਅਕੈਡਮੀ ਬੜਾ ਵਧੀਆ ਆਨਲਾਈਨ ਰਿਸੋਰਸ ਹੈ। ਕੋਈ ਤੁਹਾਨੂੰ ਟੌਪਿਕ ਨਹੀਂ ਸਮਝ ਆ ਰਿਹਾ, ਖਾਨ ਅਕੈਡਮੀ ਤੇ ਜਾਓ। ETS ਦੀ ਆਪਣੀ ਇੱਕ ਅਫੀਸ਼ੀਅਲ ਗਾਈਡ ਹੈ, ਉਹ PDF ਡਾਊਨਲੋਡ ਹੋ ਜਾਂਦੀ ਹੈ ਫ੍ਰੀ। ਉਹ ਐਨਾਲਿਟੀਕਲ ਸੈਕਸ਼ਨ ਲਈ ਬੈਸਟ ਹੈ, ਉਹ ਪ੍ਰੈਫਰ ਕਰੋ। ETS ਦੀ ਅਫੀਸ਼ੀਅਲ ਗਾਈਡ ਹੋਰ ਵੀ ਵਰਬਲ ਤੇ ਕੁਆਂਟ ਸੈਕਸ਼ਨਸ ਲਈ ਵੀ ਹੈ। ਮੈਨਹੈਟਨ ਇੱਕ ਬੁੱਕ ਹੈ, ਉਹ ਕੁਆਂਟਸ ਲਈ ਬਹੁਤ ਅੱਛੀ ਹੈ। ਬੈਰਨ ਬੁੱਕ ਹੈ, ਉਹ ਵਰਬਲ ਲਈ ਬਹੁਤ ਅੱਛੀ ਹੈ। ਮਗੂਸ਼ ਦਾ ਆਨਲਾਈਨ ਪੋਰਟਲ ਹੈ। ਤੁਸੀਂ ਮਗੂਸ਼ ਆਨਲਾਈਨ ਪੋਰਟਲ ਜਦੋਂ ਸਰਚ ਕਰੋਗੇ ਤੇ ਤੁਸੀਂ GRE ਦੀ ਪ੍ਰੈਪਰੇਸ਼ਨ ਉੱਥੇ ਕਰ ਸਕਦੇ ਹੋ। ਇਹ ਤੁਹਾਨੂੰ ਪਰਚੇਜ਼ ਕਰਨਾ ਪਏਗਾ, ਬੁੱਕਸ ਵੀ ਮੈਨਹੈਟਨ, ਬੈਰਨ ਤੇ ਮਗੂਸ਼ ਆਨਲਾਈਨ ਪੋਰਟਲ ਵੀ ਤੁਹਾਨੂੰ ਪਰਚੇਜ਼ ਕਰਨਾ ਪਏਗਾ। ਬੈਸਟ ਮਾਈ ਟੈਸਟ ਟੋਇਫਲ ਦਾ ਪੋਰਟਲ ਹੈ। GRE ਤੇ ਟੋਇਫਲ ਯੂਜਲੀ ਦੋਨੋਂ ਇਕੱਠੇ ਦਿੱਤੇ ਜਾਂਦੇ ਨੇ, ਕਿਉਂਕਿ ਜੇ ਤੁਸੀਂ ਇੰਟਰਨੈਸ਼ਨਲ ਐਜੂਕੇਸ਼ਨ ਲੈ ਰਹੇ ਹੋ ਤੇ ਤੁਹਾਡਾ ਐਪਟੀਟਿਊਡ ਤੇ ਇੰਗਲਿਸ਼ ਪ੍ਰੋਫੀਸ਼ੀਐਂਸੀ ਦੋਨੋਂ ਚੀਜ਼ਾਂ ਟੈਸਟ ਹੋਣਗੀਆਂ। ਤੇ ਬੈਸਟ ਮਾਈ ਟੈਸਟ ਉਹਦਾ ਪੋਰਟਲ ਹੈ। ਤੇ ਤੁਸੀਂ ਇਸ ਤੋਂ ਇਲਾਵਾ ਵੀ ਕੁਝ ਰਿਸੋਰਸਿਸ ਯੂਜ਼ ਕਰ ਸਕਦੇ ਹੋ। ਇਹ ਉਹ ਰਿਸੋਰਸਿਸ ਨੇ ਜਿਹੜੇ ਮੈਂ ਯੂਜ਼ ਕੀਤੇ ਨੇ, ਤੇ ਬਾਕੀ ਹੋਰ ਬਹੁਤ ਵਧੀਆ ਰਿਸੋਰਸਿਸ ਆਨਲਾਈਨ ਪਏ ਨੇ, ਤੁਸੀਂ ਗੂਗਲ ਤੇ ਜਾਓ, ਸਰਚ ਕਰੋ। ਉਸ ਤੋਂ ਬਾਅਦ ਜੀ ਮਗੂਸ਼ ਤੇ ਬੈਰਨ ਦੇ ਵੋਕੈਬ ਦੀਆਂ ਲਿਸਟ ਨੇ। ਜਿਵੇਂ ਆਪਾਂ ਪਹਿਲਾਂ ਵੋਕੈਬਲਰੀ ਬਿਲਡਿੰਗ ਦੀ ਗੱਲ ਕੀਤੀ ਸੀ, ਤੇ ਉਹਦੇ 'ਚ ਤੁਸੀਂ ਮਗੂਸ਼ ਦੀ ਲਿਸਟ ਦੇਖ ਸਕਦੇ ਹੋ। ਆਨਲਾਈਨ ਐਪਸ ਹੈਗੇ ਨੇ ਗੂਗਲ ਪਲੇ ਸਟੋਰ ਤੇ, ਆਈਫੋਨ ਦੇ ਸਟੋਰ ਤੇ ਉੱਦਾਂ ਵੀ ਆਨਲਾਈਨ ਤੁਹਾਨੂੰ ਕਈ ਲਿਸਟ ਮਿਲ ਜਾਣਗੀਆਂ GRE ਵੋਕੈਬ ਦੀਆਂ। ਵਰਡਸ ਨੂੰ ਸਮਝ ਕੇ ਮਲਟੀਪਲ ਜਗ੍ਹਾ ਤੋਂ ਉਹਨਾਂ ਦੇ ਮੀਨਿੰਗਸ ਦੇਖ ਕੇ ਤੇ ਉਹਨਾਂ ਦੇ ਐਂਟੋਨਿਮ, ਸਿਨੋਨਿਮ ਸਾਰਾ ਕੁਝ ਪੜ੍ਹ ਕੇ ਇੱਦਾਂ ਤੁਸੀਂ ਤਿਆਰੀ ਕਰ ਸਕਦੇ ਹੋ ਜੀ। ਨੈਕਸਟ ਸਲਾਈਡ ਜੀ।
ਸੋ ਵਿਦ ਦਿਸ ਮੈਂ ਥੈਂਕ ਯੂ ਕਰਦਾ ਤੁਹਾਡੇ ਸਾਰਿਆਂ ਦਾ ਇੰਨੀ ਦੇਰ ਕਨਸੈਂਟਰੇਸ਼ਨ ਬਣਾ ਕੇ ਰੱਖਣ ਲਈ, ਅਟੈਂਟਿਵ ਰਹਿਣ ਲਈ, ਇਸ ਸੈਸ਼ਨ ਨੂੰ ਅਟੈਂਡ ਕਰਨ ਲਈ। ਤੇ ਮੈਂ ਤੁਹਾਨੂੰ ਆਲ ਦਾ ਬੈਸਟ ਕਹਿਣਾ। ਤੁਹਾਡੇ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਦੀ ਵੀ ਇੱਛਾ ਹੈਗੀ ਹੈ ਬਾਹਰ ਪੜ੍ਹਨ ਦੀ, ਉਹ ਪੂਰੀ ਹੋਵੇ। ਤੁਸੀਂ ਵਧੀਆ ਤੋਂ ਵਧੀਆ ਯੂਨੀਵਰਸਿਟੀਜ਼ ਦੇ ਵਿੱਚ ਜਾਓ, ਤੇ ਜਿੱਦਾਂ ਮੈਂ ਪੜ੍ਹ ਰਿਹਾ ਜਾਂ ਹੋਰ ਸੁਕ੍ਰਿਤ ਦੇ ਬੱਚੇ ਪੜ੍ਹ ਰਹੇ ਨੇ ਜਾਂ ਹੋਰ ਸਟੂਡੈਂਟਸ ਪੰਜਾਬ ਦੇ ਬਾਹਰ ਪੜ੍ਹ ਰਹੇ ਨੇ, ਤੁਸੀਂ ਉੱਦਾਂ ਪੜ੍ਹ ਸਕੋ ਤੇ ਬਹੁਤ ਬਹੁਤ ਤਰੱਕੀ ਕਰੋ। ਤੇ ਆਲ ਦਾ ਬੈਸਟ ਸਾਰਿਆਂ ਨੂੰ। ਤੇ ਮੇਰਾ ਕੰਟੈਕਟ ਇਨਫੋਰਮੇਸ਼ਨ ਲਾਸਟ ਸਲਾਈਡ ਤੇ ਮੇਰੀ ਈਮੇਲ ਹੈਗੀ ਹੈ, ਤੇ ਤੁਸੀਂ ਮੈਨੂੰ ਜਦੋਂ ਮਰਜ਼ੀ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਉੱਥੇ ਮੈਨੂੰ ਈਮੇਲ ਸੈਂਡ ਕਰ ਸਕਦੇ ਹੋ gurpreet425@gmail.com ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਕੁਐਸਚਨਸ ਆਪਣੇ। ਤੇ ਸਬਜੈਕਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਅੱਜ ਦਾ ਸੈਸ਼ਨ GRE ਸੈਸ਼ਨ ਆਨਲਾਈਨ ਸੈਸ਼ਨ, GRE ਆਨਲਾਈਨ ਸੈਸ਼ਨ, ਤੇ ਅੱਜ ਦੀ ਡੇਟ ਪਾ ਸਕਦੇ ਹੋ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਇਸ ਸੈਸ਼ਨ ਤੋਂ ਕੁਐਸਚਨਸ ਆਏ ਨੇ। ਤੇ ਮੈਂ ਮਤਲਬ ਆਈ ਵੁੱਡ ਬੀ ਵੈਰੀ ਹੈਪੀ ਕਿ ਤੁਹਾਡੇ ਕੋਈ ਵੀ ਕੁਐਸਚਨਸ ਹੋਣ ਤੇ ਮੈਂ ਉਹ ਆਨਸਰ ਕਰਾਂ। ਤੇ ਅੱਜ ਹੁਣ ਟਾਈਮ ਪੂਰਾ ਹੋ ਗਿਆ, ਬਟ ਫਿਰ ਵੀ ਮੈਂ ਜਸਜੋਤ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਕੋਈ ਕੁਐਸਚਨਸ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਪੁੱਛੇ ਜਾ ਰਹੇ ਨੇ, ਆਪਾਂ ਉਹ 2-3 ਕੁਐਸਚਨਸ ਆਨਸਰ ਕਰ ਦਈਏ ਜੇ ਟਾਈਮ ਪਰਮਿਟ ਕਰਦਾ ਤਾਂ। ਹਾਂਜੀ ਵੀਰ ਜੀ। ਵੀਰੇ ਇੱਕ ਕੁਐਸਚਨ ਆ ਰਿਹਾ ਕਿ ਜਿਹੜੇ ਅਸੀਂ ਮੋਡ ਆਫ ਪੇਪਰ ਹੈ ਇਹ ਅਸੀਂ ਹਾਂਜੀ ਆਨਲਾਈਨ ਦੇਣਾ ਕਿ ਆਫਲਾਈਨ ਦੇਣਾ ਹੈ? ਇਹ ਕੁਐਸਚਨ ਬਹੁਤ ਵਾਰੀ ਆ ਰਿਹਾ ਜੀ। ਹਾਂਜੀ, ਮੋਡ ਆਫ ਐਗਜ਼ਾਮ ਆਨਲਾਈਨ ਹੈ ਜੀ। ਪੇਪਰ ਬੇਸਡ GRE ਵੀ ਹੁੰਦਾ ਹੈ, ਬਟ ਉਹ ਬਹੁਤ ਲਿਮਿਟਿਡ ਹੈ ਤੇ ਉਹਦੇ ਤੁਹਾਨੂੰ ਸੈਂਟਰ ਵੀ ਸ਼ਾਇਦ ਦੂਰ ਮਿਲਣਗੇ। ਤੇ ਹੁਣ ਕੋਵਿਡ-19 ਕਰਕੇ ਮੈਨੂੰ ਪਤਾ ਨਹੀਂ ਕਿ ਕਿਵੇਂ ਇਹਨਾਂ ਨੇ ਸਿਸਟਮ ਕੀਤਾ ਹੈ, ਕਿੱਦਾਂ ਇਹ ਟੈਸਟ ਲੈਣਗੇ। ਤੇ ਪੇਪਰ ਬੇਸਡ ਮੇਰੇ ਹਿਸਾਬ ਨਾਲ ਐਡਵਾਈਜ਼ੇਬਲ ਨਹੀਂ ਹੈ, ਪੇਪਰ ਆਨਲਾਈਨ ਹੀ ਦੇਣਾ ਚਾਹੀਦਾ ਜੀ। ਹਾਂਜੀ। ਇੱਕ ਉਹ ਪੁੱਛ ਰਿਹਾ ਕਿ ਸਾਨੂੰ ਕਿਹੜੀ ਚੀਜ਼ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਐਗਜ਼ਾਮ ਵੇਲੇ, ਪ੍ਰਿਪੇਅਰ ਕਰਨ ਵੇਲੇ ਐਗਜ਼ਾਮ? ਹਾਂਜੀ, ਐਗਜ਼ਾਮ ਜਦੋਂ ਤੁਸੀਂ ਪ੍ਰਿਪੇਅਰ ਕਰਨਾ ਜੀ, ਸਭ ਤੋਂ ਪਹਿਲਾਂ ਇੱਕ ਤੁਸੀਂ ਮੌਕ ਟੈਸਟ ਦਿਓ। ਮੌਕ ਟੈਸਟ ਦਾ ਮਤਲਬ ਕਿ GRE ਦਾ ਐਕਚੁਅਲ ਐਗਜ਼ਾਮ ਤੁਹਾਨੂੰ ਫ੍ਰੀ ਮਿਲ ਜਾਏਗਾ ਆਨਲਾਈਨ, ਉਹ ਤੁਸੀਂ ਦੇ ਦਿਓ ਤੇ ਤੁਸੀਂ ਦੇਖੋ ਕਿ ਤੁਸੀਂ ਕਿੰਨਾ ਸਕੋਰ ਕਰ ਰਹੇ ਹੋ, ਕਿਹੜੇ ਤਰ੍ਹਾਂ ਦੇ ਕੁਐਸਚਨਸ ਤੁਹਾਡੇ ਗਲਤ ਹੋ ਰਹੇ ਨੇ, ਕਿਹੜੇ ਤਰ੍ਹਾਂ ਦੇ ਕੁਐਸਚਨਸ ਤੁਹਾਡੇ ਸਹੀ ਹੋ ਰਹੇ ਨੇ। ਕਈਆਂ ਦਾ ਵਰਬਲ ਸੈਕਸ਼ਨ ਸਟਰੋਂਗ ਹੁੰਦਾ ਹੈ, ਕਈਆਂ ਦਾ ਕੁਆਂਟੀਟੇਟਿਵ ਸੈਕਸ਼ਨ ਸਟਰੋਂਗ ਹੁੰਦਾ ਹੈ। ਜਿਹੜੇ ਨਾਰਮਲ ਇੰਡੀਅਨ ਸਟੂਡੈਂਟਸ ਨੇ, ਖਾਸ ਕਰਕੇ ਜਿਹੜੇ ਨਾਨ ਮੈਡੀਕਲ ਜਾਂ BTech ਜਾਂ ਕਹਿ ਲਓ ਈਵਨ ਕਾਮਰਸ ਦੇ ਵੀ ਜਿਹੜੇ ਸਟੂਡੈਂਟਸ ਨੇ, ਮੋਸਟਲੀ ਸਾਰਿਆਂ ਦਾ ਕੁਆਂਟੀਟੇਟਿਵ ਸਟਰੋਂਗ ਹੁੰਦਾ ਹੈ, ਕਿਉਂਕਿ ਆਪਣਾ ਇੰਡੀਅਨ ਐਜੂਕੇਸ਼ਨ ਸਿਸਟਮ ਜਿਹੜਾ ਉਹਦੇ 'ਚ ਮੈਥਮੈਟਿਕਸ ਦਾ ਕਾਫੀ ਅੱਛਾ ਤਿਆਰੀ ਕਰਾਈ ਜਾਂਦੀ ਹੈ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। ਤੇ ਬਟ ਵਰਬਲ ਸੈਕਸ਼ਨ 'ਚ ਕਾਫੀ ਲੋਡ ਹੁੰਦੀ ਹੈ, ਤੇ ਵਰਬਲ ਸੈਕਸ਼ਨ ਦੀ ਜਿਹੜੀ ਸਲੋ ਤਿਆਰੀ ਹੈ, ਜਿਹੜੀ ਜਨਰਲ ਤਿਆਰੀ ਹੈ, ਉਹ ਤੁਸੀਂ ਰੀਡਿੰਗ ਨਾਲ ਤੇ ਵੋਕੈਬਲਰੀ ਬਿਲਡਿੰਗ, ਇਹ ਦੋ ਚੀਜ਼ਾਂ ਨਾਲ ਕਰ ਸਕਦੇ ਹੋ। ਜਿੰਨੀ ਤੁਹਾਡੀ ਰੀਡਿੰਗ ਅੱਛੀ ਹੋਏਗੀ, ਜਿੰਨੀ ਤੁਹਾਡੀ ਵੋਕੈਬਲਰੀ ਅੱਛੀ ਹੋਏਗੀ, ਤੁਹਾਡਾ ਵਰਬਲ ਸੈਕਸ਼ਨ ਸਟਰੋਂਗ ਹੋ ਜਾਏਗਾ ਜੀ। ਤੇ ਕੁਆਂਟੀਟੇਟਿਵ ਸੈਕਸ਼ਨ ਦੀ ਤੁਹਾਡੀ ਤਿਆਰੀ ਹੋ ਹੀ ਰਹੀ ਹੈ ਨਾਰਮਲ ਸਕੂਲਿੰਗ ਦੇ ਵਿੱਚ, ਤੇ ਤੁਸੀਂ ਜਦੋਂ GRE ਦਾ ਐਗਜ਼ਾਮ ਦੇਣਾ ਹੋਏਗਾ ਉਦੋਂ ਤੁਸੀਂ 2-3 ਮੰਥਸ ਪਹਿਲਾਂ GRE ਸਪੈਸੀਫਿਕ ਟ੍ਰੇਨਿੰਗ ਜਿਹੜੀ ਆ ਉਹ ਆਪਣੀ ਸ਼ੁਰੂ ਕਰ ਸਕਦੇ ਹੋ। ਤੇ ਇਦਾਂ ਜਨਰਲ ਤੌਰ ਤੇ ਜਿਹੜੇ ਛੋਟੇ ਬੱਚੇ ਨੇ ਉਹ ਰੀਡਿੰਗ ਤੇ ਵੋਕੈਬਲਰੀ ਬਿਲਡਿੰਗ, ਇਹ ਦੋ ਚੀਜ਼ਾਂ ਉਹ ਸ਼ੁਰੂ ਤੋਂ ਸ਼ੁਰੂ ਕਰ ਸਕਦੇ ਨੇ। ਤੇ ਇਹ ਕੁਐਸਚਨ ਆ ਰਿਹਾ ਜੀ, ਇਜ਼ ਮੈਨਹਟਨ 5 ਆਇਲ ਬੁੱਕ ਵਰਥ? ਹਾਂਜੀ, ਮੈਨਹਟਨ 5 ਆਇਲ ਬੁੱਕ ਮੈਂ ਯੂਜ਼ ਕੀਤੀ ਹੈ ਜੀ, ਬਹੁਤ ਵਧੀਆ ਬੁੱਕ ਹੈ ਜੀ ਕੁਆਂਟ ਦੇ ਵਾਸਤੇ, ਤੇ ਵਰਬਲ ਵਾਸਤੇ ਤੇ ਐਨਾਲਿਟੀਕਲ ਰਾਈਟਿੰਗ ਵਾਸਤੇ ਮੈਂ ਇੰਨੀ ਯੂਜ਼ ਨਹੀਂ ਕੀਤੀ, ਬਟ ਉਹਦੇ ਵਾਸਤੇ ਕੁਆਂਟੀਟੇਟਿਵ ਵਾਸਤੇ ਮੈਂ ਬਹੁਤ ਅੱਛੀ ਮਤਲਬ ਉਹ ਰਿਕਮੈਂਡ ਕਰਾਂਗਾ, ਉਹ ਬਹੁਤ ਅੱਛੀ ਬੁੱਕ ਹੈ ਜੀ। ਵੀਰੇ ਕੁਐਸਚਨ ਆ ਰਿਹਾ ਕਿ ਜਿਹੜੇ ਬੱਚੇ ਨੇ 3 ਈਅਰ ਡਿਗਰੀ ਕੀਤੀ ਹੋਈ ਉਹਨਾਂ ਵਾਸਤੇ ਕੀ ਆਲਟਰਨੇਟਿਵ ਹੋ ਸਕਦਾ ਹੈ? ਹਾਂਜੀ, ਕਾਫੀ ਯੂਨੀਵਰਸਿਟੀਜ਼ 3 ਈਅਰ ਡਿਗਰੀ ਵੀ ਅਸੈਪਟ ਕਰਦੀਆਂ ਨੇ ਜੀ। UK ਦੇ ਵਿੱਚ ਤਾਂ ਖਾਸ ਕਰਕੇ ਕਾਫੀ ਕਰਦੀਆਂ ਨੇ, US ਦੇ ਵਿੱਚ ਵੀ ਕਾਫੀ ਕਰਦੀਆਂ ਨੇ, ਤੇ ਕੈਨੇਡਾ ਦੇ ਵਿੱਚ ਮੈਂ ਘੱਟ ਸੁਣਿਆ ਕਿ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਅਸੈਪਟ ਕਰਦੀਆਂ ਹੁਣ 3 ਈਅਰ ਡਿਗਰੀ। ਬਸ ਉਹੀ ਹੈ ਕਿ ਜੇ ਤੁਸੀਂ 3 ਈਅਰ ਬੈਚਲਰਸ ਡਿਗਰੀ ਕੀਤੀ ਹੈ ਤਾਂ ਤੁਹਾਡੇ ਕੋਲ ਘੱਟ ਆਪਸ਼ਨਸ ਨੇ, ਤੁਹਾਡੇ ਕੋਲ ਘੱਟ ਯੂਨੀਵਰਸਿਟੀਜ਼ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਕੋਈ ਗੱਲ ਨਹੀਂ, ਤੁਹਾਡੇ ਕੋਲ ਵੀ ਚਾਂਸ ਹੈਗਾ, ਤੁਸੀਂ ਉਹਨਾਂ ਯੂਨੀਵਰਸਿਟੀਜ਼ 'ਚ ਅਪਲਾਈ ਕਰੋ ਜਿੱਥੇ 3 ਈਅਰ ਡਿਗਰੀ ਐਕਸੈਪਟ ਹੁੰਦੀ ਹੈ। ਬਟ ਜਿਨ੍ਹਾਂ ਨੇ ਹਜੇ ਬੈਚਲਰਸ ਡਿਗਰੀ ਕਰਨੀ ਹੈ, ਉਹ ਜਿਨ੍ਹਾਂ ਨੇ ਹਜੇ ਸ਼ੁਰੂ ਕਰਨੀ ਹੈ,
ਉਹ ਇਹ ਗੱਲ ਧਿਆਨ ਰੱਖਣ ਕਿ ਜੇ ਤੁਹਾਡੀ 4 ਈਅਰ ਡਿਗਰੀ ਹੁੰਦੀ ਹੈ ਤਾਂ ਤੁਹਾਡੇ ਕੋਲ ਆਪਸ਼ਨਸ ਜ਼ਿਆਦਾ ਹੁੰਦੀਆਂ ਨੇ, ਕਿਉਂਕਿ 4 ਈਅਰ ਬੈਚਲਰਸ ਡਿਗਰੀ ਥਰੂ ਆਊਟ ਦਾ ਵਰਲਡ ਰੈਕਗਨਾਈਜ਼ਡ ਹੈ ਜੀ। ਵੀਰੇ ਹਾਂਜੀ ਜਪਨਜੋਤ ਸਿੰਘ ਜੀ ਹੈਂਡ ਹਾਂਜੀ। ਤੇ ਵੀਰ ਜੀ ਮੇਰੇ ਮੇਨ ਨਾ 2 ਕੁਐਸਚਨ ਸੀਗੇ ਕਿ ਹਾਂਜੀ। ਫਰਸਟ ਕੁਐਸਚਨ ਮੇਰਾ ਆ ਸੀਗਾ ਕਿ ਜਿਹੜਾ ਆਪਾਂ ਆਰਗੂਮੈਂਟ ਵਾਲਾ ਉਹ ਸੀਗਾ ਰਾਈਟਿੰਗ, ਹਾਂਜੀ ਹਾਂਜੀ ਉਹਦੇ ਚ ਆਪਾਂ ਉਹਨਾਂ ਦੇ ਜਿਹੜਾ ਆਰਗੂਮੈਂਟ ਹੈ ਉਹਨਾਂ ਤੇ ਕੁਐਸਚਨ ਕਰਨਾ ਜ਼ਰੂਰੀ ਹੈ ਕਿ ਆਪਾਂ ਐਗਰੀ ਵੀ ਕਰ ਸਕਦੇ ਹਾਂ ਉਹਦੇ ਤੇ? ਨਹੀਂ, ਉਹਦੇ 'ਚ ਤੁਹਾਨੂੰ ਕੁਐਸਚਨ ਕਰਨਾ ਪਏਗਾ। ਕਰਨਾ ਪਏਗਾ ਉਹਦੇ 'ਚ ਕਿ ਹਾਂ ਤੁਸੀਂ ਬੇਸਿਕਲੀ ਉਹਦੇ 'ਚ ਤੁਹਾਡੇ ਕੋਲ ਇਹ ਚੋਇਸ ਨਹੀਂ ਹੈ ਕਿ ਤੁਸੀਂ ਐਗਰੀ ਕਰਨਾ ਹੈ ਡਿਸਐਗਰੀ ਕਰਨਾ ਹੈ। ਉਹਦੇ 'ਚ ਇਹ ਹੁੰਦਾ ਹੈ ਕਿ ਤੁਸੀਂ ਇੱਕ ਲੌਜੀਕਲ ਸਾਊਂਡਨੈਸ ਚੈੱਕ ਕਰਨੀ ਹੈ ਕਿ ਜਿਹੜਾ ਸਟੇਟਮੈਂਟ ਉਹ ਦੇ ਰਿਹਾ ਹੈ ਤੇ ਜਿਹੜਾ ਉਹ ਰੀਜ਼ਨ ਦੇ ਰਿਹਾ ਹੈ ਉਹ ਕਿੰਨਾ ਕੁ ਲੌਜੀਕਲ ਹੈ, ਉਹ ਕਿੰਨਾ ਕੁ ਕਰੈਕਟ ਹੈ, ਤੇ ਉਹਦੇ 'ਚ ਕੀ ਕੀ ਫਲॉज ਨੇ, ਕਿਹੜੀ ਚੀਜ਼ਾਂ ਆਪਾਂ ਕੰਸੀਡਰ ਕਰੀਏ ਤੇ ਤਾਂ ਉਹ ਆਰਗੂਮੈਂਟ ਸਹੀ ਹੋ ਸਕਦਾ। ਉਹਦੇ 'ਚ ਤੁਸੀਂ ਫਲॉज ਹੀ ਲੱਭਣੇ ਹੁੰਦੇ ਜੀ। ਤੇ ਸੈਕੰਡ ਕੁਐਸਚਨ ਇਹ ਕਿ ਜਦੋਂ ਆਪਾਂ ਪ੍ਰਿਪਰੇਸ਼ਨ ਕਰ ਰਹੇ ਹਾਂ ਤੇ ਹਾਂਜੀ। ਕਿੰਨਾ ਰੋਲ ਸਾਡਾ ਸੈਲਫ ਸਟੱਡੀ ਤੇ ਤੇ ਕੋਚਿੰਗ ਤੇ ਹੈ? ਮੇਰੇ ਹਿਸਾਬ ਨਾਲ ਦੋਨੋਂ ਹੈਂਡ ਇਨ ਹੈਂਡ ਨੇ ਜੀ। ਤੇ ਕੋਚਿੰਗ ਮੈਂ ਉਹ ਕੋਚਿੰਗ ਰਿਕਮੈਂਡ ਨਹੀਂ ਕਰਾਂਗਾ ਜਿਹੜਾ ਆਪਾਂ ਕੋਚਿੰਗ ਇੰਸਟੀਚਿਊਟ ਤੋਂ ਲੈਂਦੇ ਆ, ਤੇ ਮੈਂ ਰਿਕਮੈਂਡ ਕਰਾਂਗਾ ਆਨਲਾਈਨ ਪੋਰਟਲਸ, ਮੈਂ ਰਿਕਮੈਂਡ ਕਰਾਂਗਾ ਬੁੱਕਸ, ਮੈਂ ਰਿਕਮੈਂਡ ਕਰਾਂਗਾ ਵੋਕੈਬਲਿਸ, ਤੇ ਮੈਂ ਰਿਕਮੈਂਡ ਕਰਾਂਗਾ ਉਹਨਾਂ ਬੱਚਿਆਂ ਦੇ ਵਲੌਗਸ ਜਾਂ ਉਹਨਾਂ ਬੱਚਿਆਂ ਦੇ ਬਲੌਗਸ ਜਾਂ ਉਹਨਾਂ ਬੱਚਿਆਂ ਦੇ ਵੈਬਸਾਈਟਸ ਜਾਂ ਐਸੇਸ ਜਿਨ੍ਹਾਂ ਨੇ GRE ਦੇ ਵਿੱਚ ਬਹੁਤ ਅੱਛੇ ਸਕੋਰ ਕੀਤੇ ਨੇ। ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਅਸੀਂ ਕਿੱਦਾਂ ਤਿਆਰੀ ਕੀਤੀ। ਸੋ ਤੁਸੀਂ ਆਨਲਾਈਨ ਜਾਓ, ਵੱਧ ਤੋਂ ਵੱਧ ਸਰਚ ਕਰੋ। ਮੈਂ ਪਰਸਨਲੀ ਮਗੂਸ਼ ਦਾ ਆਨਲਾਈਨ ਪੋਰਟਲ ਲੈ ਕੇ ਤਿਆਰੀ ਕੀਤੀ ਸੀ, ਤੇ ਮਗੂਸ਼ ਦਾ ਆਨਲਾਈਨ ਪੋਰਟਲ ਮੈਂ ਰਿਸੋਰਸਿਸ ਦੇ ਵਿੱਚ ਵੀ ਲਿਖਿਆ, ਉਹ ਕਾਫੀ ਅੱਛਾ ਮਤਲਬ ਉਹਨਾਂ ਨੇ ਸਾਰਾ ਪਲੇਟਫਾਰਮ ਬਣਾਇਆ ਹੋਇਆ। ਜਿੱਦਾਂ ਦਾ ਰੀਅਲ ਐਗਜ਼ਾਮ ਹੁੰਦਾ ਉੱਦਾਂ ਦਾ ਤੁਹਾਨੂੰ ਇੰਟਰਫੇਸ ਮਿਲਦਾ ਹੈ ਤੇ ਉਹਦੇ ਨਾਲ ਤਿਆਰੀ ਹੁੰਦੀ ਹੈ ਜੀ। ਤੇ ਆਫਲਾਈਨ ਜਿਹੜੀ ਇਨ ਪਰਸਨ ਕੋਚਿੰਗ ਹੈ ਉਹ ਨਾ ਕਰੋ ਜੀ, ਆਨਲਾਈਨ ਤਿਆਰੀ ਕਰੋ ਤੇ ਬੁੱਕਸ ਮੰਗਾਓ, ਤੇ ਤੁਸੀਂ ਸੈਲਫ ਸਟੱਡੀ ਤੁਹਾਡੀ ਕੋਚਿੰਗ ਦੇ ਨਾਲ ਹੀ ਚੱਲੇਗੀ, ਕਿਉਂਕਿ ਇਹਦੇ 'ਚ ਤੁਸੀਂ ਪ੍ਰੈਕਟਿਸ ਕਰਨੀ ਹੈ। ਤੁਹਾਨੂੰ ਆਲਰੇਡੀ ਚੀਜ਼ਾਂ ਆਉਂਦੀਆਂ ਨੇ, ਤੁਸੀਂ ਕੁਆਂਟੀਟੇਟਿਵ ਵੀ ਦੇਖਿਆ, ਵਰਬਲ ਵੀ ਦੇਖਿਆ। ਇਹਦੇ 'ਚ ਸਿੱਖਣ ਵਾਲੀਆਂ ਘੱਟ ਚੀਜ਼ਾਂ ਨੇ, ਤੁਹਾਨੂੰ ਉਹ ਚੀਜ਼ਾਂ ਆਉਂਦੀਆਂ ਨੇ, ਉਹਨਾਂ ਨੂੰ ਥੋੜਾ ਜਿਹਾ ਪੋਲਿਸ਼ ਕਰਨਾ, ਉਹਨਾਂ ਨੂੰ ਇੱਕ ਤਾਂ ਆਪਣੀ ਕਨਸੈਂਟਰੇਸ਼ਨ ਵਧਾਣੀ ਹੈ ਪ੍ਰੈਕਟਿਸ ਕਰਕੇ, ਤੇ ਇੱਕ ਆਪਣੀ ਸਪੀਡ ਵਧਾਣੀ ਹੈ। ਸੋ ਆਪਾਂ ਨੂੰ 2 ਚੀਜ਼ਾਂ ਚਾਹੀਦੀਆਂ, ਐਕੂਰੇਸੀ ਤੇ ਸਪੀਡ। ਸੋ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹੀ ਤੁਹਾਡੀ ਮੇਨ ਪ੍ਰੈਪਰੇਸ਼ਨ ਹੈ ਜੀ। ਵੀਰੇ ਕੁਐਸਚਨ ਆ ਰਿਹਾ ਹੈ ਕਿ ਇਹਦੇ ਹਾਂਜੀ। 'ਚ ਕਾਸਟ ਕਿੰਨੀ ਲੱਗੇਗੀ, ਐਕਸਪੈਂਡੀਚਰ ਕਿੰਨਾ ਹੋਏਗਾ ਟੋਟਲ GRE ਦੀ ਪ੍ਰੈਪਰੇਸ਼ਨਸ ਤੇ ਟੈਸਟ ਦੇ ਵਿੱਚ? ਅੱਛਾ ਕੁਐਸਚਨ ਹੈ ਜੀ। GRE ਦਾ ਟੈਸਟ ਇੱਕ ਐਕਸਪੈਂਸਿਵ ਟੈਸਟ ਹੈ। ਇਹਦਾ GRE ਦਾ ਟੈਸਟ ਦੇਣ ਦਾ ਜਿਹੜਾ ਅਪਾਇੰਟਮੈਂਟ ਜਦੋਂ ਆਪਾਂ GRE ਦੀ ਲੈਂਦੇ ਹਾਂ ਤੇ ਕੁਝ 14,000 ਦੇ ਕਰੀਬ ਖਰਚਾ ਹੈ ਜੀ। ਤੇ ਤਾਂ ਹੀ ਮੈਂ ਇਸ ਚੀਜ਼ ਤੇ ਉਹ ਕੀਤਾ ਸੀਗਾ ਕਿ ਆਲਦੋ ਤੁਸੀਂ ਟੈਸਟ ਦੁਬਾਰਾ ਦੇ ਸਕਦੇ ਹੋ, ਬਟ ਕੋਸ਼ਿਸ਼ ਕਰੋ ਕਿ ਤੁਸੀਂ ਇੱਕੋ ਵਾਰੀ ਚੰਗੀ ਤਰ੍ਹਾਂ ਤਿਆਰੀ ਕਰਕੇ ਟੈਸਟ ਦਿਓ ਤਾਂ ਕਿ ਤੁਹਾਡੀ ਮਨੀ ਨਾ ਵੇਸਟ ਹੋਵੇ। ਤੇ ਪ੍ਰੈਪਰੇਸ਼ਨ ਦੇ ਵਿੱਚ ਇਸ ਤਰ੍ਹਾਂ ਜੀ ਕਿ ਜਿਹੜੇ ਆਨਲਾਈਨ ਪੋਰਟਲਸ ਹੁੰਦੇ ਨੇ ਉਹ ਆਲਮੋਸਟ 10,000 ਦੇ ਕਰੀਬ ਤੁਹਾਡੀ ਉਹਦਾ ਚਾਰਜ ਹੋਏਗਾ ਜੀ। ਤੇ 6 ਮੰਥਸ ਲਈ ਤੁਹਾਨੂੰ ਮਿਲ ਜਾਏਗਾ, ਤੁਸੀਂ 6 ਮੰਥਸ ਆਪਣੀ ਤਿਆਰੀ ਕਰੋ। ਤੇ ਆਨਲਾਈਨ ਪੋਰਟਲਸ ਦੀ ਇੱਕ ਬੜੀ ਇੰਪੋਰਟੈਂਟ ਗੱਲ ਹੈ ਜੀ, ਤੁਸੀਂ ਉਹਨਾਂ ਦੀ ਈਮੇਲ ਸਬਸਕ੍ਰਾਈਬ ਕਰ ਲਓ ਉੱਥੇ ਜਾ ਕੇ। ਹਜੇ ਪੋਰਟਲ ਨਾ ਲਓ ਜੇ ਤੁਹਾਡੇ ਕੋਲ ਟਾਈਮ ਹੈ, ਤੇ ਉਹ ਕਈ ਵਾਰੀ ਡਿਸਕਾਊਂਟਸ ਵਗੈਰਾ ਭੇਜ ਦਿੰਦੇ ਨੇ। ਤੇ ਜਿਹੜਾ ਉਹ 10,000 ਦਾ ਆਨਲਾਈਨ ਪੋਰਟਲ ਹੁੰਦਾ ਹੈ ਉਹ ਕਈ ਵਾਰੀ ਸਿਰਫ 6,000 ਦਾ ਰਹਿ ਜਾਂਦਾ ਹੈ ਜਾਂ 8,000 ਦਾ ਰਹਿ ਜਾਂਦਾ, ਤੇ ਉੱਤੇ 20% 40% ਇਦਾਂ ਕਾਫੀ ਹਿਊਜ ਡਿਸਕਾਊਂਟ ਆਉਂਦੇ ਰਹਿੰਦੇ ਨੇ। ਤੇ ਤੁਸੀਂ ਉਹ ਪੋਰਟਲ ਸ਼ੇਅਰਿੰਗ ਦੇ ਵਿੱਚ ਵੀ ਲੈ ਸਕਦੇ ਹੋ। ਕੋਈ 2 ਫਰੈਂਡਸ 3 ਫਰੈਂਡਸ ਜਿਹੜੇ ਇਕੱਠੇ ਤਿਆਰੀ ਕਰਨਾ ਚਾਹੁੰਦੇ ਨੇ, ਉਹ ਮੰਨ ਲਓ ਜੇ 6,000 ਦਾ ਪੋਰਟਲ ਹੈ ਤੇ ਤੁਸੀਂ 3 ਜਣੇ ਇਕੱਠੇ ਲੈ ਰਹੇ ਹੋ ਤੇ ਤੁਹਾਨੂੰ 2,000 ਈਚ ਦਾ ਵੀ ਪੈ ਸਕਦਾ। ਮਤਲਬ ਉਹ ਤੁਹਾਡੀ ਆਪਣੀ ਕਨਵੀਨੀਅੰਸ ਤੇ ਕਿ ਤੁਸੀਂ ਇਕੱਲੇ ਉਸ ਪੋਰਟਲ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਤੁਹਾਨੂੰ ਕਿੱਦਾਂ ਕਨਵੀਨੀਅੰਟ ਹੈ, ਤੇ ਉਹ ਸਭ ਚੀਜ਼ਾਂ ਤੁਸੀਂ ਫਿਗਰ ਆਊਟ ਕਰ ਸਕਦੇ ਹੋ। ਤੇ ਬੁੱਕਸ ਜਿਹੜੀਆਂ ਨੇ ਉਹ ਵੀ 500 ਤੋਂ ਲੈ ਕੇ 1,500, ਮਤਲਬ ਬੁੱਕਸ ਵੀ ਐਕਸਪੈਂਸਿਵ ਨੇ, ਬਟ ਇਹ ਜਿਹੜਾ ਐਗਜ਼ਾਮ ਹੈ ਇਹ ਤੁਹਾਨੂੰ ਇੱਕ ਵਧੀਆ ਐਜੂਕੇਸ਼ਨ ਦੇ ਵੱਲ ਲੈ ਕੇ ਜਾ ਰਿਹਾ ਹੈ। ਸੋ ਆਪਾਂ ਉੱਦਾਂ ਵੀ ਕਾਲਜਸ ਦੀਆਂ ਫੀਸ ਕਾਫੀ ਭਰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਆਲਦੋ ਐਗਜ਼ਾਮ ਐਕਸਪੈਂਸਿਵ ਹੈ ਬਟ ਉਹ ਵਰਥ ਇਟ ਹੈ। ਹਾਂਜੀ।
ਹਾਂਜੀ ਨੈਕਸਟ ਕੁਐਸਚਨ ਜਸਜੋਤ ਜੀ। ਇੱਕ ਕੁਐਸਚਨ ਆ ਰਿਹਾ ਜੀ ਕਿ ਇਹਦੀ ਵੈਲਿਡਿਟੀ ਇਕੱਲੇ ਮਤਲਬ USA ਵਿੱਚ ਹੈ ਕਿ ਆਲ ਓਵਰ ਵਰਲਡ ਹੈ, ਕਿਵੇਂ ਹੈ ਇਹਦੀ, ਤੇ ਕਿੰਨੇ ਟਾਈਮ ਹਾਂਜੀ ਲਈ ਇਹ ਵੈਲਿਡ ਹੈ? ਯੂਨੀਵਰਸਿਟੀ ਤੇ ਡਿਪੈਂਡ ਕਰਦਾ ਹੈ ਜੀ। ਤੁਸੀਂ ਜਿਹੜੀ ਯੂਨੀਵਰਸਿਟੀ 'ਚ ਜਾਣਾ ਚਾਹੁੰਦੇ ਹੋ ਉੱਥੇ ਦੇਖੋ ਕਿ ਉਹ ਕੀ ਰਿਕੁਆਇਰਮੈਂਟਸ ਮੰਗਦੇ ਨੇ। ਮੋਸਟ ਆਫ ਦਾ ਯੂਨੀਵਰਸਿਟੀਜ਼ US ਦੇ ਵਿੱਚ, ਕੈਨੇਡਾ ਦੇ ਵਿੱਚ, UK ਦੇ ਵਿੱਚ GRE ਮੰਗਦੀਆਂ ਹੀ ਮੰਗਦੀਆਂ ਨੇ। ਕਈ ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਵਿੱਚ ਵੀ ਮੰਗਦੀਆਂ ਨੇ। ਸੋ ਇਹ ਟੈਸਟ ਭਾਵੇਂ US ਦਾ ਤੇ ਬਟ ਤੁਹਾਨੂੰ GRE, ਕਈ ਯੂਨੀਵਰਸਿਟੀਜ਼ ਨੇ GRE ਰਿਕੁਆਇਰਮੈਂਟ ਰੱਖੀ ਹੁੰਦੀ ਹੈ ਕਿ GRE ਤੋਂ ਬਿਨਾਂ ਤੁਹਾਨੂੰ ਅਸੀਂ ਲਵਾਂਗੇ ਹੀ ਨਹੀਂ, GRE ਬੇਸਿਕ ਰਿਕੁਆਇਰਮੈਂਟ ਹੈ। ਕਈ ਚੀਜ਼ਾਂ ਨੇ GRE ਲਿਖੀ ਹੁੰਦੀ ਹੈ ਨਾਟ ਰਿਕੁਆਇਰਡ ਬਟ ਪ੍ਰੈਫਰਡ, ਕਿ ਤੁਸੀਂ ਜੇ GRE ਦਿੱਤਾ ਹੋਵੇ ਤਾਂ ਉਹ ਬੈਟਰ ਹੈ, ਬਟ ਤੁਹਾਨੂੰ ਬਿਨਾਂ GRE ਦੇ ਵੀ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਜੀ। ਠੀਕ ਹੈ ਜੀ। ਕੁਛ हैंड रेस हैं जी, मैं रिक्वेस्ट करांगा कि प्लीज़ अपनी वीडियोस ऑन कर लो। ਹਾਂਜੀ ਜ਼ਰੂਰ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। there was two questions। ਸਰ ਜੋ GRE ਦਾ ਐਗਜ਼ਾਮ ਹੈ ਉਹ ਅਸੀਂ ਆਪਣੀ ਓਨ ਲੈਂਗੁਏਜ ਵਿੱਚ ਦੇ ਸਕਦੇ ਹਾਂ ਜਾਂ ਫਿਰ ਓਨਲੀ ਇੰਗਲਿਸ਼ ਵਿੱਚ? ਨਹੀਂ ਜੀ, GRE ਦਾ ਐਗਜ਼ਾਮ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਦੇਣਾ ਪਏਗਾ, ਕਿਉਂਕਿ ਉਸ ਐਗਜ਼ਾਮ ਦਾ ਪਰਪਸ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਬੱਚੇ ਨੇ ਜੋ ਅਲੱਗ-ਅਲੱਗ ਕੰਟਰੀਜ਼ ਤੋਂ ਨੇ, ਅਲੱਗ-ਅਲੱਗ ਕਲਚਰਸ ਤੋਂ ਨੇ, ਅਲੱਗ-ਅਲੱਗ ਯੂਨੀਵਰਸਿਟੀਜ਼ ਤੋਂ ਨੇ, ਸਾਰਿਆਂ ਨੂੰ ਇੱਕ ਸਟੈਂਡਰਡ ਪਲੇਟਫਾਰਮ ਤੇ ਲਿਆ ਕੇ ਉਹਨਾਂ ਨੂੰ ਕੰਪੇਅਰ ਕਰਨਾ। ਜਿਵੇਂ ਹੁਣ ਤੁਸੀਂ ਆਪਣੀ ਐਜੂਕੇਸ਼ਨ ਮੰਨ ਲਓ ਪੰਜਾਬੀ ਲੈਂਗੁਏਜ ਦੇ ਵਿੱਚ ਕੀਤੀ ਹੋਈ ਹੈ ਤੇ ਕਿਸੇ ਨੇ ਆਪਣੀ ਐਜੂਕੇਸ਼ਨ ਸਪੈਨਿਸ਼ ਲੈਂਗੁਏਜ ਦੇ ਵਿੱਚ ਪੜ੍ਹੀ ਹੋਈ ਹੈ, ਤੇ ਉਹ ਦੋ ਜਣਿਆਂ ਨੂੰ ਅਲੱਗ-ਅਲੱਗ ਯੂਨੀਵਰਸਿਟੀਜ਼ ਤੋਂ ਜਦੋਂ ਆਉਣਗੇ ਤੇ ਉਹਨਾਂ ਨੂੰ ਕੰਪੇਅਰ ਕਰਨ ਲਈ ਉਹਨਾਂ ਦੇ ਕਿੱਦਾਂ ਮਾਰਕਸ ਲਗਾਏ ਜਾਣਗੇ, ਉਹਨਾਂ ਨੂੰ ਕਿਸ ਬੇਸਿਸ ਤੇ ਕੰਪੇਅਰ ਕੀਤਾ ਜਾਏਗਾ। ਸੋ GRE ਦਾ ਜਿਹੜਾ ਐਗਜ਼ਾਮ ਹੈ ਉਹ ਪੂਰੇ ਵਰਲਡ ਲਈ ਇੱਕੋ ਹੀ ਸਟੈਂਡਰਡ ਹੈ ਜੀ, ਤੇ ਉਹ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਦੇਣਾ ਪਏਗਾ ਜੀ। ਠੀਕ ਹੈ ਜੀ। ਹੋਰ ਕਿਸੇ ਦੇ ਕੋਈ ਕੁਐਸਚਨਸ ਹਨ ਤਾਂ ਪਲੀਜ਼ हैंड रेस कर लो जी। हाँ जी नरगिस जरीना, आवाज़ नहीं आ रही जी ਤੁਹਾਡੀ। ਹਾਂਜੀ ਤੁਸੀਂ ਇੱਕ ਵਾਰੀ ਮਿਊਟ ਅਨਮਿਊਟ ਦੁਬਾਰਾ ਕਰਕੇ ਦੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਹੈ ਕਿ ਜੋ GRI ਦੀਆਂ ਬੁੱਕਸ ਮਿਲਦੀਆਂ ਨੇ ਆਨਲਾਈਨ ਉਹ ਫ੍ਰੀ ਆਫ ਕਾਸਟ ਨੇ? ਨਹੀਂ ਜੀ, GRE ਦਾ ਜਿਹੜਾ ਐਗਜ਼ਾਮ ਹੈ ਜਾਂ ਕੋਈ ਵੀ ਇਹਦੀ ਪ੍ਰੈਪਰੇਸ਼ਨ ਹੈ, ਤੁਹਾਨੂੰ PDF ਬੁੱਕਸ ਜਿਹੜੀਆਂ ਨੇ ਉਹ ਫ੍ਰੀ ਆਫ ਕਾਸਟ ਮਿਲ ਜਾਣਗੀਆਂ। ਬਟ ਜੇ ਤੁਸੀਂ ਹਾਰਡ ਕਾਪੀ ਬੁੱਕਸ ਮੰਗਾਣੀਆਂ ਨੇ ਆਨਲਾਈਨ, ਜਿਵੇਂ Amazon ਸਾਈਟ ਹੈ, ਹੋਰ ਕੋਈ ਸਾਈਟ ਹੈ, ਜਾਂ ਤੁਹਾਡੇ ਲੋਕਲ ਕੋਈ ਬੁੱਕ ਮਾਰਕੀਟ ਹੈਗੀ ਆ ਉੱਥੋਂ ਤੁਸੀਂ ਬੁੱਕਸ ਲੈਣੀਆਂ ਨੇ, ਤੇ ਉਹ ਜਿਵੇਂ ਤੁਸੀਂ ਕੋਈ ਵੀ ਨਾਰਮਲ ਬੁੱਕ ਲੈਂਦੇ ਹੋ ਉਦਾਂ ਹੀ ਤੁਹਾਨੂੰ ਮਿਲਣਗੀਆਂ ਜੀ। ਜਿਵੇਂ ਤੁਸੀਂ ਆਪਣੇ ਕੋਰਸ ਦੀ ਬੁੱਕ ਵੀ ਪੇ ਕਰਕੇ ਲੈਂਦੇ ਹੋ ਉਦਾਂ ਹੀ ਤੁਹਾਨੂੰ GRE ਦੀਆਂ ਬੁੱਕਸ ਵੀ ਮਿਲਣਗੀਆਂ ਜੀ। ਤੇ PDF ਬੁੱਕਸ ਹੋ ਸਕਦਾ ਹੈ ਕਿ ਤੁਹਾਨੂੰ ਆਨਲਾਈਨ ਫ੍ਰੀ ਮਿਲ ਜਾਣ। ਸਰ ਮੈਂ ਸਮੇਂ ਦੀ ਜਾਂਚ ਦੇਖਦੇ ਹੋਏ ਅਸੀਂ ਆਪਣਾ ਸੈਸ਼ਨ ਇੱਥੇ ਖਤਮ ਕਰਦੇ ਹਾਂ ਜੀ। ਬਿਲਕੁਲ। ਹਾਂਜੀ, ਤੇ ਵੀਰੇ ਨੇ ਆਪਣੀ ID ਦੇ ਦਿੱਤੀ, ਜੇ ਕਿਸੇ ਦੇ ਹੋਰ ਕੋਈ ਕੁਐਸਚਨਸ ਹੈਗੇ ਨੇ ਤਾਂ ਉਹ ਪਲੀਜ਼ ਉੱਥੇ ਮੇਲ ਕਰ ਸਕਦੇ ਨੇ। ਹਾਂਜੀ ਤੇ ਹਾਂਜੀ, ਤੇ ਸਾਡੇ ਨਾਲ ਸਰਬਜੀਤ ਅੰਕਲ ਵੀ ਜੁੜੇ ਹੋਏ ਨੇ ਜੀ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਆਉਣ ਜੀ ਸਕਰੀਨ ਤੇ। ਵਾਹ ਜੀ। ਆਈ ਥਿੰਕ ਸੋ ਸਰਬਜੀਤ ਅੰਕਲ ਜੁੜ ਨਹੀਂ ਪਾ ਰਹੇ, ਤੇ ਮੈਂ ਮਨਮੀਨ ਕੌਰ ਜੀ ਨੂੰ ਰਿਕੁਐਸਟ ਕਹਾਂਗੀ ਤਾਂ ਪਲੀਜ਼ ਆਪਣੇ ਵੋਟ ਆਫ ਥੈਂਕਸ ਦੇਣ ਜੀ।
ਮਨਮੀਨ ਕੌਰ ਜੀ ਪਲੀਜ਼ ਹੈਂਡ ਰੇਜ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। So Viji, it was indeed an informative session for all of us. So I, on behalf of the Sukrit team, extend a hearty vote of thanks to the presenter of the day, who spared time from their busiest schedule and joined us all at such a short notice. So Viji, today we had an opportunity to hear your thoughts, and this is surely be going to encourage us in our future events. Your thoughts have enlightened our minds and have shown us a new path. I hope that the information that you have shared with all of us would have tremendously added to the knowledge base of all the participants. So thank you once again for joining us, and we look forward to have some more sessions in the upcoming days from your side as well. So Vaheguru Ji Ka Khalsa, Vaheguru ਜੀ Ji ਫਤਿਹ ਜੀ। ਥੈਂਕ ਯੂ ਸੁਕਰਤ ਟੀਮ ਦਾ ਜੀ, ਸਾਰਿਆਂ ਦਾ ਜੀ, ਮਨਮੀਨ ਕੌਰ ਜੀ, ਜਸਜੋਤ ਜੀ, ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ। ਤੁਸੀਂ ਰੈਗੂਲਰ ਸੈਸ਼ਨਸ ਲਗਾ ਰਹੇ ਹੋ, ਬੱਚਿਆਂ ਨੂੰ ਕਾਫੀ ਹੈਲਪ ਹੋਏਗੀ ਜੀ, ਇਹਦੇ ਨਾਲ ਮੋਟੀਵੇਸ਼ਨ ਹੋਏਗੀ। ਤੇ ਅਸੀਂ ਮੈਂ ਵੀ ਮਤਲਬ ਇੱਦਾਂ ਦੇ ਸੈਸ਼ਨਸ ਲਗਾ ਕੇ ਸਾਨੂੰ ਵੀ ਸੋਚੀ ਹੋਈ ਕਿ ਇੱਦਾਂ ਦਾ ਕੁਝ ਕਰਨਾ ਚਾਹੀਦਾ ਹੈ। ਤੇ ਬਹੁਤ ਵਧੀਆ ਗੱਲ ਹੈ ਜੀ ਕਿ ਸਟੂਡੈਂਟਸ ਨੂੰ ਇਹ ਓਪਰਚੁਨਿਟੀ ਮਿਲ ਰਹੀ ਹੈ ਸਿੱਖਣ ਦੀ। ਤੇ ਮੈਂ ਹੁਣ ਤੱਕ ਵੀ ਮਤਲਬ ਇੱਥੇ ਸਿੱਖਣ ਹੀ ਆਉਣਾ ਸੁਕ੍ਰਿਤ ਹਮੇਸ਼ਾ। ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਸੈਸ਼ਨ, ਸਾਰਿਆਂ ਨੇ ਬਹੁਤ ਅਟੈਂਟਿਵ ਹੋ ਕੇ ਸੁਣਿਆ, ਬਹੁਤ ਵਧੀਆ ਕੁਐਸਚਨਸ ਪੁੱਟ ਕੀਤੇ। ਤੇ ਮੇਰੇ ਵੱਲੋਂ ਸਾਰਿਆਂ ਨੂੰ ਆਲ ਦ ਬੈਸਟ ਕਿ ਤੁਸੀਂ ਵਧੀਆ ਤੋਂ ਵਧੀਆ ਜਗ੍ਹਾ ਆਪਣੀ ਲਾਈਫ ਦੇ ਵਿੱਚ ਅਚੀਵ ਕਰੋ, ਵਧੀਆ ਤੋਂ ਵਧੀਆ ਜਗ੍ਹਾ ਪਹੁੰਚੋ ਜੀ, ਇੰਟਰਨੈਸ਼ਨਲ ਐਜੂਕੇਸ਼ਨ ਲਓ। ਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਲਾਈਫ ਦੇ ਵਿੱਚ ਭਾਵੇਂ ਥੋੜ੍ਹੀ ਦੇਰ ਲਈ ਕਿਤੇ ਵੀ ਇੰਟਰਨੈਸ਼ਨਲ ਐਜੂਕੇਸ਼ਨ ਜ਼ਰੂਰ ਲਓ ਜੀ। ਬਾਅਦ 'ਚ ਭਾਵੇਂ ਤੁਸੀਂ ਆਪਣੀ ਕੰਟਰੀ ਰਿਟਰਨ ਕਰ ਜਾਓ, ਤੁਹਾਨੂੰ ਕਦੇ ਵੀ ਉਸ ਚੀਜ਼ ਦਾ ਰਿਗਰੈਟ ਨਹੀਂ ਹੋਏਗਾ। ਤੇ ਉਹ ਇੱਕ ਬੜਾ ਵਧੀਆ ਤੁਹਾਡੇ ਲਈ ਐਕਸਪੀਰੀਅੰਸ ਹੋਏਗਾ ਜੀ। ਤੇ ਇਸੇ ਦੇ ਨਾਲ ਹੀ ਜੇ ਤੁਹਾਡੇ ਕੋਈ ਕੁਐਸਚਨਸ ਹੋਣ ਤੇ ਮੇਰੀ ਈਮੇਲ ਤੁਹਾਡੇ ਸਕਰੀਨ ਤੇ ਆਈ ਗਈ ਸੀ, ਤੇ ਤੁਸੀਂ ਨਹੀਂ ਤਾਂ ਜਸਜੋਤ ਜੀ ਨੂੰ ਜਾਂ ਮਨਮੀਨ ਜੀ ਨੂੰ ਕੰਟੈਕਟ ਕਰਕੇ ਮੇਰੀ ਈਮੇਲ ਲੈ ਸਕਦੇ ਹੋ। ਤੇ ਬਸ ਇਸੇ ਦੇ ਨਾਲ ਹੀ ਵਿਦਾ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ Vaheguru Ji Ki Fateh. ਥੈਂਕ ਯੂ ਵੀਰੇ ਇੰਨਾ ਵਧੀਆ ਸੈਸ਼ਨ ਲੈ ਲਈ। ਆਈ ਹੋਪ ਤੁਸੀਂ ਸਾਰਿਆਂ ਨੇ ਆਪਣੀ ਗਿਆਨ ਗੋਲਕਾਂ ਭਰ ਲਈਆਂ ਹੋਣਗੀਆਂ ਜੀ। ਤੇ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਇਸ GRE ਵੱਲ ਵਧੀਏ ਅਤੇ ਐਗਜ਼ਾਮ ਦੇਈਏ ਅਤੇ ਆਪਣੀ ਅਕੈਡਮਿਕ ਲਾਈਫ ਨੂੰ ਬਹੁਤ ਜ਼ਿਆਦਾ ਬੂਸਟ ਕਰੀਏ। ਅਤੇ ਮੈਂ ਇੱਥੇ ਅਸੀਂ ਆਪਣਾ ਅੱਜ ਦਾ ਸੈਸ਼ਨ ਖਤਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।